ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖ ਦੀਆਂ ਖਬਰਾਂ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਮੇਰੇ ਨਾਲ ਜੁੜ ਚੁੱਕੇ ਨੇ ਜੀ ਕੈਲਗਰੀ ਤੋਂ ਅਜੀਤ ਜੀ। ਅਜੀਤ ਜੀ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਨਾਲ ਹੀ ਸੀਪੀ ਸਿੰਘ ਜੀ ਚੰਡੀਗੜ੍ਹ ਤੋਂ ਜੁੜ ਚੁੱਕੇ ਨੇ ਜੀ ਮੇਰੇ ਨਾਲ। ਸੀਪੀ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਕੁਲਵੀਰ ਜੀ। ਸ਼ਬਦੀਸ਼ ਜੀ ਚੰਡੀਗੜ੍ਹ ਤੋਂ ਵੀ ਮੇਰੇ ਨਾਲ ਆ ਚੁੱਕੇ ਨੇ ਜੀ ਭਖ ਦੀਆਂ ਖਬਰਾਂ ਵਿੱਚ। ਸ਼ਬਦੀਸ਼ ਜੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਅੱਜ ਜਿਹੜੀ ਅਸੀਂ ਭਖ ਦੀਆਂ ਖਬਰਾਂ ਦੇ ਇਸ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ, ਗੱਲਬਾਤ ਕਰਾਂਗੇ ਮੋਦੀ ਸਾਹਿਬ ਦਾ ਰਾਜ ਸਭਾ ਦੇ ਵਿੱਚ ਜਿਹੜਾ ਕੱਲ੍ਹ ਭਾਸ਼ਣ ਸੀ ਜਾਂ ਜਿਹੜੀਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਬਾਰੇ। ਉਹਦੇ ਵਿੱਚੋਂ ਕੰਟਰੋਵਰਸੀਜ਼ ਵੀ ਕਾਫੀ ਨਿਕਲ ਚੁੱਕੀਆਂ। ਹਾਲਾਂਕਿ ਉਹਨਾਂ ਨੇ ਬੀਜੇਪੀ 'ਤੇ ਆਪਣੀ ਜਿਹੜੀ ਪਿੱਠ ਸੀਗੀ ਉਹ ਨੋਟਬੰਦੀ ਨੂੰ ਲੈ ਕੇ ਜਿਹੜੀ ਹੈਗੀ ਹੈ ਕਾਫੀ ਥਪਥਪਾਈ ਆ ਉਹਨਾਂ ਦੇ ਵੱਲੋਂ, ਜਿਹੜਾ ਇਸ ਨੂੰ ਪੂਰਾ ਕਾਮਯਾਬ ਵੀ ਦੱਸਿਆ ਗਿਆ। ਹਾਲਾਂਕਿ ਜੋ ਹਾਲਾਤ ਰਹੇ ਨੇ ਨੋਟਬੰਦੀ ਤੋਂ ਬਾਅਦ ਉਹ ਬੜੇ ਜਿਹੜੇ ਸੀਗੇ ਉਹ ਖੁਸ਼ਗਵਾਰ ਨਹੀਂ ਸੀ, ਕਾਫੀ ਗੰਭੀਰ ਰਹੇ ਨੇ। ਪਰ ਉਹਨਾਂ ਨੇ ਕਾਫੀ ਗੱਲਾਂ ਦੀਆਂ ਜਿਹੜੀਆਂ ਹੈਗੀਆਂ ਸਫਾਈਆਂ ਦਿੱਤੀਆਂ ਨੇ, ਕਾਫੀ ਗੱਲਾਂ ਦੇ ਉੱਪਰ ਉਹਨਾਂ ਨੇ ਆਪਣੇ ਫੈਕਟਸ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਉਹਨਾਂ ਦੀ ਸਰਕਾਰ ਵੱਲੋਂ ਨੋਟਬੰਦੀ ਦਾ ਫੈਸਲਾ ਲਿਆ ਗਿਆ ਸੀਗਾ ਉਹ ਬਿਲਕੁਲ ਸਹੀ ਫੈਸਲਾ ਸੀਗਾ। ਸਵੱਛਤਾ ਅਭਿਆਨ ਨੂੰ ਲੈ ਕੇ ਵੀ ਉਹਨਾਂ ਨੇ ਆਪਣੀ ਪਿੱਠ ਥਪਥਪਾਈ ਹੈ, ਕਾਮਯਾਬੀ ਦੀ ਗੱਲ ਕੀਤੀ ਉਹਨਾਂ ਨੇ ਕਿ 60% ਪਿੰਡਾਂ ਤੱਕ ਅਤੇ 40% ਜਿਹੜਾ ਹੈਗਾ ਸ਼ਹਿਰਾਂ ਤੱਕ ਉਹਨਾਂ ਦਾ ਸਵੱਛਤਾ ਅਭਿਆਨ ਜਿਹੜਾ ਉਹ ਪਹੁੰਚ ਚੁੱਕਿਆ। ਹਾਲਾਂਕਿ ਪੂਰੇ ਆਪਣੇ ਇਸ ਭਾਸ਼ਣ ਦੌਰਾਨ ਉਹਨਾਂ ਨੇ ਕੁਛ ਗੱਲਾਂ ਐਸੀਆਂ ਕਰਤੀਆਂ ਜਿਹੜੀਆਂ ਮੇਰਾ ਖਿਆਲ ਹੈ ਸਾਡੀਆਂ ਅੱਜ ਜ਼ਿਕਰ ਕਰਨੀਆਂ ਜ਼ਰੂਰ ਬਣਦੀਆਂ ਜੀ। ਸਭ ਤੋਂ ਪਹਿਲਾਂ ਅਸੀਂ ਸਾਰੇ ਜਾਣਦੇ ਹਾਂ ਕਿ ਮਨਮੋਹਨ ਸਿੰਘ ਹੁਣਾਂ ਨੂੰ ਜਦੋਂ ਕਦੀ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦੇ ਬਾਰੇ ਜਾਂ ਮਨਮੋਹਨ ਸਿੰਘ ਹੁਣਾਂ ਦੀ ਸ਼ਖਸੀਅਤ ਦੇ ਬਾਰੇ ਗੱਲਬਾਤ ਕਰਦੇ ਹਾਂ ਤਾਂ ਅਸੀਂ ਆਮ ਤੌਰ 'ਤੇ ਸਭ ਦਾ ਇਹੀ ਮੰਨਣਾ ਹੁੰਦਾ ਕਿ ਉਹ ਬਿਲਕੁਲ ਰਿਸਪੈਕਟਫੁਲ ਨੇਤਾ ਰਹੇ ਨੇ, ਇੱਕ ਬਹੁਤ ਹੀ ਸੰਜੀਦਾ ਕਿਸਮ ਦੇ ਨੇਤਾ ਸੀਗੇ ਔਰ ਭਾਰਤ ਦੀ ਜਿਹੜੇ ਆਪਾਂ ਇਕੋਨਮੀ ਨੂੰ ਲੈ ਕੇ 35 ਸਾਲ ਤੱਕ ਉਹਨਾਂ ਨੇ ਸੇਵਾ ਕੀਤੀ ਆ ਔਰ ਬਹੁਤ ਹੀ ਸਾਫ ਸੁਥਰੇ ਕਰਪਸ਼ਨ ਤੋਂ ਬਿਲਕੁਲ ਅਲੱਗ ਕੰਮ ਕਰਨ ਵਾਲੇ ਔਰ ਕੰਮ ਦੇ ਨਾਲ ਹੀ ਮਤਲਬ ਰੱਖਣ ਵਾਲੇ ਸਾਡੇ ਪ੍ਰਧਾਨ ਮੰਤਰੀ ਸੀ। ਪਰ ਨਰਿੰਦਰ ਮੋਦੀ ਜੀ ਨੇ ਉਹਨਾਂ ਦੀ ਇਸ ਸ਼ਖਸੀਅਤ ਦੇ ਉੱਪਰ ਬੜੀ ਵੱਡੀ ਇੱਕ ਗੱਲ ਕੀਤੀ ਹੈ। ਕਿਤੇ ਨਾ ਕਿਤੇ ਜਿਹੜੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਹੋਏ ਨੇ, ਸੈਂਕੜੇ ਘੁਟਾਲੇ ਹੋਏ ਨੇ, ਜਿਨ੍ਹਾਂ ਦੇ ਵਿੱਚ ਮਨਮੋਹਨ ਸਿੰਘ ਦਾ ਨਾਮ ਜਿਹੜਾ ਹੈ ਸ਼ਾਇਦ ਇੱਕ ਘੁਟਾਲੇ ਦੇ ਵਿੱਚ ਆਇਆ ਸੀ, ਬਾਕੀ ਘੁਟਾਲਿਆਂ ਦੇ ਵਿੱਚ ਉਹਨਾਂ ਦਾ ਨਾਮ ਵੀ ਜਿਹੜਾ ਨਾਮਜ਼ਦ ਨਹੀਂ ਕੀਤਾ ਗਿਆ ਸੀ। ਔਰ ਜਦੋਂ ਮਨਮੋਹਨ ਸਿੰਘ ਹੁਣਾਂ ਦਾ ਨਾਮ ਉਸ ਘੁਟਾਲੇ ਦੇ ਵਿੱਚ ਆਇਆ ਸੀ ਤਕਰੀਬਨ ਸਭ ਨੇ ਉਸ ਗੱਲ ਦੇ ਉੱਪਰ ਵਿਰੋਧ ਵੀ ਕੀਤਾ ਸੀ ਔਰ ਦੁੱਖ ਵੀ ਜ਼ਾਹਰ ਕੀਤਾ ਸੀ ਕਿ ਮਨਮੋਹਨ ਸਿੰਘ ਦੀ ਸ਼ਖਸੀਅਤ ਐਸੀ ਨਹੀਂ ਹੈ ਕਿ ਉਹਨੂੰ ਕਰਪਸ਼ਨ ਦੇ ਚਾਰਜਿਸ ਦੇ ਵਿੱਚ ਜਾਂ ਕਰਪਸ਼ਨ ਦੇ ਉਹਦੇ ਉੱਪਰ ਇਲਜ਼ਾਮ ਲਗਾਏ ਜਾਣ। ਪਰ ਨਰਿੰਦਰ ਮੋਦੀ ਹੁਣਾਂ ਨੇ ਗੱਲਬਾਤ ਕਰਦਿਆਂ ਆਪਣੀ ਪਿੱਠ ਥਪਥਪਾਉਂਦਿਆਂ ਮਨਮੋਹਨ ਸਿੰਘ ਹੁਣਾਂ ਦੇ ਉੱਪਰ ਐਡੀ ਵੱਡੀ ਗੱਲ ਕਹਿ ਦਿੱਤੀ ਕਿ ਮਨਮੋਹਨ ਸਿੰਘ ਜਾਣਦੇ ਨੇ ਕਿ ਰੇਨਕੋਟ ਪਾ ਕੇ ਕਿੱਦਾਂ ਨਹਾਇਆ ਜਾਂਦਾ ਹੈ। ਉਹਨਾਂ ਦਾ ਕਹਿਣ ਦਾ ਮਤਲਬ ਸੀ ਕਿ ਇੰਨੇ ਸਾਰੇ ਘੁਟਾਲੇ ਹੋਣ ਦੇ ਬਾਵਜੂਦ ਵੀ ਮਨਮੋਹਨ ਸਿੰਘ ਦੇ ਉੱਪਰ ਇੱਕ ਵੀ ਛਿੱਟਾ ਜਿਹੜਾ ਹੈਗਾ ਉਹਨਾਂ ਘੁਟਾਲਿਆਂ ਦਾ ਜਿਹੜਾ ਹੈ ਉਹ ਨਹੀਂ ਪਿਆ, ਇੱਕ ਵੀ ਦਾਗ ਉਹਨਾਂ ਦੇ ਉੱਪਰ ਨਹੀਂ ਆ ਕਿ ਕਿਸੇ ਵੀ ਉਹਨਾਂ ਨੂੰ ਘੁਟਾਲੇ ਦੇ ਨਾਲ ਜੋੜ ਕੇ ਜਾਂ ਕਰਪਸ਼ਨ ਦੇ ਨਾਲ ਜੋੜ ਕੇ ਦੇਖਿਆ ਜਾ ਸਕੇ, ਜਿਹਦੇ ਉੱਪਰ ਕਾਂਗਰਸ ਜਿਹੜੀ ਸੀ ਉਹਨੇ ਕਾਫੀ ਤਿੱਖਾ ਪ੍ਰਤੀਕਰਮ ਜਿਹੜਾ ਕੀਤਾ, ਵਾਕਆਊਟ ਵੀ ਕੀਤਾ ਔਰ ਨਰਿੰਦਰ ਮੋਦੀ ਤੋਂ ਇਸ ਬਿਆਨ ਦੇ ਉੱਪਰ ਮਾਫੀ ਮੰਗਣ ਲਈ ਵੀ ਕਿਹਾ। ਗੱਲਬਾਤ ਸ਼ੁਰੂ ਕਰਾਂਗੇ ਆਪਾਂ ਇਸੇ ਗੱਲਬਾਤ ਤੋਂ, ਨਾਲ ਬਾਕੀ ਪੁਆਇੰਟ ਵੀ ਡਿਸਕਸ ਕਰਦੇ ਜਾਵਾਂਗੇ। ਸ਼ੁਰੂ ਕਰਦੇ ਹਾਂ ਜੀ ਅਜੀਤ ਜੀ ਤੋਂ। ਅਜੀਤ ਜੀ, ਕੀ ਲੱਗਦਾ ਤੁਹਾਨੂੰ ਮੋਦੀ ਬੀਇੰਗ ਏ ਪ੍ਰਾਈਮ ਮਿਨਿਸਟਰ, ਕੀ ਉਹਨਾਂ ਦਾ ਜਿਸ ਜਿਹੜਾ ਇਹ ਲਹਿਜਾ ਰਿਹਾ ਉੱਥੇ ਗੱਲਬਾਤ ਕਰਨ ਦਾ, ਉਹਨਾਂ ਨੇ ਭਗਵੰਤ ਮਾਨ ਦੇ ਉੱਪਰ ਵੀ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਸੀ, ਮਨਮੋਹਨ ਸਿੰਘ ਹੁਣਾਂ ਦੇ ਉੱਪਰ ਜਿਸ ਤਰੀਕੇ ਦੀ ਉਹਨਾਂ ਨੇ ਟਿੱਪਣੀ ਕੀਤੀ ਹੈ, ਕੀ ਇਹਨੂੰ ਤੁਸੀਂ ਠੀਕ ਮੰਨਦੇ ਹੋ ਜਾਂ ਤੁਸੀਂ ਉਹਨਾਂ ਦੇ ਇਸ ਬਿਆਨ ਦੇ ਨਾਲ ਜਾਣਦੇ ਹੋ ਕਿ ਮਨਮੋਹਨ ਸਿੰਘ ਵੀ ਕਿਤੇ ਨਾ ਕਿਤੇ ਜਿੰਨੇ ਵੀ ਘੁਟਾਲੇ ਯੂਪੀਏ ਸਰਕਾਰ ਵੇਲੇ ਹੋਏ ਆ ਉਹਨਾਂ ਦੇ ਵਿੱਚ ਇਨਵੋਲਵ ਸੀ? ਹਰਪ੍ਰੀਤ ਜੀ, ਸੌਰੀ ਸਿੰਧ ਸਾਹਿਬ, ਮੈਨੂੰ ਨਹੀਂ ਲੱਗਦਾ ਵੀ ਕਿਤੇ ਨਰਿੰਦਰ ਮੋਦੀ ਨੇ ਉਹਨਾਂ ਨੂੰ ਘੁਟਾਲਿਆਂ 'ਚ ਲਿਪਤ ਕਿਹਾ। ਕੱਲ ਨੂੰ ਕੋਈ ਗੱਲ ਨਿਕਲ ਆਵੇ ਜਾਂ ਇਸ ਤੋਂ ਪਹਿਲਾਂ ਕੋਈ ਇਸ਼ਾਰਾ ਮਾਤਰ ਗੱਲ ਕੀਤੀ ਹੋਵੇ, ਮੈਂ ਉਹਦੀ ਗੱਲ ਨਹੀਂ ਕਰਦਾ, ਮੈਂ ਇਸ ਬਿਆਨ ਉਹਨਾਂ ਦਾ ਮਤਲਬ ਕੀ ਆ? ਉਹਨਾਂ ਦਾ ਮਤਲਬ ਕੀ ਹੈ ਕਿ ਇਹਨਾਂ ਦੇ ਉੱਪਰ ਕਦੀ ਛਿੱਟਾ ਪਿਆ ਹੀ ਨਹੀਂ, ਇੰਨੇ ਸਾਰੇ ਘੁਟਾਲੇ ਹੋ ਗਏ, ਇਹ ਆਪਣੇ ਆਪ ਨੂੰ ਕਿੱਦਾਂ ਬਚਾ ਲੈਂਦੇ ਨੇ? ਉਹਨਾਂ ਦਾ ਮਤਲਬ ਸਾਫ਼ ਹੈ। ਹਾਂ, ਮਤਲਬ ਸਾਫ਼ ਹੈ ਕਿ ਇੰਨੇ ਘੁਟਾਲੇ ਇਹਨਾਂ ਦੇ ਜਿਹੜੇ ਹੈਗੇ ਕਾਰਜਕਾਲ ਦੇ ਵਿੱਚ ਹੋਏ, ਪਰ ਇਹਨਾਂ ਤੇ ਕੋਈ ਦਾਗ ਨਹੀਂ ਹੈਗਾ।
ਦਾਗ ਦਾ ਉਹ ਜਿਹੜਾ ਉਹਨਾਂ ਨੇ ਇਹ ਚੀਜ਼ ਖਾਸ ਕਰਕੇ ਵਰਤੀ ਹੈ, ਮੈਟਾਫਰ ਵਰਤਿਆ ਹੈ ਕਿ ਬਾਥਰੂਮ ਦੇ ਵਿੱਚ ਰੇਨਕੋਟ ਪਾ ਕੇ ਨਹਾਉਣ ਵਾਲੀ ਗੱਲ, ਕਿ ਨਹਾ ਤੇ ਲੈਣਾ ਰੇਨਕੋਟ ਪਾ ਕੇ ਪਰ ਆਪਣੇ ਸਰੀਰ ਨੂੰ ਪਾਣੀ ਬਿਲਕੁਲ ਨਹੀਂ ਲੱਗਣ ਦੇਣਾ। ਉਹਦਾ ਭਾਵ ਇਹ ਸੀ ਕਿ ਇਹ ਕੀ ਮੁਹਾਰਤ ਇਹਨਾਂ ਦੇ ਕੋਲੇ ਕਿ ਇਹਨਾਂ ਨੇ ਆਪਣੇ ਤੇ ਦਾਗ ਲੱਗਣ ਨਹੀਂ ਲੱਗਿਆ। ਉਹਨਾਂ ਦੇ ਕਹਿਣ ਮੁਤਾਬਕ ਜਾਂ ਬੀਜੇਪੀ ਦੇ ਕਹਿਣ ਮੁਤਾਬਕ 12 ਲੱਖ ਰੁਪਏ ਦੇ 12 ਲੱਖ ਕਰੋੜ ਦੇ ਘੁਟਾਲੇ ਤਾਂ ਹੋ ਗਏ, ਪਰ ਮਨਮੋਹਨ ਸਿੰਘ ਜੀ ਸਾਫ਼ ਸੁਥਰੇ ਨੇ। ਉਹਨਾਂ ਦੀ ਇਸ ਜਿਵੇਂ ਕਾਂਗਰਸ ਪਾਰਟੀ ਉਹਨਾਂ ਦੀ ਸ਼ਖਸੀਅਤ ਨੂੰ ਪੇਸ਼ ਕਰਨੀ ਚਾਹੁੰਦੀ ਹੈ, ਤੇ ਹੋਰ ਵੀ ਬਿਨਾਂ ਕਾਂਗਰਸ ਪਾਰਟੀ ਤੇ ਲੋਕ ਵਿਸ਼ਵਾਸ ਕਰਦੇ ਨੇ ਕਿ ਜਾਤੀ ਤੌਰ ਤੇ ਇਹ ਕਦੇ ਕਰਪਟ ਨਹੀਂ ਹੋ ਸਕਦੇ। ਉਹਨਾਂ ਨੇ ਉਹਨਾਂ ਦੀ ਇਸ ਸਥਿਤੀ ਨੂੰ, ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਸਮਾਜਿਕ ਉਹਨਾਂ ਦੇ ਬਾਰੇ ਇੱਕ ਧਾਰਨਾ ਬਣੀ ਹੋਈ ਹੈ, ਉਹਦੇ ਉੱਤੇ ਇੱਕ ਜਿਹਨੂੰ ਜੁਮਲਾ ਕਹਿ ਲਓ, ਕੁਛ ਕਹਿ ਲਓ, ਜਾਂ ਇੱਕ ਮਜ਼ਾਕੀਆ ਲਹਿਜੇ ਵਿੱਚ ਉਹਦਾ ਡਿਸਕ੍ਰਾਈਬ ਕੀਤਾ। ਨਹੀਂ ਜੀ ਨਹੀਂ, ਇਸ ਤੋਂ ਬਾਅਦ ਉਹਦਾ ਮਤਲਬ ਅਜੀਤ ਜੀ ਸਾਫ਼ ਇਲਜ਼ਾਮ ਬਣਦਾ ਆ, ਉਹਦਾ ਮਤਲਬ ਇਲਜ਼ਾਮ ਬਣਦਾ ਹੈ ਕਿ ਮਨਮੋਹਨ ਸਿੰਘ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਉਸ ਕਰਪਸ਼ਨ ਦੇ ਵਿੱਚ ਸੀ, ਪਰ ਆਪਣਾ ਉਹਨੇ ਰੇਨਕੋਟ ਪਾ ਕੇ ਰੱਖਿਆ। ਉਹਨੂੰ ਇਸ ਤਰ੍ਹਾਂ ਕਰਦੇ ਆ, ਤੁਸੀਂ ਕਹਿ ਰਹੇ ਹੋ, ਪਰ ਅਸਲ 'ਚ ਮਤਲਬ ਰੇਨਕੋਟ ਪਾ ਕੇ ਕਿਆ ਪਾਣੀ ਪਿੰਡੇ ਨੂੰ ਲੱਗਦਾ ਹੁੰਦਾ ਹੈ? ਉਹੀ ਤਾਂ ਕਹਿ ਰਿਹਾ ਕਿ ਉਹਨਾਂ ਦਾ ਸਾਫ਼ ਕਹਿਣਾ ਹੈ। ਕੀ ਕਾਰਨ ਹੈ ਕਿ ਉਹਨਾਂ ਨੂੰ ਉਹ ਸੁੱਕੇ ਦੇ ਸੁੱਕੇ ਨੇ ਤੇ ਪਾਣੀ ਉੱਤੋਂ ਦੀ ਪਾ ਕੇ ਟੂਟੀ ਛੱਡ ਲਈ ਹੈ, ਫੁਆਰਾ ਛੱਡ ਲਿਆ ਹੈ, ਪਰ ਉਹ ਸੁੱਕੇ ਦੇ ਸੁੱਕੇ ਨੇ, ਘੁਟਾਲੇ ਹੋਏ ਨੇ, ਪਰ ਕਿਤੇ ਉਹਨਾਂ ਦਾ ਨਾਂ ਨਹੀਂ, ਜਾਂ ਉਹ ਇਹ ਪ੍ਰਜ਼ਿਊਮ ਕਰਦੇ ਨੇ ਆਪਣੇ ਬਾਰੇ, ਜਾਂ ਕਾਂਗਰਸ ਪ੍ਰਜ਼ਿਊਮ ਕਰਦੀ ਹੈ, ਇਹ ਕਿਤੇ ਇਨਵੋਲਵ ਹੈ ਨਹੀਂ। ਪਰ ਇੱਕ ਚੀਜ਼ ਹੈ, ਜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਤੇ ਇਲਜ਼ਾਮ ਲਾਉਣੇ ਨੇ, ਪਰ ਤੁਸੀਂ ਇੱਕ ਚੀਜ਼ ਨੂੰ ਦੇਖੋ ਕਿ ਇੱਕ ਸਰਕਾਰ ਦੇ ਵਿੱਚ ਐਡੇ ਵੱਡੇ ਘੁਟਾਲੇ ਹੋ ਜਾਣ ਤਾਂ ਤੁਸੀਂ ਇਹਨੂੰ ਪ੍ਰਜ਼ਿਊਮ ਕਰ ਸਕਦੇ ਹੋ ਕਿ ਉਹ ਬੰਦਾ ਘੱਟੋ ਘੱਟ ਇਹਨਾਂ ਸਾਰਾ ਕੁਝ ਨੂੰ ਹੋਣ ਦਾ ਕਿਤੇ ਨਾ ਕਿਤੇ ਉਹਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਕਿ ਉਹਦੇ ਨੱਕ ਦੇ ਥੱਲੇ ਸਾਰਾ ਕੁਝ ਹੁੰਦਾ ਰਿਹਾ, ਉਹਨੇ ਉਹਦੇ ਬਾਰੇ ਕੋਈ ਆਵਾਜ਼ ਨਹੀਂ ਉਠਾਈ। ਉਸ ਤਰੀਕੇ ਦੇ ਨਾਲ ਜੀ ਦੋਸ਼ੀ ਠਹਿਰਾ ਸਕਦੇ ਆ, ਉਸ ਤਰੀਕੇ ਦੇ ਨਾਲ ਦੋਸ਼ੀ ਠਹਿਰਾ ਸਕਦੇ ਆ। ਜਦੋਂ ਉਹਨਾਂ ਨੇ ਡੀਮੋਨੇਟਾਈਜੇਸ਼ਨ ਬਾਰੇ ਕਿਹਾ ਸੀ ਕਿ ਦਿਸ ਇਜ਼ ਅ ਆਰਗੇਨਾਈਜ਼ਡ ਲੂਟ, ਤਾਂ ਹੁਣ ਤਾਂ ਉਹਨਾਂ ਨੂੰ ਆਰਗੇਨਾਈਜ਼ਡ ਲੂਟ ਨਜ਼ਰ ਆਈ ਉਹਦੇ ਵਿੱਚ। ਮੈਂ ਉਹਦੇ ਪ੍ਰੋ ਐਂਡ ਕੋਨਸ ਤੇ ਕੋਈ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਮਨਮੋਹਨ ਸਿੰਘ ਉਹਨਾਂ ਦੇ ਜਿਹੜੇ ਰਿਮਾਰਕ ਸੀ ਉਹਦੀ ਗੱਲ ਕਰ ਰਿਹਾ। ਹੁਣ ਤਾਂ ਉਹਨਾਂ ਨੂੰ ਲੂਟ ਨਜ਼ਰ ਆਈ, ਪਰ ਜਦੋਂ 12 ਲੱਖ ਕਰੋੜ ਦੇ ਘੁਟਾਲੇ ਉਹਨਾਂ ਦੇ ਰਾਜਕਾਲ ਦੇ ਵਿੱਚ ਹੋਏ ਨੇ, ਉਹਨਾਂ 'ਚੋਂ ਨਜ਼ਰ ਨਹੀਂ ਆਇਆ ਕਿ ਕਿਤੇ ਵੀ ਉਹਨਾਂ ਨੇ ਕੋਈ ਰਿਮਾਰਕਸ ਨਹੀਂ ਪੇਸ਼ ਕੀਤਾ। ਤੇ ਨੇਚਰਲੀ ਜਿਹੜੀ ਵਿਰੋਧੀ ਪਾਰਟੀ ਉਹਨਾਂ ਦੀ ਇਸ ਸਥਿਤੀ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਜ਼ਿਆਦਾ ਉਹਦੇ ਵਿੱਚ ਕੁਝ ਨਹੀਂ ਹੈਗਾ। ਨਾ ਉਹਨਾਂ ਨੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਦੋਸ਼ ਆਇਦ ਕਰਤਾ ਜਾਂ ਉਹਨਾਂ ਨੂੰ ਦੋਸ਼ੀ ਗਰਦਾਨ ਦਿੱਤਾ। ਜੀ ਜੀ ਜੀ, ਮੈਂ ਚਾਹਾਂਗਾ ਕਿ ਸੀਪੀ ਜੀ ਨੂੰ ਲਿਆ ਜਾਵੇ ਨਾਲ। ਸੀਪੀ ਜੀ, ਕੀ ਮੰਨਣਾ ਤੁਹਾਡਾ ਜੀ ਮੋਦੀ ਸਾਹਿਬ ਦੇ ਇਸ ਮਨਮੋਹਨ ਸਿੰਘ ਉਹਨਾਂ ਦੇ ਬਿਆਨ ਤੇ? ਕੁਲਵੀਰ ਜੀ, ਅਸੀਂ ਇੱਕ ਚੀਜ਼ ਨਾ ਭੁੱਲੀਏ ਕਿ ਚਾਹੇ ਉਹ ਨਰਿੰਦਰ ਮੋਦੀ ਜੀ ਹੋਣ, ਚਾਹੇ ਉਹ ਮਨਮੋਹਨ ਸਿੰਘ ਜੀ ਹੋਣ, ਦੋਨੋਂ ਹੀ ਕਿਸੇ ਨਾ ਕਿਸੇ ਪਾਰਟੀ ਨਾਲ ਤਾਲੁਕ ਰੱਖਦੇ ਨੇ। ਇੱਕ ਬੰਦਾ ਰੂਲਿੰਗ ਗਵਰਨਮੈਂਟ ਦੇ ਵਿੱਚ ਔਰ ਇੱਕ ਆਪੋਜੀਸ਼ਨ 'ਚ ਬੈਠਾ ਹੈ। ਨੋ ਡਾਊਟ ਉਹਨਾਂ ਦੀ ਕੀ ਪਰਸਨਲ ਸਾਖ ਹੈ। ਮਨਮੋਹਨ ਸਿੰਘ ਨੇ ਜੋ ਰੂਲ ਕੀਤਾ ਇੰਡੀਆ ਦੇ ਵਿੱਚ 10 ਸਾਲ ਦਾ, ਉਹ ਇੱਕ ਪਾਰਟੀ ਵੱਲੋਂ ਰੂਲ ਕੀਤਾ ਗਿਆ ਸੀ। ਔਰ ਜੇ ਅਸੀਂ ਪਰਸਨਲ ਮਨਮੋਹਨ ਸਿੰਘ ਦੇ ਸਾਖ ਦੀ ਗੱਲ ਕਰੀਏ ਤਾਂ ਉਹ ਉਸ ਤੋਂ ਭੱਜ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਜਿਹੜੀ ਪਾਰਟੀ ਵੱਲੋਂ ਜਿਹੜੇ ਘੁਟਾਲੇ ਹੋਏ ਸੀ, ਮਲਟੀ ਕਰੋੜ ਸਕੈਮਸ ਜਿਹੜੇ ਉਦੋਂ ਸਾਹਮਣੇ ਆਏ ਸੀਗੇ, ਨੋ ਡਾਊਟ ਚਾਹੇ ਉਹਦੇ ਚ ਮਨਮੋਹਨ ਸਿੰਘ ਜੀ ਦਾ ਨਾਮ ਸ਼ਮੂਲੀਅਤ ਨਹੀਂ ਸੀਗੀ, ਬਟ ਫਿਰ ਵੀ ਕਿਤੇ ਨਾ ਕਿਤੇ ਬੀਇੰਗ ਅ ਲੀਡਰ ਆਫ ਦੈਟ ਪਾਰਟੀ ਉਹਨਾਂ ਦੀ ਰਿਸਪੌਂਸਿਬਿਲਿਟੀ ਜ਼ਰੂਰ ਬਣਦੀ ਉਸ ਚੀਜ਼ ਦੀ। ਔਰ ਇਸ ਚੀਜ਼ ਨੂੰ ਸ਼ਾਇਦ ਨਰਿੰਦਰ ਮੋਦੀ ਨੇ ਅਸੈਂਬਲੀ ਦੇ ਵਿੱਚ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ। ਪਰ ਇੱਕ ਚੀਜ਼ ਇਹਦੇ ਚ ਮੈਨੂੰ ਠੀਕ ਨਹੀਂ ਲੱਗੀ, ਬੀਇੰਗ ਅ ਪ੍ਰਾਈਮ ਮਿਨਿਸਟਰ ਜਦੋਂ ਤੁਸੀਂ ਏਦਾਂ ਦੇ ਵਾਰ ਕਰਦੇ ਹੋ, ਉਹ ਵੀ ਅਸੈਂਬਲੀ ਦੇ ਵਿੱਚ, ਜਦੋਂ ਕਿ ਤੁਸੀਂ ਵੋਟ ਆਫ ਥੈਂਕਸ ਕਰ ਰਹੇ ਹੋ ਪ੍ਰੈਜ਼ੀਡੈਂਟ ਵਾਸਤੇ, ਉਦੋਂ ਇਹ ਚੀਜ਼ ਇੱਕ ਪ੍ਰਾਈਮ ਮਿਨਿਸਟਰ ਦੇ ਮੂੰਹ ਤੋਂ ਨਹੀਂ ਚੰਗੀ ਲੱਗਦੀ। ਕਿਉਂਕਿ ਤੁਸੀਂ ਵੋਟ ਆਫ ਥੈਂਕਸ ਦੇ ਸਪੀਚ ਦੇ ਵਿੱਚ ਤੁਸੀਂ ਆਪਣੀ ਉਪਲਬਧੀਆਂ ਦਾ ਜ਼ਰੂਰ ਗਿਣਾ ਸਕਦੇ ਹੋ, ਪਰ ਤੁਸੀਂ ਏਦਾਂ ਦੀ ਸ਼ਬਦਾਵਲੀ ਜਦੋਂ ਯੂਜ਼ ਕਰਦੇ ਹੋ, ਚਾਹੇ ਉਹ ਕਰਪਟ ਹੈ ਬੰਦਾ, ਚਾਹੇ ਉਹ ਕਰਪਟ ਨਹੀਂ ਹੈ, ਇਹ ਇੱਕ ਵੱਖਰੀ ਚੀਜ਼ ਹੈ। ਲੇਕਿਨ ਤੁਸੀਂ ਬੀਇੰਗ ਅ ਪ੍ਰੈਜ਼ੀਡੈਂਟ ਏਦਾਂ ਦੀ ਚੀਜ਼ ਨੂੰ ਜਦੋਂ ਲੋਕਾਂ ਦੇ ਸਾਹਮਣੇ ਰੱਖਦੇ ਹੋ, ਕਿਉਂਕਿ ਆਲ ਓਵਰ ਵਰਲਡ ਤੁਹਾਨੂੰ ਲਾਈਵ ਦੇਖ ਰਿਹਾ ਹੁੰਦਾ ਹਰ ਕੋਈ, ਉਸ ਵੇਲੇ ਇਦਾਂ ਦੀ ਚੀਜ਼ ਜਿਹੜੀ ਹੈ, ਤਿੱਖੇ ਵਾਰ ਕਰਨੇ ਕਿਸੇ ਆਪੋਜੀਸ਼ਨ ਦੇ ਉੱਪਰ, ਇਹ ਤਾਂ ਇੱਕ ਤੁਸੀਂ ਕਹਿ ਲਓ ਕਿ ਪਾਰਟੀ ਦੀ ਰੈਲੀ ਬਣ ਕੇ ਹੋ ਜਾਂਦਾ ਹੈ। ਲੇਕਿਨ ਅਸੈਂਬਲੀ ਨੂੰ ਸਪੀਚ ਕਰਨਾ ਔਰ ਪਾਰਟੀ ਦੀ ਰੈਲੀ ਨੂੰ ਸਪੀਚ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਬੀਇੰਗ ਅ ਪ੍ਰੈਜ਼ੀਡੈਂਟ ਤੁਸੀਂ ਏਦਾਂ ਦੀ ਸ਼ਬਦਾਵਲੀ ਨਹੀਂ ਯੂਜ਼ ਕਰਨੀ ਚਾਹੀਦੀ। ਕਾਫੀ ਗੱਲਾਂ ਉਹਨਾਂ ਨੇ ਕੱਲ ਏਦਾਂ ਦੀਆਂ ਕਹੀਆਂ, ਰੇਨਕੋਟ ਵਾਲੀ ਗੱਲ ਲੈ ਲਓ, ਜਾਂ ਡੀਮੋਨਟਾਈਜੇਸ਼ਨ ਦੇ ਉੱਪਰ ਜਦੋਂ ਉਹਨਾਂ ਨੇ ਆਰਗੇਨਾਈਜ਼ਡ ਲੂਟ ਕਿਹਾ ਸੀਗਾ ਪ੍ਰਾਈਮ ਮਿਨਿਸਟਰ, ਐਕਸ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਨੇ, ਉਹਦੇ ਉੱਪਰ ਵੀ ਉਹਨਾਂ ਨੇ ਕਾਫੀ ਕਟਾਕਸ਼
ਕੀਤਾ। ਆਮ ਆਦਮੀ ਦੇ ਉੱਪਰ ਵੀ ਉਹਨਾਂ ਨੇ, ਪਾਰਟੀ ਦੇ ਉੱਪਰ ਵੀ ਉਹਨਾਂ ਨੇ ਕਾਫੀ ਗੱਲਾਂ ਕਹੀਆਂ। ਸੋ ਮੈਂ ਤਾਂ ਇਹੀ ਕਹੂੰਗਾ ਕਿ ਮੈਨੂੰ ਐਜ਼ ਅ ਪ੍ਰੈਜ਼ੀਡੈਂਟ ਜੇ ਮੈਂ ਮੋਦੀ ਨੂੰ ਦੇਖਾਂ ਤਾਂ ਇਹ ਸਪੀਚ ਨਹੀਂ ਠੀਕ ਲੱਗੀ। ਹਾਂ, ਅਗਰ ਇੱਕ ਬੀਜੇਪੀ ਦਾ ਸੁਪਰੀਮੋ ਗੱਲ ਕਰੇ ਇਦਾਂ ਦੀ ਤਾਂ ਅਲੱਗ ਚੀਜ਼ ਹੈ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਇਦਾਂ ਦੀ ਸਪੀਚ ਅਸੈਂਬਲੀ ਦੇ ਵਿੱਚ ਨਹੀਂ ਠੀਕ ਲੱਗਦੀ। ਜੀ ਸ਼ਬਦੀਪ ਜੀ। ਹੈਪੀ ਜੀ, ਆਪਣਾ ਕੁਲਵੀਰ ਜੀ, ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੇਲੇ ਆਰਐਸਐਸ ਦੇ ਪ੍ਰਚਾਰਕ ਹੋਇਆ ਕਰਦੇ ਸਨ। ਜੀ ਉਸ ਤੋਂ ਬਾਅਦ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਗੁਜਰਾਤ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਚਾਰਕ ਦੇ ਤੌਰ ਦੇ ਉੱਤੇ ਕੰਮ ਕਰਦੇ ਨੇ। ਪਰ ਪਾਰਟੀ ਦੇ ਪ੍ਰਚਾਰਕ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਵਿੱਚ ਕਾਫੀ ਜ਼ਿਆਦਾ ਫਰਕ ਹੋਣਾ ਚਾਹੀਦਾ ਹੈ, ਖਾਸ ਕਰਕੇ ਉਦੋਂ ਜਦੋਂ ਤੁਸੀਂ ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੋਵੇ, ਜਦੋਂ ਤੁਸੀਂ ਇੱਕ ਚੀਜ਼ ਦਾ ਜਵਾਬ ਦੇਣਾ ਹੋਵੇ, ਉਹਨਾਂ ਉੱਠੇ ਹੋਏ ਸਵਾਲਾਂ ਨੂੰ ਡੀਲ ਕਰਨਾ ਹੋਵੇ ਜਿਹੜੇ ਵਿਰੋਧੀ ਧਿਰ ਵੱਲੋਂ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਉਠਾਏ ਗਏ ਸਨ। ਸਵਾਲ ਇਹ ਹੈ ਕਿ ਰਾਸ਼ਟਰਪਤੀ ਦਾ ਭਾਸ਼ਣ ਸਾਡੇ ਦੇਸ਼ ਦੇ ਵਿੱਚ ਆਲਰੇਡੀ ਸਰਕਾਰ ਦੁਆਰਾ ਤਿਆਰ ਕੀਤਾ ਭਾਸ਼ਣ ਹੁੰਦਾ ਹੈ। ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੁੰਦੀ ਕਿ ਰਾਸ਼ਟਰਪਤੀ ਨੇ ਕੋਈ ਐਸੀ ਵਿਵਾਦਤ ਗੱਲ ਕਰ ਦਿੱਤੀ ਹੋਵੇ ਜਿਹਦੇ ਉੱਤੇ ਪ੍ਰਧਾਨ ਮੰਤਰੀ ਨੂੰ ਜਵਾਬ ਦੇਣਾ ਔਖਾ ਹੋ ਗਿਆ ਹੋਵੇ। ਉਹ ਆਲਰੇਡੀ ਪ੍ਰਧਾਨ ਮੰਤਰੀ ਦਾ ਹੀ ਭਾਸ਼ਣ ਹੁੰਦਾ, ਇੱਕ ਤਰ੍ਹਾਂ ਨਾਲ ਜਿਹੜਾ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਉਹ ਦੇਸ਼ ਦੀ ਸਰਕਾਰ ਦਾ ਹੀ ਭਾਸ਼ਣ ਹੁੰਦਾ। ਉਹਦੇ ਉੱਤੇ ਜੇ ਕੋਈ ਛੋਟੇ ਮੋਟੇ ਜਾਂ ਵੱਡੇ ਵੱਡੇ ਸਵਾਲ ਵੀ ਪੈਦਾ ਕਰ ਦਿੱਤੇ ਜਾਂਦੇ ਨੇ ਆਪੋਜੀਸ਼ਨ ਵੱਲੋਂ, ਤਾਂ ਇੱਕ ਪ੍ਰਧਾਨ ਮੰਤਰੀ ਦਾ ਹੱਕ ਬਣਦਾ ਵਾ ਕਿ ਉਹ ਉਹਨਾਂ ਬਾਰੇ ਜਵਾਬ ਦੇਵੇ ਤੇ ਪ੍ਰਧਾਨ ਮੰਤਰੀ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਆਪਣੇ ਆਪ ਨੂੰ ਉਸ ਦਾਇਰੇ 'ਚ ਰੱਖ ਕੇ ਗੱਲ ਕਰੇ ਜਿਸ ਦਾਇਰੇ ਦੇ ਵਿੱਚ ਸਵਾਲ ਉਠਾਏ ਗਏ ਨੇ। ਸਵਾਲ ਤਾਂ ਇਸ ਗੱਲ ਲਈ ਉਠਾਏ ਗਏ ਨੇ ਕਿ ਨੋਟਬੰਦੀ ਕਿਵੇਂ ਸਾਰਥਕ ਹੈ। ਸਵਾਲ ਤਾਂ ਇਸ ਗੱਲ ਦੇ ਉਠਾਏ ਗਏ ਨੇ ਕਿ ਜਿਹੜੇ ਲੋਕ ਲਾਈਨਾਂ ਦੇ ਵਿੱਚ ਮਰ ਗਏ ਉਹਨਾਂ ਪ੍ਰਤੀ ਸੰਵੇਦਨਾ ਰਾਸ਼ਟਰਪਤੀ ਦੇ ਭਾਸ਼ਣ ਦੇ ਵਿੱਚ ਗੈਰ ਹਾਜ਼ਰ ਕਿਉਂ ਹੈ, ਉਹਦੇ ਵਿੱਚ ਸ਼ਾਮਲ ਕਿਉਂ ਨਹੀਂ ਕਰ ਲਈ ਜਾਂਦੀ। ਸਵਾਲ ਤਾਂ ਇਸ ਗੱਲ ਲਈ ਉਠਾਏ ਗਏ ਨੇ ਕਿ ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ ਨੇ, ਛੋਟੇ ਕਾਰੋਬਾਰੀ ਬਹੁਤ ਵੱਡੀ ਪੱਧਰ ਦੇ ਉੱਤੇ ਤਬਾਹ ਹੋ ਗਏ ਨੇ। ਇਹਨਾਂ ਗੱਲਾਂ ਦਾ ਜਵਾਬ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਕਿਸੇ ਮੰਤਰੀ ਨੇ ਨਹੀਂ ਦਿੱਤਾ, ਬਲਕਿ ਇਹਦੇ ਉਲਟ ਦੇ ਵਿੱਚ ਤੁਸੀਂ ਸਾਰਾ ਕੁਝ ਉਹ ਗਿਣਾ ਦਿੰਦੇ ਹੋ ਜਿਹੜਾ ਘੱਟੋ ਘੱਟ ਇਸ ਭਾਸ਼ਣ ਨਾਲ ਕੰਸਰਨ ਨਹੀਂ ਆ, ਜਿਹੜੇ ਭਾਸ਼ਣ ਦੇ ਉੱਤੇ ਬਹਿਸ ਹੋ ਰਹੀ ਸੀ ਤੇ ਜਿਹੜੇ ਭਾਸ਼ਣ ਦੇ ਉੱਤੇ ਪ੍ਰਧਾਨ ਮੰਤਰੀ ਧੰਨਵਾਦ ਦਾ ਮਤਾ ਪੇਸ਼ ਕਰ ਰਹੇ ਸਨ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਮਨਮੋਹਨ ਸਿੰਘ ਨੇ ਹੁਣ ਤੱਕ ਜਦੋਂ ਕਦੇ ਵੀ ਗੱਲ ਕੀਤੀ ਆ ਉਹਨਾਂ ਨੇ ਨੀਤੀਗਤ ਆਧਾਰ ਦੇ ਉੱਤੇ ਦੂਜੀ ਪਾਰਟੀ ਦੇ, ਦੂਜੀ ਸਰਕਾਰ ਦੇ ਉੱਤੇ ਬੇਸ਼ੱਕ ਕੋਈ ਕਟਾਕਸ਼ ਕੱਸਿਆ ਹੋਵੇ ਪਰ ਉਹਨਾਂ ਨੇ ਕਦੇ ਵਿਅਕਤੀਗਤ ਪੱਧਰ ਉੱਤੇ ਕਿਸੇ ਦੇ ਉੱਤੇ ਅਟੈਕ ਨਹੀਂ ਕੀਤਾ। ਇਹ ਉਹਨਾਂ ਦੀ ਵਡਿਆਈ ਹੈ ਔਰ ਇਸ ਵਡਿਆਈ ਦੇ ਲਈ ਉਹਨਾਂ ਨੂੰ ਮਾਣ ਜਾਣਾ ਚਾਹੀਦਾ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਤੀਗਤ ਸਵਾਲਾਂ ਦਾ ਜਵਾਬ ਦੇਣ ਵਾਲੇ ਵਿਅਕਤੀਗਤ ਅਟੈਕ ਕਰਦੇ ਨੇ ਔਰ ਮੈਂ ਸਮਝਦਾ ਇਹ ਉਹਨਾਂ ਦੀ ਬੁਰਾਈ ਹੈ, ਇਹ ਉਹਨਾਂ ਦੀ ਕੋਈ ਵਡਿਆਈ ਨਹੀਂ ਹੈ। ਔਰ ਮੈਂ ਕੱਲ ਵੀ ਕਿਹਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਇਸ ਤਰ੍ਹਾਂ ਦਾ ਭਾਸ਼ਣ ਕਰਦੇ ਨੇ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ ਮੈਂ ਕਾਫੀ ਸ਼ਰਮਸਾਰ ਮਹਿਸੂਸ ਕਰਦਾ ਕਿ ਮੈਨੂੰ ਇੱਕ ਐਸੇ ਪ੍ਰਧਾਨ ਮੰਤਰੀ ਦੇ ਅੰਡਰ ਕੰਮ ਕਰਨਾ ਪੈ ਰਿਹਾ, ਇੱਕ ਐਸੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਭਾਰਤੀ ਨਾਗਰਿਕ ਵਜੋਂ ਜੀਣਾ ਪੈ ਗਿਆ ਜਿਹੜਾ ਝੂਠ ਦੀ ਹੱਦ ਤੱਕ ਜਾ ਕੇ ਗੱਲਾਂ ਕਰ ਸਕਦਾ ਔਰ ਸੱਚ ਦਾ ਕਦੇ ਵੀ ਸਾਹਮਣਾ ਕਰਨਾ ਪਸੰਦ ਨਹੀਂ ਕਰਦਾ। ਹਾਲਾਂਕਿ ਮੈਂ ਕੋਈ ਮਨਮੋਹਨ ਸਿੰਘ ਦਾ ਬਿਲਕੁਲ ਵੀ ਫੈਨ ਨਹੀਂ ਆ। ਮੈਂ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਵੱਧ ਵਾਰ ਕਹਿ ਚੁੱਕਾ ਕਿ ਅਰੁਣ ਜੇਤਲੀ ਸਾਹਿਬ ਨੇ ਐਲਾਨੀਆ ਤੌਰ ਦੇ ਉੱਤੇ ਕਿਹਾ ਵਾ ਕਿ ਅਸੀਂ ਉਹਨਾਂ ਹੀ ਨੀਤੀਆਂ ਨੂੰ ਕੰਟੀਨਿਊ ਕਰਾਂਗੇ ਜਿਹੜੀਆਂ ਨਰਸਿਮਹਾ ਰਾਓ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਸੀ। ਨਰਸਿਮਹਾ ਰਾਓ ਸਰਕਾਰ ਦੀਆਂ ਨੀਤੀਆਂ ਬਾਰੇ ਕਹਿ ਜਾਣ ਦੀ ਜ਼ਰੂਰਤ ਨਹੀਂ ਕਿ ਉਹ ਬੇਸਿਕਲੀ ਪ੍ਰਧਾਨ ਮੰਤਰੀ ਬਣਨ ਵਾਲੇ ਮਨਮੋਹਨ ਸਿੰਘ ਦੀਆਂ ਨੀਤੀਆਂ ਹੀ ਹੋਇਆ ਕਰਦੀਆਂ ਸਨ। ਜਿੱਥੋਂ ਤੱਕ ਡਾਕਟਰ ਮਨਮੋਹਨ ਸਿੰਘ ਦਾ ਸੰਬੰਧ ਹੈ 70ਵਿਆਂ ਤੱਕ ਉਹ ਸੈਲਫ ਰਿਲਾਇੰਸ ਦੀ ਭਾਰਤੀ ਆਰਥਿਕਤਾ ਦੀਆਂ ਗੱਲਾਂ ਕਰਦੇ ਰਹੇ ਪਰ ਹੌਲੀ ਹੌਲੀ ਉਹਨਾਂ ਨੇ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਜਿਹੜਾ ਨੀਤੀਗਤ ਮਾਡਲ ਭਾਰਤ ਦੇ ਲਈ ਲੈ ਕੇ ਆਂਦਾ ਮੈਂ ਉਸ ਮਾਡਲ ਦੇ ਨਾਲ ਕਦੇ ਵੀ ਐਗਰੀ ਨਹੀਂ ਕੀਤਾ। ਮੈਂ ਉਸ ਮਾਡਲ ਨੂੰ ਹਮੇਸ਼ਾ ਇਸ ਗੱਲ ਲਈ ਮੰਨਦਾ ਕਿ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ, ਵਿੱਤ ਮੰਤਰੀ ਦੇ ਤੌਰ ਦੇ ਉੱਤੇ, RBI ਦੇ ਗਵਰਨਰ ਦੇ ਤੌਰ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਨੇ ਹਮੇਸ਼ਾ ਉਹਨਾਂ ਨੀਤੀਆਂ ਨੂੰ ਫੋਲੋ ਕੀਤਾ ਜਿਹੜੀਆਂ ਕਾਰਪੋਰੇਟੀ ਵਿਸ਼ਵੀਕਰਨ ਦੇ ਪੱਖ ਦੇ ਵਿੱਚ ਜਾਂਦੀਆਂ ਹੋਣ, ਜਿਹੜੀਆਂ ਭਾਰਤ ਦੀ ਗਰੀਬ ਜਨਤਾ ਦੇ ਖਿਲਾਫ ਜਾਂਦੀਆਂ ਹੋਣ, ਭਾਰਤ ਦੇ ਅਮੀਰਾਂ ਤੇ ਦੁਨੀਆ ਦੇ ਅਮੀਰਾਂ ਦਾ ਉਹਦੇ ਵਿੱਚ ਪੱਖ ਪੂਰਿਆ ਜਾਂਦਾ। ਮਨਮੋਹਨ ਸਿੰਘ ਆਪਣੀ ਗੱਲ ਨੂੰ ਇਸ ਤਰੀਕੇ ਦੇ ਨਾਲ ਹਮੇਸ਼ਾ ਜਸਟੀਫਾਈ ਕਰਦੇ ਰਹੇ ਨੇ ਕਿ ਆਰਥਿਕ ਨੀਤੀ ਇੱਕ ਮੈਲਟ ਪੌਟ ਹੁੰਦਾ ਵਾ ਜਦੋਂ
ਇਹ ਉਛਲ ਜਾਏਗਾ, ਹੌਲੀ ਹੌਲੀ ਇਹਦਾ ਗਰੀਬਾਂ ਨੂੰ ਵੀ ਲਾਹਾ ਮਿਲ ਜਾਏਗਾ। ਹਾਲਾਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਦਾਂ ਨਹੀਂ ਵਾਪਰਿਆ ਕਿ ਜਿਹੜੇ ਲੋਕ ਮੁਨਾਫਾ ਕਮਾਉਣ ਦੀ ਹਵਸ ਦੇ ਭੁੱਖੇ ਹੋਣ, ਉਹਨਾਂ ਦੀ ਮੁਨਾਫੇ ਦੀ ਹਵਸ ਕਦੇ ਮੁੱਕ ਜਾਵੇ ਤੇ ਉਹ ਗਰੀਬਾਂ ਵੱਲ ਨੂੰ ਉਛਲ ਦੇ ਲੈਣ ਮੁਨਾਫੇ ਦੇ ਲਾਭ ਨੂੰ। ਇਹ ਇੱਕ ਸੱਚਾਈ ਹੈ। ਮਨਮੋਹਨ ਸਿੰਘ ਇਹਨਾਂ ਨੀਤੀਆਂ ਉੱਤੇ ਚੱਲਦੇ ਰਹੇ ਨੇ। ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਉਹ ਬਹੁਤ ਇਮਾਨਦਾਰੀ ਨਾਲ ਚੱਲਦੇ ਰਹੇ ਨੇ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਉੱਤੇ ਇਹ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਨੇ ਆਪਣੇ ਆਪ ਦੇ ਉੱਤੇ ਦਾਗ ਨਹੀਂ ਲੱਗਣ ਦਿੱਤੇ, ਤੇ ਪ੍ਰਧਾਨ ਮੰਤਰੀ ਬਹੁਤ ਇਸ਼ਾਰੇ ਦੇ ਨਾਲ ਗੱਲ ਕਲੀਅਰ ਕਹਿ ਰਹੇ ਨੇ ਕਿ ਡਾਕਟਰ ਮਨਮੋਹਨ ਸਿੰਘ ਨੇ ਐਸੇ ਤਰੀਕੇ ਦੇ ਨਾਲ ਘਟਾਲਿਆਂ ਨੂੰ ਵੀ ਡਿਜ਼ਾਈਨ ਕੀਤਾ ਕਿ ਆਪ ਉਹ ਸਾਫ਼ ਬਰੀ ਨਿਕਲ ਗਏ ਨੇ ਤੇ ਕਾਂਗਰਸ ਪਾਰਟੀ ਦੇ ਹੋਰ ਨੇਤਾ ਤੇ ਦੇਸ਼ ਦੇ ਹੋਰ ਅਫਸਰਸ਼ਾਹੀ ਉਹਨਾਂ ਘਟਾਲਿਆਂ ਦੇ ਵਿੱਚ ਫਸਦੀ ਹੋਈ ਨਜ਼ਰ ਆਉਂਦੀ ਹੈ। ਕੋਈ ਇਹਦੀ ਵਿਆਖਿਆ ਜੇ ਕੋਈ ਇਹ ਕਰੇ ਕਿ ਉਹਨਾਂ ਨੇ ਉਹਦੇ ਉੱਤੇ ਕੋਈ ਇਲਜ਼ਾਮ ਨਹੀਂ ਲਾਇਆ ਤੇ ਮੈਂ ਬਿਲਕੁਲ ਗਲਤ ਉਹਨੂੰ ਸਮਝਾਂਗਾ। ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਇਹ ਇਲਜ਼ਾਮ ਲਾਇਆ ਉਹਦਾ ਪ੍ਰਸੰਗ ਵੀ ਸਾਨੂੰ ਦੇਖ ਲੈਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਇੱਕ ਦਸਤਾਵੇਜ਼ ਜਾਰੀ ਕੀਤੀ ਗਈ ਹੈ ਨੋਟਬੰਦੀ ਦੇ ਖਿਲਾਫ। ਉਹਦੀ ਫਾਰਵਰਡ ਜਿਹੜੀ ਆ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਲਿਖੀ ਹੈ। ਮੈਂ ਸੋਚਦਾ ਹੀ ਇੱਕ ਅਰਥਸ਼ਾਸਤਰੀ ਪ੍ਰਧਾਨ ਮੰਤਰੀ ਜਦੋਂ ਇੱਕ ਦਸਤਾਵੇਜ਼ ਜਾਰੀ ਕਰੇਗਾ ਤਾਂ ਉਹਦੇ ਵਿੱਚ ਕੀ ਨਿਕਲੇਗਾ, ਪਰ ਮੈਂ ਦੇਖਿਆ ਉਹਦੇ ਵਿੱਚ ਸਿਰਫ ਫਾਰਵਰਡ ਦੇ ਸ਼ਬਦ ਹੀ ਡਾਕਟਰ ਮਨਮੋਹਨ ਸਿੰਘ ਦੇ ਨੇ। ਤੇ ਇਸ ਤੋਂ ਬਾਅਦ ਉਹਨਾਂ ਨੇ ਜਿਹੜੀ ਅਗਲੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਦਾ ਪਿਛਲੀ ਵਾਰ ਲੋਕ ਸਭਾ 'ਚ ਕੀਤਾ ਰਾਜ ਸਭਾ ਦੇ ਵਿੱਚ ਕੀਤਾ ਹੋਇਆ ਭਾਸ਼ਣ ਯਾਦ ਆ ਰਿਹਾ। ਉਹਦੇ ਵਿੱਚੋਂ ਵੀ ਮੈਨੂੰ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਉਹ ਕੀ ਸੀ, ਔਰ ਅਸਲ ਦੇ ਵਿੱਚ ਕੀ ਸੀ ਕਹਿਣ ਤੋਂ ਪਹਿਲਾਂ ਰੌਲਾ ਪੈ ਗਿਆ, ਜਿਹਦਾ ਅਸਲ ਮਤਲਬ ਇਹ ਸੀ ਕਿ ਉਦੋਂ ਵੀ ਡਾਕਟਰ ਮਨਮੋਹਨ ਸਿੰਘ ਨੇ ਆਪਣਾ ਭਾਸ਼ਣ ਆਪ ਤਿਆਰ ਨਹੀਂ ਸੀ ਕੀਤਾ। ਬਿਲਕੁਲ ਨੋਟਬੰਦੀ ਦੇ ਦਸਤਾਵੇਜ਼ ਦੀ ਕਾਪੀ ਸੀ ਔਰ ਨੋਟਬੰਦੀ ਬਾਰੇ ਜੋ ਕਾਂਗਰਸ ਦੀ ਰਾਏ ਸੀ ਉਹਨੂੰ ਹੀ ਕਾਂਗਰਸ ਪਾਰਟੀ ਨੇ ਮਨਮੋਹਨ ਸਿੰਘ ਦੇ ਸ਼ਬਦਾਂ ਦੇ ਵਿੱਚ ਬੰਨ੍ਹ ਕੇ ਪੇਸ਼ ਕਰ ਦਿੱਤਾ ਸੀ। ਮਨਮੋਹਨ ਸਿੰਘ ਦਾ ਅਰਥ ਸ਼ਾਸਤਰੀ ਹੋਣ ਦੇ ਨਾਤੇ, ਸਾਬਕਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਸ ਭਾਸ਼ਣ 'ਚ ਵੀ ਕੋਈ ਰੋਲ ਨਹੀਂ ਸੀ। ਜੇ ਇੰਨੇ ਵੱਡੇ ਅਟੈਕ ਨੂੰ ਕੋਈ ਇਹ ਸਮਝੇ ਕਿ ਉਹਨਾਂ ਨੇ ਮਨਮੋਹਨ ਸਿੰਘ ਤੇ ਕੋਈ ਅਟੈਕ ਨਹੀਂ ਕੀਤਾ, ਉਹਨਾਂ ਨੇ ਰੇਨਕੋਟ ਪਾ ਕੇ ਨਹਾਉਣ ਦੀ ਗੱਲ ਐਵੇਂ ਹੀ ਕਰ ਦਿੱਤੀ ਹੈ, ਤਾਂ ਮੈਂ ਸਮਝਦਾ ਵਾਂ ਉਹ ਨਰਿੰਦਰ ਮੋਦੀ ਨੂੰ ਬਚਾਉਣ ਦੀ ਇੱਕ ਵਾਧੂ ਦੀ ਕਸਰਤ ਜ਼ਰੂਰ ਕੀਤੀ ਜਾਂਦੀ ਹੈ। ਸ਼ਾਬਦਿਕ ਜਾਲ ਬੁਣ ਕੇ ਨਰਿੰਦਰ ਮੋਦੀ ਨੂੰ ਬਚਾਏ ਜਾਣ ਦੀ ਜ਼ਰੂਰਤ ਨਹੀਂ। ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਸਪੋਰਟਰ ਵੀ ਹੋ, ਨਰਿੰਦਰ ਮੋਦੀ ਦੇ ਸਪੋਰਟਰ ਵੀ ਹੋ, ਤਾਂ ਤੁਹਾਨੂੰ ਕਹਿਣਾ ਚਾਹੀਦਾ ਕਿ ਨਰਿੰਦਰ ਮੋਦੀ ਗਲਤ ਤਰੀਕੇ ਦੇ ਨਾਲ ਬਿਹੇਵ ਕਰ ਰਹੇ ਨੇ। ਜਥੇਦਾਰ ਗੁਰਚਰਨ ਸਿੰਘ ਟੌੜਾ ਵੀ ਬੜੇ ਇਮਾਨਦਾਰ ਨੇਤਾ ਸਨ ਪਰਸਨਲੀ, ਪਰ ਉਹਨਾਂ ਦੀ ਛਤਰ ਛਾਇਆ ਸ਼੍ਰੋਮਣੀ ਕਮੇਟੀ ਨੇ ਜੋ ਕੀਤਾ ਉਹ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ। ਮਨਮੋਹਨ ਸਿੰਘ ਪਰਸਨਲੀ ਬਹੁਤ ਇਮਾਨਦਾਰ ਨੇਤਾ ਨੇ, ਪਰ ਉਹਨਾਂ ਦੀ ਛਤਰ ਛਾਇਆ 'ਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਕੀ ਕਰਦੀਆਂ ਰਹੀਆਂ। ਇੱਥੋਂ ਇਸੇ ਤਰ੍ਹਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਹੁਣ ਤੱਕ ਨਰਿੰਦਰ ਮੋਦੀ ਆਰਥਿਕ ਖੇਤਰ ਦੇ ਵਿੱਚ ਬੜੇ ਓਨੈਸਟ ਇਨਸਾਨ ਨੇ, ਪਰ ਦਾਰਸ਼ਨਿਕ ਤੌਰ ਤੇ ਆਈਡੀਓਲੋਜੀ ਦੇ ਤੌਰ ਤੇ ਉਹ ਮਹਾਕਰਪਟ ਆਦਮੀ ਦੇ ਤੌਰ ਤੇ ਪੇਸ਼ ਆ ਰਹੇ, ਉਹਨਾਂ ਨੂੰ ਮਹਾਕਰਪਟ ਸਾਨੂੰ ਕਹਿਣਾ ਪਏਗਾ। ਇਸ ਤੋਂ ਬਿਨਾਂ ਸਾਡੇ ਕੋਲੇ ਕੋਈ ਚਾਰਾ ਹੀ ਨਹੀਂ ਬਚਦਾ ਜੇ ਅਸੀਂ ਇਮਾਨਦਾਰੀ ਨਾਲ ਆਪਣੀ ਗੱਲ ਰੱਖਣੀ ਚਾਹੁੰਦੇ ਹਾਂ ਲੋਕਾਂ ਸਾਹਮਣੇ। ਹਾਂਜੀ ਸ਼ਬਦੀਪ ਜੀ, ਇੱਥੇ ਇੱਕ ਚੀਜ਼ ਸ਼ਾਇਦ ਸੋਚਣੀ ਪਵੇਗੀ ਸਾਨੂੰ। ਬੀਇੰਗ ਐਕਸ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ, ਜੇ ਤੁਸੀਂ ਕਹਿ ਰਹੇ ਹੋ ਕਿ ਸਟ੍ਰੈਟੇਜਿਕਲੀ ਸਾਰੇ ਸਕੈਮਸ ਨੂੰ ਅੰਜਾਮ ਦਿੰਦੇ ਰਹੇ, ਏਦਾਂ ਦੀ ਗੱਲ ਕਦੀ ਵੀ ਸਾਹਮਣੇ ਨਹੀਂ ਆਈ। ਸਾਰੀ ਜਨਤਾ ਨੂੰ, ਸਾਰੇ ਦੇਸ਼ ਨੂੰ ਪਤਾ ਹੈ ਕਿ ਜਦੋਂ ਰੂਲ ਕਰ ਰਹੇ ਸੀ ਤਾਂ ਪਾਰਟੀ ਦੀ ਕਮਾਨ ਕਿਹਦੇ ਕੋਲ ਸੀ ਔਰ ਬੀਇੰਗ ਪ੍ਰੈਜ਼ੀਡੈਂਟ ਕੌਣ ਐਕਟ ਕਰ ਰਿਹਾ ਸੀ। ਅਸੀਂ ਇੱਥੇ ਇਹ ਚੀਜ਼ ਨਹੀਂ ਕਹਿ ਸਕਦੇ ਸ਼ਬਦੀਪ ਜੀ ਕਿ ਜੋ ਵੀ ਸਕੈਮ ਹੋਏ ਕਾਂਗਰਸ ਸਰਕਾਰ ਦੇ ਦੌਰਾਨ ਉਹ ਇੱਕ ਸਟ੍ਰੈਟੇਜਿਕ ਪਲੈਨਿੰਗ ਸੀਗੀ ਐਕਸ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਦੀ। ਇਹ ਚੀਜ਼ ਸ਼ਾਇਦ ਨਹੀਂ ਕਹੀ ਜਾ ਸਕਦੀ ਕਿਉਂਕਿ ਉਹਨਾਂ ਦਾ ਕਿਤੇ ਵੀ ਨਾਮ ਨਹੀਂ ਆਉਂਦਾ। ਇੱਕ ਅੱਧੇ ਘੁਟਾਲੇ ਦੇ ਵਿੱਚ ਜੇ ਨਾਮ ਆ ਜਾਂਦਾ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਵੀ ਮਿਲਣ ਜਾ ਹੀ ਰਹੀ ਹੈ ਜਾਂ ਮਿਲ ਚੁੱਕੀ ਹੈ। I'm not sure about this, ਬਟ ਅਸੀਂ ਇਸ ਚੀਜ਼ ਨੂੰ ਮਨਮੋਹਨ ਸਿੰਘ ਦੇ ਉੱਪਰ ਟਾਰਗੇਟ ਨਹੀਂ ਕਰ ਸਕਦੇ। ਈਵਨ ਪਾਰਟੀ ਜ਼ਰੂਰ ਉਹਦੇ ਚ ਵਿਕਟਮਾਈਜ਼ ਹੋ ਸਕਦੀ। ਅਜੀਤ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਮੈਨੂੰ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਵਿਚਾਰ ਚ ਆਈਆਂ ਨੇ ਮੇਰੇ ਜੀ। ਇੱਕ ਤਾਂ ਤੁਸੀਂ ਪੂਰੀ ਉਦੋਂ ਦੀ ਹਿਸਟਰੀ ਦੇਖ ਲਓ ਜਦੋਂ ਘੁਟਾਲੇ ਕਾਂਗਰਸ ਦੇ ਵਾਲੇ ਰੌਲਾ ਪੈ ਰਿਹਾ ਸੀ, ਰੋਕਿਆ ਨਹੀਂ ਜਾ ਸਕਦਾ ਜਦੋਂ ਤੱਕ ਕਾਰਪੋਰੇਟਿਕ ਮਾਡਲ ਨੂੰ ਅਸੀਂ ਦੇਸ਼ ਦੇ ਵਿੱਚ ਲਾਗੂ ਕਰਦੇ ਜਾਵਾਂਗੇ। ਔਰ ਪੂੰਜੀਵਾਦ ਦਾ ਮਤਲਬ ਹੀ ਦੇਸ਼ ਦੇ ਗਰੀਬ ਲੋਕਾਂ ਦੀ ਲੁੱਟ ਹੁੰਦਾ ਵਾ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਮਨਮੋਹਨ ਸਿੰਘ ਇਹਦੇ ਹਮੇਸ਼ਾ ਸਮਰਥਕ ਰਹੇ ਨੇ। ਜੀ ਸ਼ਬਦੀਪ ਜੀ, ਮੈਂ ਜੀ ਵੱਲ ਜਾਣਾ ਚਾਹਾਂਗਾ। ਇੱਕ ਤਾਂ ਜੇ ਥਿੰਦ ਸਾਹਿਬ ਇਸ ਚੀਜ਼ ਨੂੰ ਅਰੇਂਜ ਕਰਨ, ਮੈਂ ਡਾਇਰੈਕਟਲੀ ਸ਼ਬਦੀਸ਼ ਜੀ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਔਰ ਬਿਨਾਂ ਕਿਸੇ ਇਸ ਤਰ੍ਹਾਂ ਦਾ ਕਿ ਮੇਰੇ ਵਿਚਾਰ ਮਿਲਦੇ ਆ ਜਾਂ ਨਹੀਂ ਮਿਲਦੇ ਇਹਨਾਂ ਨਾਲ ਜੀ, ਦੋ ਗੱਲਾਂ ਮੈਂ ਇਹਨਾਂ ਦੇ ਸਾਹਮਣੇ ਪੁੱਛਣੀ ਚਾਹੁੰਦਾ, ਫਿਰ ਉਸ ਦਾ ਜਵਾਬ ਦੇਣ। ਜੀ ਬਿਲਕੁਲ।
ਮੈਂ ਤੁਹਾਡੀ ਗੱਲ ਰਸ਼ੀਆ ਦੇ ਨੂੰ ਟੋਕਦਾ ਨਹੀਂ, ਤੁਹਾਡੇ ਮੁਤਾਬਕ ਜਿਵੇਂ ਤੁਸੀਂ ਕਰਦੇ ਹੋ। ਸ਼ਬਦੀਪ ਜੀ ਮੈਨੂੰ ਲੱਗਦਾ ਕਿ ਆਪਾਂ ਅਜੀਤ ਜੀ ਦੀ ਇੱਕ ਵਾਰੀ ਗੱਲ ਸੁਣ ਲਈ, ਉਸ ਤੋਂ ਬਾਅਦ ਮੈਂ ਸਿੱਧਾ ਤੁਹਾਡੇ ਵੱਲ ਹੀ ਆਵਾਂਗਾ ਕਿਉਂਕਿ ਆਨਸਰ ਤੁਹਾਡੇ ਤੋਂ ਲੈਣਾ ਜੀ ਉਹਨਾਂ ਨੇ। ਹਾਂਜੀ ਅਜੀਤ ਜੀ। ਰਸ਼ੀਆ ਦੇ ਵਿੱਚ ਸਮਾਜਵਾਦ ਨੂੰ ਪਨਪਣ ਵਾਸਤੇ, ਉਹਨੂੰ ਸਥਿਰ ਕਰਨ ਵਾਸਤੇ, ਸਾਰਾ ਕੁਝ ਕਰਨ ਵਾਸਤੇ ਮੇਰਾ ਖਿਆਲ ਹੈ ਪਹਿਲਾਂ ਵੀ ਜਦੋਂ ਕਮਿਊਨਿਸਟ ਪਾਰਟੀ ਨੇ ਜ਼ਾਰ ਦਾ ਜਿਹੜਾ ਹੈਗਾ ਤਖਤਾ ਪਲਟਿਆ, ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਚੇਅਰਮੈਨ ਸੀ ਸਟਾਲਨ ਤੇ ਖਰੁਸ਼ਚੋਵ, ਉਹਨਾਂ ਦੇ ਵੇਲੇ, ਹਾਲਾਂਕਿ ਮੇਰੇ ਨਾਲੋਂ ਸ਼ਬਦੀਪ ਜੀ ਇਹਨਾਂ ਸਮਿਆਂ ਬਾਰੇ ਜ਼ਿਆਦਾ ਜਾਣਦੇ ਹੋਣਗੇ, ਲੱਖਾਂ ਬੰਦੇ ਜਿਹੜੇ ਉਹਨਾਂ ਦੇ ਕਲਚਰਲ ਰੈਵੋਲੂਸ਼ਨ ਦੇ ਉੱਤੇ ਦੇ ਭੇਟ ਚੜੇ। ਉਸ ਤੋਂ ਬਾਅਦ ਇੰਨਾ ਨੁਕਸਾਨ ਤੋਂ ਬਾਅਦ ਇਸ ਸਿਸਟਮ ਜਿਹੜਾ ਹੈਗਾ ਕਮਿਊਨਿਜ਼ਮ ਦਾ, ਉਹਦੇ 'ਚ ਕਮਜ਼ੋਰੀ ਹੈ, ਜਾਂ ਉਹਨਾਂ ਨੂੰ ਲਾਗੂ ਕਰਨ ਵਾਲੇ ਜਿਹੜੇ ਲੋਕ ਨੇ ਅੱਜ ਤੱਕ, ਉਹਨਾਂ 'ਚ ਇਖਲਾਕੀ ਕਮਜ਼ੋਰੀ ਹੈ ਕਿ ਉਹ ਸਾਰਾ ਸਿਸਟਮ ਪੂੰਜੀਵਾਦ 'ਚ ਬਦਲਦਾ ਜਾ ਰਿਹਾ ਹੈ। ਔਰ ਮੈਂ ਕੋਈ ਮੇਰੇ ਕੋਲ ਡਾਕੂਮੈਂਟਰੀ ਪ੍ਰੂਫ ਨਹੀਂ, ਸਿਰਫ ਜਿਵੇਂ ਨੈਟ ਤੇ ਪੜ੍ਹੀ ਦਾ ਉਹੀ ਗੱਲ ਕਰ ਰਿਹਾ ਹਾਂ ਕਿ ਉੱਥੋਂ ਦਾ ਜਿਹੜਾ ਇਸ ਟਾਈਮ ਦਾ ਜਿਹੜਾ ਚੀਫ ਹੈ, ਉਹ ਦੁਨੀਆ ਦੇ ਸਭ ਤੋਂ ਅਮੀਰ ਜਿਹੜੇ ਹੈਗੇ ਪੋਲੀਟੀਸ਼ੀਅਨਾਂ 'ਚੋਂ ਇੱਕ ਹੈ। ਉਸ ਤੋਂ ਬਾਅਦ ਬਹੁਤ ਜਾਨਾਂ ਦਾ ਗਈਆਂ ਚਾਈਨਾ ਦੇ ਵਿੱਚ, ਜਿੱਥੇ ਅੱਜ ਤੱਕ ਕਹਿਣ ਨੂੰ ਸੋ ਕਾਲਡ ਕਮਿਊਨਿਜ਼ਮ ਸਿਸਟਮ ਹੈ, ਪਰ ਅਸਲ ਦੇ ਵਿੱਚ ਨਹੀਂ ਵਿਕਦਾ। ਉੱਥੇ ਇਹੋ ਜਿਹਾ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਹੈਗੀ। ਉਹਦੇ ਸਬੂਤ 'ਚ ਮੈਂ ਇੱਕ ਚੀਜ਼ ਪੇਸ਼ ਕਰ ਦਿੰਦਾ ਕਿ ਮਰਸੀਡੀਜ਼ ਨੇ ਇੱਕ ਬੜੀ ਮਹਿੰਗੀ ਕਾਰ ਬਣਾਈ ਸੀ ਪਿੱਛੇ ਸਾਲ ਡੇਢ ਸਾਲ ਹੋ ਗਿਆ ਸ਼ਾਇਦ, A1 ਮਾਰਕ ਇਸ ਤਰ੍ਹਾਂ ਦੇ ਨਾਂ ਤੇ। ਇੰਡੀਆ 'ਚ ਉਹਦੀ ਕੀਮਤ 4-5 ਕਰੋੜ ਰੁਪਈਆ ਸੀ। ਉਹਨਾਂ ਨੇ ਇਹ ਕਿਹਾ ਸੀ ਕਿ ਦਿਸ ਇਜ਼ ਨਾਟ ਫॉर ਅਮਰੀਕਨਸ, ਦਿਸ ਇਜ਼ ਫॉर ਨਿਊ ਰਿਚ ਚਾਈਨੀਜ਼, ਜਿਹੜੇ ਪਾਣੀ ਦੀ ਬਜਾਏ, ਘਰ ਪੀਣ ਦੀ ਬਜਾਏ ਵੀ ਬੋਤਲ ਦਾ ਹੀ ਪਾਣੀ ਪਸੰਦ ਕਰਦੇ ਆ, ਅਸੀਂ ਕਾਰੇ ਉਹਨਾਂ ਵਾਸਤੇ ਬਣਾ ਰਹੇ ਹਾਂ। ਮਤਲਬ ਇਹੋ ਜਿਹਾ ਪੂੰਜੀਵਾਦ ਸਿਸਟਮ ਡਿਵੈਲਪ ਹੋ ਰਿਹਾ। ਉੱਥੇ ਪੂੰਜੀਵਾਦ ਸਿਸਟਮ ਫੇਲ ਹੋ ਰਿਹਾ ਜਾਂ ਉਹ ਲੋਕ ਫੇਲ ਹੋ ਰਹੇ ਨੇ। ਤੇ ਜਿਹੜੇ ਲੋਕ, ਕੋਈ ਸਿਸਟਮ ਆਪਣੇ ਲੋਕਾਂ ਦਾ ਇਖਲਾਕ ਨੂੰ ਮਜ਼ਬੂਤ ਨਹੀਂ ਕਰ ਸਕਦਾ, ਸ਼ਬਦੀਸ਼ ਜੀ ਹਮੇਸ਼ਾ ਉਹਨੂੰ ਇੱਕ ਮਸੀਹੇ ਵਾਂਗੂ ਪੇਸ਼ ਕਰਦੇ ਨੇ ਕਿ ਗਰੀਬ ਲੋਕਾਂ ਦਾ ਉੱਥੇ ਉਹੀ ਸਿਸਟਮ ਜਿਹੜਾ ਆ, ਉਹ ਵਿਚਾਰਧਾਰਾ ਹੀ, ਮੈਂ ਬਿਨਾਂ ਕਿਸੇ ਬਾਇਸ ਤੋਂ ਇਹਨਾਂ ਤੋਂ ਐਕਸਪਲੇਨੇਸ਼ਨ ਭਾਲਦਾ, ਸ਼ਾਇਦ ਮੈਂ ਵੀ ਫਿਰ ਸਹਿਮਤ ਹੋ ਜਾਵਾਂ ਇਹਨਾਂ ਨਾਲ ਕਿ ਉਹਦੇ ਵਿੱਚ ਕੀ ਕਮੀਆਂ ਨੇ ਤੇ ਕੀ ਹਿੰਦੁਸਤਾਨ 'ਚ ਇਹਨਾਂ ਨੂੰ ਕਿਵੇਂ ਲੱਗਦਾ ਹੈ ਕਿ ਉਹ ਸਿਸਟਮ ਜਿਹੜਾ ਹੈਗਾ ਉਹ ਲੋਕਾਂ ਦੀ ਜਿਹੜੀ ਹੈਗੀ ਇੱਕ ਤਰ੍ਹਾਂ ਦੇ ਗੁਲਾਮੀ ਦਾ ਕਹਿ ਲਓ, ਗਰੀਬੀ ਦਾ ਕਹਿ ਲਓ, ਉਹਨਾਂ ਦੀਆਂ ਜੋ ਵੀ ਉਹਨਾਂ ਦੀ ਘਾਟਾਂ ਨੇ ਸਮਾਜ ਦੇ ਵਿੱਚ, ਆਰਥਿਕ ਸਮਾਜਿਕ ਪੱਖੋਂ, ਉਹਨਾਂ ਦਾ ਸੁਧਾਰ ਕਰਨ ਦਾ ਇੱਕ ਵਸੀਲਾ ਬਣ ਸਕਦਾ ਹੈ। ਪਲੀਜ਼ ਅਨਬਾਇਸਡ ਤਰੀਕੇ ਨਾਲ ਜੇ ਰਾਏ ਦੇ ਦੇਣ, ਮੈਂ ਬੜਾ ਖੁਸ਼ ਹੋਊਂਗਾ। ਸ਼ਬਦੀਪ ਜੀ। ਅਜੀਤ ਜੀ, ਪਹਿਲੀ ਗੱਲ ਤੇ ਮੈਂ ਇਹ ਕਹਿਣੀ ਚਾਹੁੰਦਾ ਵਾਂ ਕਿ ਮੈਂ ਜਦੋਂ ਪੂੰਜੀਵਾਦ ਦੀ ਨਿੰਦਾ ਕਰ ਰਿਹਾ, ਪੂੰਜੀਵਾਦ ਨੂੰ ਲੁੱਟ ਦਾ ਤੰਤਰ ਪੇਸ਼ ਕਰ ਰਿਹਾ, ਤਾਂ ਇਹ ਗੱਲ ਜਿਹੜੀ ਮੈਂ ਕਰ ਰਿਹਾ ਵਾਂ, ਮੈਂ ਇਹ ਕੋਈ ਸੋਵੀਅਤ ਸਮਾਜਵਾਦ ਦੇ ਹੱਕ ਦੇ ਵਿੱਚ ਦਲੀਲਾਂ ਦੇਣ ਲਈ ਬਿਲਕੁਲ ਵੀ ਨਹੀਂ ਕਰ ਰਿਹਾ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਮਾਰਕਸ ਤੋਂ ਬਹੁਤ ਪਹਿਲਾਂ ਸਮਾਜਵਾਦ ਦਾ ਸੰਕਲਪ ਇਸ ਦੁਨੀਆ ਦੇ ਉੱਤੇ ਆ ਚੁੱਕਾ ਸੀ। ਇੱਕ ਮਿੰਟ ਰੁਕ ਕੇ ਮੇਰਾ ਸਵਾਲ ਸਮਝ। ਅਜੀਤ ਜੀ ਚਲੋ ਮੈਂ ਇੱਕ ਮਿੰਟ ਫਿਰ ਰੁਕ ਜਾਣਾ, ਤੁਸੀਂ ਆਪਣੀ ਆਦਤ ਪੂਰੀ ਕਰ ਲਓ। ਨਹੀਂ, ਇਹ ਆਦਤ ਦੀ ਗੱਲ ਨਹੀਂ, ਗੱਲ ਏਦਾਂ ਹੀ ਹੁੰਦੀ ਹੈ। ਤੁਸੀਂ ਸਾਈਡ ਟਰੈਕ ਕਰ ਰਹੇ ਹੋ। ਮੈਂ ਤੁਹਾਨੂੰ ਇਹ ਨਹੀਂ, ਉਹਨਾਂ ਦਾ ਜਿਹੜਾ ਮਿਸਾਲ ਦਿੱਤੀ ਹੈ, ਮੈਂ ਅਜੀਤ ਜੀ ਮੈਂ ਸਿੰਪਲੀਫਾਈ ਕਰਾਂ। ਸ਼ਬਦੀਪ ਜੀ, ਅਜੀਤ ਜੀ ਕੀ ਤੁਸੀਂ ਇਹ ਆਨਸਰ ਲੈਣਾ ਚਾਹੁੰਦੇ ਹੋ ਕਿ ਪੂੰਜੀਵਾਦ ਨੂੰ ਸ਼ਬਦੀਪ ਜੀ ਹਮੇਸ਼ਾ ਪੂੰਜੀਵਾਦ ਨੂੰ ਨਿੰਦਦੇ ਆ? ਕਿ ਸ਼ਬਦੀਪ ਜੀ ਤੁਸੀਂ ਕਲੀਅਰ ਕਰ ਸਕਦੇ ਹੋ ਅਜੀਤ ਜੀ ਨੂੰ ਕਿ ਤੁਸੀਂ ਪੂੰਜੀਵਾਦ ਨੂੰ ਨਿੰਦਦੇ ਕਿਉਂ, ਕਿਸ ਤਰੀਕੇ ਦੇ ਨਾਲ ਗਰੀਬਾਂ ਦਾ ਵਿਰੋਧੀ ਹੈ? ਜਦੋਂ ਕਾਰਪੋਰੇਟ ਵਰਲਡ ਆਉਂਦਾ ਹੈ, ਬਹੁਤ ਆਪਾਂ ਇਹ ਕਹਿ ਸਕਦੇ ਤਰੱਕੀ ਉਹਦੇ ਨਾਲ ਅੱਜ ਦੀ ਤਰੀਕ ਦੇ ਵਿੱਚ ਦਿਖਦੀ ਆ, ਨੌਕਰੀਆਂ ਮਿਲਦੀਆਂ, ਬਹੁਤ ਕੁਝ ਹੁੰਦਾ, ਪਰ ਜੇ ਤੁਸੀਂ ਉਹਨੂੰ ਹਮੇਸ਼ਾ ਜਿਹੜਾ ਨਵਾਂ ਕਾਰਪੋਰੇਟ ਸਿਸਟਮ ਹੈਗਾ, ਜੇ ਉਹਨੂੰ ਤੁਸੀਂ ਹਮੇਸ਼ਾ ਉਹਦੇ ਖਿਲਾਫ ਕਹਿੰਦੇ ਹੋ, ਤਾਂ ਮੇਰਾ ਖਿਆਲ ਅਜੀਤ ਜੀ ਨੂੰ ਇਹਦਾ ਸਪਸ਼ਟ ਆਨਸਰ ਚਾਹੀਦਾ, ਤੁਸੀਂ ਕੀ ਚਾਹੁੰਦੇ ਹੋ? ਮੈਂ ਤਾਂ ਉਹੀ ਸਪਸ਼ਟ ਆਨਸਰ ਹੀ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ। ਮੈਂ ਇੱਕ ਗੱਲ ਬਹੁਤ ਕਲੀਅਰ ਕਰਦਾ ਕਿ ਜਦੋਂ ਮੈਂ ਪੂੰਜੀਵਾਦ ਦੀ ਨਿੰਦਾ ਕਰਦਾ, ਜਦੋਂ ਮੈਂ ਕਾਰਪੋਰੇਟ ਤੰਤਰ ਨੂੰ ਲੁੱਟ ਦਾ ਤੰਤਰ ਕਹਿਣਾ, ਤਾਂ ਮੈਂ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਮੈਂ ਸਾਬਕਾ ਸੋਵੀਅਤ ਯੂਨੀਅਨ ਦੇ ਨਿਜ਼ਾਮ ਨੂੰ ਕੋਈ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੇ ਉਹ ਸਹੀ ਹੁੰਦਾ ਤਾਂ ਉਹਨੇ ਹੁਣ ਤੱਕ ਹਾਜ਼ਰ ਰਹਿਣਾ ਸੀ ਔਰ ਉਹਨੇ ਹੁਣ ਤੱਕ ਡਿਵੈਲਪ ਕਰਨਾ ਸੀ। ਜੇ ਉਹ ਸਹੀ ਨਹੀਂ ਸੀ, ਇਸੇ ਕਰਕੇ ਸੋਵੀਅਤ ਯੂਨੀਅਨ ਦੇ ਲੋਕਾਂ ਨੇ ਉਹਨਾਂ ਨੂੰ ਉਲਟਾ ਦਿੱਤਾ। ਮੈਨੂੰ ਇਹਦੇ ਤੇ ਕੋਈ ਅਫਸੋਸ ਨਹੀਂ ਕਿ ਉੱਥੋਂ ਦੇ ਲੋਕਾਂ ਨੇ ਉਹਨੂੰ ਉਲਟਾ ਦਿੱਤਾ।
ਦਿੱਤਾ, ਨਾ ਮੈਨੂੰ ਕੋਈ ਤਕਲੀਫ ਹੋਈ ਹੈ। ਮੇਰੇ ਮੁਤਾਬਕ ਉਹ ਮਾਰਕਸਵਾਦ ਦਾ ਫੇਲੀਅਰ ਨਹੀਂ ਹੈ, ਉਹ ਉੱਥੋਂ ਦੀ ਕਮਿਊਨਿਸਟ ਤੰਤਰ ਦਾ ਫੇਲੀਅਰ ਆ, ਔਰ ਉਹਨੂੰ ਜੇ ਉਡਾ ਦਿੱਤਾ ਗਿਆ ਵਾ ਤੇ ਕਮਿਊਨਿਸਟ ਵੀ ਕੋਈ ਰੱਬ ਨਹੀਂ ਹੁੰਦੇ ਕਿ ਉਹ ਗਲਤੀਆਂ ਨਾ ਕਰ ਸਕਣ। ਪਰ ਮੈਂ ਹਾਲ ਦੀ ਘੜੀ ਪਹਿਲਾਂ ਦੂਸਰੀਆਂ ਗੱਲਾਂ ਵੱਲ ਆ ਜਾਵਾਂ ਜਿਹੜੀਆਂ ਅਜੀਤ ਜੀ ਨੇ ਪੁੱਛੀਆਂ ਨੇ। ਮੈਂ ਬਹੁਤ ਕਲੀਅਰਲੀ ਤੁਹਾਨੂੰ ਕਹਿ ਦਿਆਂ ਕਿ ਸਮਾਜਵਾਦ ਦਾ ਸੰਕਲਪ ਕਾਰਲ ਮਾਰਕਸ ਦੇ ਜੰਮਣ ਤੋਂ ਬਹੁਤ ਪਹਿਲਾਂ, ਈਵਨ ਉਹਨਾਂ ਦੇ ਵੱਡ ਵਡੇਰਿਆਂ ਦੇ ਜੰਮਣ ਤੋਂ ਵੀ ਬਹੁਤ ਪਹਿਲਾਂ ਸਾਡੀ ਇਸ ਦੁਨੀਆ ਦੇ ਵਿੱਚ ਸ਼ਾਮਲ ਹੋ ਚੁੱਕਾ ਸੀ। ਕਾਰਲ ਮਾਰਕਸ ਨੇ ਤਾਂ ਸਿਰਫ ਨਵੀਂ ਕਿਸਮ ਦੇ ਸਮਾਜਵਾਦ ਦੀ ਗੱਲ ਕੀਤੀ ਆ। ਸਮਾਜਵਾਦ ਕਾਰਲ ਮਾਰਕਸ ਦੀ ਆਪਣੀ ਕੋਈ ਨਵ ਆਜ਼ਾਦ ਚੀਜ਼ ਨਹੀਂ ਸੀ। ਨਵਾਂ ਸੰਕਲਪ ਕਾਰਲ ਮਾਰਕਸ ਨੇ ਬਿਲਕੁਲ ਵੀ ਸਮਾਜ ਨੂੰ ਨਹੀਂ ਦਿੱਤਾ। ਜਿਹੜੇ ਸਮਾਜਵਾਦ ਨੂੰ ਪਹਿਲੀ ਵਾਰ ਸੋਵੀਅਤ ਯੂਨੀਅਨ ਦੇ ਰੂਪ ਦੇ ਵਿੱਚ ਲਾਗੂ ਹੁੰਦਾ ਅਸੀਂ ਦੇਖ ਚੁੱਕੇ ਹਾਂ। ਦੂਸਰੀ ਗੱਲ ਇਹ ਕਿ ਜਿਹੜੇ ਇਨਕਲਾਬ ਦੀ ਅਜੀਤ ਜੀ ਗੱਲ ਕਰ ਰਹੇ ਨੇ, ਉਹ ਜ਼ਾਰਸ਼ਾਹੀ ਨੂੰ ਉਲਟਾ ਕੇ ਬਿਲਕੁਲ ਨਹੀਂ ਸੀ ਲਿਆਂਦਾ ਗਿਆ। ਜ਼ਾਰਸ਼ਾਹੀ ਨੂੰ ਫਰਵਰੀ 1917 ਦੇ ਵਿੱਚ ਉਲਟਾ ਦਿੱਤਾ ਗਿਆ ਸੀ, ਔਰ ਉਹ ਦੇਸ਼ ਦੀ ਕਮਿਊਨਿਸਟ ਪਾਰਟੀ ਨੇ ਨਹੀਂ ਸੀ ਉਲਟਾਇਆ। ਉਹ ਦੇਸ਼ ਦੀ ਕਮਿਊਨਿਸਟ ਪਾਰਟੀ ਸਮੇਤ ਦੇਸ਼ ਦੀਆਂ ਪੂੰਜੀਵਾਦੀ ਪਾਰਟੀਆਂ ਸਾਰੀਆਂ ਨੇ ਰਲ ਕੇ ਜ਼ਾਰਸ਼ਾਹੀ ਦਾ ਖਾਤਮਾ ਕੀਤਾ ਸੀ। ਜਿਸ ਤਰੀਕੇ ਦੇ ਨਾਲ ਹੁਣ ਤਾਜ਼ਾ ਘਟਨਾ ਅਸੀਂ ਨੇਪਾਲ ਦੇ ਵਿੱਚ ਵੇਖ ਸਕਦੇ ਹਾਂ ਕਿ ਕਮਿਊਨਿਸਟਾਂ ਨੇ ਤੇ ਬਾਕੀ ਦੀਆਂ ਸਾਰੀਆਂ ਪੂੰਜੀਵਾਦੀ ਪਾਰਟੀਆਂ ਨੇ ਰਲ ਕੇ ਰਾਜਾਸ਼ਾਹੀ ਦਾ ਨੇਪਾਲ ਦੇ ਵਿੱਚ ਖਾਤਮਾ ਕੀਤਾ। ਪਹਿਲੀ ਗੱਲ ਇਹ ਹੈ ਕਿ ਫਰਵਰੀ ਦੇ ਇਨਕਲਾਬ ਨੂੰ ਅਕਤੂਬਰ ਦੇ ਇਨਕਲਾਬ ਨਾਮ ਮੈਚ ਕੀਤਾ ਜਾਵੇ, ਜਿਹਦੀ ਅੱਜ ਦੀ ਤਰੀਕ ਦੇ ਵਿੱਚ ਅਸੀਂ 7 ਨਵੰਬਰ ਨੂੰ ਸ਼ਤਾਬਦੀ ਮਨਾਉਂਦੇ ਆ ਜਾਂ ਮਨਾਉਣ ਜਾ ਰਹੇ ਹਾਂ, ਕਿਉਂਕਿ ਉਦੋਂ 17 ਦਿਨਾਂ ਦੇ ਫਰਕ ਨਾਲ ਰੂਸੀ ਕੈਲੰਡਰ ਚੱਲਦਾ ਸੀ। ਅਕਤੂਬਰ ਇਨਕਲਾਬ ਜਿਹਨੂੰ ਕਹਿੰਦੇ ਨੇ ਉਹ ਬੇਸਿਕਲੀ 7 ਨਵੰਬਰ ਨੂੰ ਹੋਇਆ ਇਨਕਲਾਬ ਮੰਨਿਆ ਜਾਂਦਾ। ਇਸ ਕਰਕੇ ਪਹਿਲਾਂ ਤੇ ਇਹ ਕਲੀਅਰ ਕਰ ਲਿਆ ਜਾਵੇ ਕਿ ਜਿਹਦੇ ਖਿਲਾਫ ਇਨਕਲਾਬ ਕੀਤਾ ਗਿਆ ਸੀ ਉਹ ਨਵੀਂ ਬਣੀ ਹੋਈ ਸੱਤਾ ਸੀ, ਜਿਹਦੇ ਖਿਲਾਫ ਕਮਿਊਨਿਸਟ ਪਾਰਟੀ ਨੇ ਆਪਾਂ ਸਮਾਂ ਬਹੁਤ ਲੈ ਰਹੇ ਹਾਂ ਜੀ। ਤੁਸੀਂ ਸਿੱਧੀ ਗੱਲ ਕਰੋ ਜੀ, ਅੱਜ ਦਾ ਜੋ ਇਸ ਵੇਲੇ ਭਾਰਤ ਦੇ ਵਿੱਚ ਉਲਟਾਈ ਜਾ ਚੁੱਕੀ ਸੀ। ਸਬਦੀਤ ਜੀ, ਜੋ ਅੱਜ ਦਾ ਭਾਰਤ ਦੇ ਵਿੱਚ ਜੋ ਪੂੰਜੀਵਾਦ ਸਿਸਟਮ ਚੱਲ ਰਿਹਾ ਹੈ, ਜਿਹਨੂੰ ਤੁਸੀਂ ਜਿਹੜੀ ਜਨਤੰਤਰ, ਉਹਦੇ ਤੇ ਗੱਲ ਕਰੋ ਜੀ। ਕੁਲਬੀਰ ਜੀ, ਮੈਨੂੰ ਕਰ ਲੈਣ ਦਿਓ ਕਲੀਅਰ। ਦੂਸਰੀ ਗੱਲ ਇਹ ਕਿ ਰੂਸ ਦੇ ਵਿੱਚ ਕਦੇ ਵੀ ਕਲਚਰਲ ਰੈਵੋਲੂਸ਼ਨ ਨਹੀਂ ਆਇਆ। ਉਹਨੂੰ ਚੀਨ ਦੇ ਰੈਵੋਲੂਸ਼ਨ ਦੇ ਕਲਚਰਲ ਰੈਵੋਲੂਸ਼ਨ ਦੇ ਨਾਲ ਰਲ ਗੱਡ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਸਟਾਲਨ ਤੇ ਖੁਰਸ਼ਚੋਵ ਦਾ ਦੌਰ ਇੱਕੋ ਦੌਰ ਨਹੀਂ ਆ, ਉਹਨਾਂ ਨੂੰ ਵੀ ਰਲ ਗੱਡ ਪਲੀਜ਼ ਨਾ ਕੀਤਾ ਜਾਵੇ। ਸਟਾਲਨ ਦੀ ਮੌਤ ਤੋਂ ਬਾਅਦ ਖੁਰਸ਼ਚੋਵ ਆਉਂਦਾ ਵਾ, ਔਰ ਖੁਰਸ਼ਚੋਵ ਜਦੋਂ ਆਉਂਦਾ ਵਾ ਉਹ ਸਟਾਲਨ ਵਿਰੋਧੀ ਨੇਤਾ ਦੇ ਤੌਰ ਦੇ ਉੱਤੇ ਆਉਂਦਾ ਵਾ, ਉਹ ਸਟਾਲਨ ਦੀ ਕੰਟੀਨਿਊਟੀ ਦੇ ਤੌਰ ਦੇ ਉੱਤੇ ਬਿਲਕੁਲ ਨਹੀਂ ਆਉਂਦਾ। ਦੁਨੀਆ ਦੇ ਸਾਰੇ ਇਤਿਹਾਸਕਾਰ ਵੱਖਰੇ ਤਰੀਕੇ ਦੇ ਨਾਲ ਉਹਨੂੰ ਡੀਲ ਕਰਦੇ ਨੇ। ਮੈਂ ਕਿਸੇ ਵੀ ਤਰੀਕੇ ਦੇ ਨਾਲ ਸਟਾਲਨ ਨੂੰ ਜਸਟੀਫਾਈ ਨਹੀਂ ਕਰ ਰਿਹਾ, ਪਰ ਜ਼ਰੂਰ ਕਹਾਂਗਾ ਕਿ ਸਟਾਲਨ ਤੇ ਖੁਰਸ਼ਚੋਵ ਨੂੰ ਇੱਕ ਦੂਜੇ ਦੇ ਵਿੱਚ ਮਿਕਸ ਬਿਲਕੁਲ ਵੀ ਨਾ ਕੀਤਾ ਜਾਵੇ। ਕੁਲਬੀਰ ਜੀ, ਮੇਰੀ ਫੋਨ ਲਾਈਨ ਜਿਹੜੀ ਆ ਉਹ ਕੱਟੀ ਜਾ ਚੁੱਕੀ ਆ, ਤੇ ਇਸ ਕਰਕੇ ਮੈਨੂੰ ਇਸ ਗੱਲ ਬਾਰੇ ਜਾਣਕਾਰੀ ਨਹੀਂ ਮਿਲ ਸਕੇਗੀ ਕਿ ਮੇਰੀ ਗੱਲ ਤੁਹਾਡੇ ਤੱਕ ਪਹੁੰਚ ਰਹੀ ਹੈ ਕਿ ਨਹੀਂ। ਇਸ ਕਰਕੇ ਫਿਲਹਾਲ ਮੈਂ ਆਪਣੀ ਗੱਲ ਖਤਮ ਕਰਦਾ ਤੇ ਯਾਦਵਿੰਦਰ ਜੀ ਨੂੰ ਬੇਨਤੀ ਕਰਦਾ ਉਹ ਮੈਨੂੰ ਫੋਨ ਮਿਲਾ ਦੇਣ। ਜੇ ਫੋਨ ਮਿਲਣ ਦੇ ਵਿੱਚ ਦੇਰੀ ਹੁੰਦੀ ਆ ਤਾਂ ਉਨੀ ਦੇਰ ਤੱਕ ਤੁਸੀਂ ਦੂਸਰੀ ਗੱਲ ਕੰਟੀਨਿਊ ਕਰ ਸਕਦੇ ਹੋ। ਮੈਂ ਵਾਪਸ ਆਪਣੀ ਗੱਲ ਇੱਥੋਂ ਹੀ ਸ਼ੁਰੂ ਕਰ ਲਵਾਂਗਾ। ਸਬਦੀਤ ਜੀ ਤੇ ਅਜੀਤ ਜੀ, ਤੁਹਾਡਾ ਸਵਾਲ ਵਾਜਬ ਸੀ, ਪਰ ਮੈਂ ਚਾਹਾਂਗਾ ਕਿ ਅਸੀਂ ਜਦੋਂ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਲਿਮਟਿਡ ਸਮਾਂ ਹੁੰਦਾ, ਸਾਡੇ ਕੋਲ ਉਸ ਵੇਲੇ ਗੱਲ ਜਿਹੜੀ ਹੈਗੀ ਨੂੰ ਟੂ ਦੀ ਪੁਆਇੰਟ ਰੱਖੀਏ। ਸ਼ਬਦੀਤ ਜੀ ਵੀ ਅਗਰ ਸਾਡੇ ਨਾਲ ਜੁੜਦੇ ਨੇ, ਮੈਂ ਸ਼ਬਦੀਤ ਜੀ ਨੂੰ ਵੀ ਇਹੀ ਕਹਿਣਾ ਚਾਹਾਂਗਾ ਕਿ ਸ਼ਬਦੀਤ ਜੀ, ਮੈਂ ਤਾਂ ਹੀ ਅਜੀਤ ਜੀ ਦੇ ਸਵਾਲ ਨੂੰ ਸਪਸ਼ਟ ਰੂਪ ਵਿੱਚ ਰੱਖਿਆ ਸੀਗਾ ਕਿ ਤੁਸੀਂ ਹਮੇਸ਼ਾ ਪੂੰਜੀਵਾਦ ਦਾ ਵਿਰੋਧ ਕਰਦੇ ਹੋ। ਮਨਮੋਹਨ ਸਿੰਘ ਦੀਆਂ ਜਿਹੜੀਆਂ ਨੀਤੀਆਂ ਜਿਨ੍ਹਾਂ ਦੇ ਨਾਲ ਤੁਸੀਂ ਕਹਿੰਦੇ ਹੋ ਕਿ ਭਾਰਤ ਦੇ ਪੂੰਜੀਵਾਦ ਵਧਿਆ ਫੁੱਲਿਆ, ਉਸ ਤੋਂ ਬਾਅਦ ਹੀ ਮੇਰਾ ਖਿਆਲ ਆ ਭਾਰਤ ਦੀ ਤਸਵੀਰ ਵੀ ਚੇਂਜ ਹੋਈ ਆ। ਜੇ ਆਪਾਂ ਨੂੰ ਮਾਡਰਨ ਭਾਰਤ ਦੀ ਗੱਲ ਕਰੀਏ, ਉਹਨਾਂ ਨੀਤੀਆਂ ਤੋਂ ਬਾਅਦ ਹੀ ਹੋਈ ਆ। ਪਰ ਸ਼ਬਦੀਤ ਜੀ, ਹਮੇਸ਼ਾ ਤੁਸੀਂ ਉਹਨਾਂ ਦੇ ਖਿਲਾਫ ਬੋਲੇ ਹੋ, ਉਹ ਤੁਸੀਂ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੋ। ਮਨਮੋਹਨ ਸਿੰਘ ਨੂੰ ਵੀ ਤੁਸੀਂ ਉਹਨਾਂ ਨੀਤੀਆਂ ਕਰਕੇ ਜਿਹੜਾ ਹੈ ਉਹ ਪਸੰਦ ਨਹੀਂ ਕਰਦੇ ਹੋ। ਤੁਸੀਂ ਸਪਸ਼ਟ ਰੂਪ ਦੇ ਵਿੱਚ, ਮੈਂ ਨਹੀਂ ਚਾਹਾਂਗਾ ਕਿ ਤੁਸੀਂ ਹੋਰ ਹਿਸਟਰੀ ਦੇ ਵਿੱਚ ਜਾਓ, ਅੱਜ ਦੀ ਜੋ ਸਥਿਤੀ ਹੈਗੀ ਆ ਉਹਦੇ ਵਿੱਚ ਤੁਹਾਨੂੰ ਉਹਦੇ 'ਚ ਕੀ ਬੁਰਾਈ ਦਿਖਦੀ ਹੈ ਜੀ? ਤੱਥ ਗਲਤ ਦੱਸੇ ਗਏ ਨੇ, ਮੈਂ ਉਹਨਾਂ ਨੂੰ ਗੱਲ ਮੁਕਾ ਲਈ। ਮੈਂ ਫਾਈਨਲੀ ਗੱਲ ਇਹ ਕਰ ਰਿਹਾ ਸੀ ਕਿ ਸਟਾਲਨ ਤੇ ਖੁਰਸ਼ਚੋਵ ਇੱਕੋ ਵੇਲੇ ਦੀਆਂ ਚੀਜ਼ਾਂ ਨਹੀਂ ਆ। ਸਟਾਲਨ ਦੀ ਮੌਤ ਤੋਂ ਬਾਅਦ ਖੁਰਸ਼ਚੋਵ ਗੱਦੀ ਦੇ ਉੱਤੇ ਬੈਠਦੇ ਨੇ ਤੇ ਉਹਨਾਂ ਨੂੰ ਸਟਾਲਨ ਵਿਰੋਧੀ ਨੇਤਾ ਦੇ ਤੌਰ ਤੇ ਵੇਖਿਆ ਜਾਂਦਾ। ਬਾਅਦ ਦੇ ਵਿੱਚ ਗੋਰਬਾਚੋਵ ਉਹਦਾ ਸਿਖਰ ਬਣ ਜਾਂਦੇ ਨੇ। ਸਟਾਲਨ ਦੀ ਨਿੰਦਾ ਬਹੁਤ ਗੱਲਾਂ ਦੇ ਵਿੱਚ ਜਸਟੀਫਾਈਡ ਆ। ਮੈਂ ਕੋਈ ਸਟਾਲਨ ਨੂੰ ਵੀ 100% ਜਸਟੀਫਾਈ ਨਹੀਂ ਕਰਦਾ। ਸਭ ਤੋਂ ਵੱਡੀ ਗੱਲ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਟਾਲਨ ਨੇ 1936 ਚ ਕਹਿ ਦਿੱਤਾ ਸੀ
ਕਿ ਸਮਾਜਵਾਦ ਦੀ ਉਸਾਰੀ ਹੋ ਚੁੱਕੀ ਆ, ਜਦ ਕਿ ਤੱਥਾਂ ਦੇ ਆਧਾਰ ਦੇ ਉੱਤੇ ਕਹਿ ਸਕਦੇ ਹਾਂ ਕਿ ਉਦੋਂ ਵੀ ਉਹ ਗਲਤ ਸਨ। ਮੈਂ ਨਹੀਂ ਕਹਿੰਦਾ ਕਿ ਸਟਾਲਿਨ ਵੀ 100% ਠੀਕ ਸਨ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਸਮਾਜਵਾਦ ਤੇ ਕਮਿਊਨਿਜ਼ਮ ਇੱਕੋ ਚੀਜ਼ ਨਹੀਂ ਹੁੰਦਾ। ਅਜੀਤ ਜੀ ਅਕਸਰ ਸਮਾਜਵਾਦ ਤੇ ਕਮਿਊਨਿਜ਼ਮ ਨੂੰ ਰਲਗੱਡ ਕਰ ਦਿੰਦੇ ਨੇ। ਇਹ ਬਿਲਕੁਲ ਦੋ ਅਲੱਗ-ਅਲੱਗ ਚੀਜ਼ਾਂ ਨੇ ਔਰ ਇਹਨਾਂ ਨੂੰ ਅਲੱਗ-ਅਲੱਗ ਲੈਣਾ ਚਾਹੀਦਾ। ਮੈਂ ਇਹਦੀ ਵਿਆਖਿਆ 'ਚ ਨਹੀਂ ਜਾ ਰਿਹਾ ਕਿਉਂਕਿ ਫਿਰ ਦੁਬਾਰਾ ਇਸੇ ਗੱਲ ਦੇ ਉੱਤੇ ਟਾਈਮ ਲੱਗ ਜਾਏਗਾ। ਅਗਲੀ ਗੱਲ ਜਿਹੜੀ ਮੈਂ ਇਹ ਕਹਿਣੀ ਚਾਹੁੰਦਾ ਫਾਈਨਲੀ ਕਿ ਜਿਹੜਾ ਪੂੰਜੀਵਾਦ ਦਾ ਬੇਸਿਕ ਜਿਹੜਾ ਸੁਭਾਅ ਆ ਉਹ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈ ਤੇ ਵੱਧ ਤੋਂ ਵੱਧ ਮੁਨਾਫਾ ਹੋਰ ਕਿਤਿਓਂ ਨਹੀਂ ਕਮਾਇਆ ਜਾ ਸਕਦਾ ਸਿਵਾਏ ਕਿਰਤ ਦੀ ਲੁੱਟ ਤੋਂ, ਕਿਉਂਕਿ ਦੇਸ਼ ਦੇ ਵਿੱਚ ਕਿਸੇ ਵੀ ਦੇਸ਼ ਦੇ ਵਿੱਚ ਪ੍ਰੋਡਕਸ਼ਨ ਦੇ ਬੁਨਿਆਦੀ ਤੌਰ ਦੇ ਉੱਤੇ ਦੋ ਆਧਾਰ ਨੇ। ਪਹਿਲਾ ਆਧਾਰ ਆ ਪੂੰਜੀ ਤੇ ਦੂਜਾ ਆਧਾਰ ਆ ਕਿਰਤ। ਜੇ ਕਿਰਤ ਨੂੰ ਸ਼ਾਮਲ ਨਾ ਕੀਤਾ ਜਾਵੇ ਤਾਂ ਪੂੰਜੀ ਆਪਣੇ ਆਪ ਦੇ ਵਿੱਚ ਪੂੰਜੀ ਨੂੰ ਪੈਦਾ ਨਹੀਂ ਕਰ ਸਕਦੀ ਔਰ ਜਦੋਂ ਪੂੰਜੀ ਕਿਰਤ ਨੂੰ ਇਸਤੇਮਾਲ ਕਰਕੇ ਆਪਣੇ ਆਪ ਨੂੰ ਮਜ਼ਬੂਤ ਕਰਦੀ ਹੈ ਤਾਂ ਉਹਦੇ ਵਿੱਚ ਜਿੰਨਾ ਮੁਨਾਫਾ ਪੂੰਜੀਪਤੀ ਨੂੰ ਹੁੰਦਾ ਉਹਦਾ ਹੀ ਬਹੁਤ ਛੋਟਾ ਹਿੱਸਾ ਜਿਹੜਾ ਵਾ ਮਜ਼ਦੂਰੀ ਦੀ ਸ਼ਕਲ ਦੇ ਵਿੱਚ ਮਜ਼ਦੂਰ ਨੂੰ ਦਿੱਤਾ ਜਾਂਦਾ। ਪੰਜਾਬ ਇੱਕ ਬਹੁਤ ਵਿਕਸਿਤ ਦੇਸ਼ ਆ ਪਰ ਤੁਸੀਂ ਇਸ ਗੱਲ ਬਾਰੇ, ਪੰਜਾਬ ਬਹੁਤ ਵਿਕਸਿਤ ਸੂਬਾ ਵਾ ਇੰਡੀਆ ਦਾ, ਪਰ ਤੁਹਾਡੇ ਸਾਹਮਣੇ ਇਹ ਇੱਕ ਸੱਚਾਈ ਆ ਕਿ ਪੰਜਾਬ ਦੇ ਵਿੱਚ ਮਿਨੀਮਮ ਵੇਜ 6000 ਕੁਝ ਰੁਪਏ ਦੱਸੀ ਜਾਂਦੀ ਹੈਗੀ। ਮੈਂ ਸਹੀ ਅੰਕੜੇ ਨਹੀਂ ਦੱਸ ਰਿਹਾ, ਹੋ ਸਕਦਾ ਸਰਕਾਰ ਨੇ ਉਹਨੂੰ ਰੀਥਿੰਕ ਕਰਕੇ ਵਧਾਇਆ ਵੀ ਹੋਵੇ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਸਲ ਦੇ ਵਿੱਚ ਉਹਦੀ ਮਜ਼ਦੂਰੀ ਦੀ ਕਿੰਨੀ ਲੁੱਟ ਹੋ ਜਾਂਦੀ ਹੈਗੀ ਜਿਹੜੀ ਸਰਕਾਰ ਸਿਰਫ 6 ਜਾਂ 7000 ਰੁਪਏ ਮਜ਼ਦੂਰ ਨੂੰ ਦਿੰਦੀ ਹੈ। ਤੇ ਇਹਦੇ ਵਿੱਚ ਕਿਉਂਕਿ ਬੇਸਿਕ ਚੀਜ਼ ਮੁਨਾਫੇ ਦੀ ਆ ਔਰ ਮੁਨਾਫਾ ਕੀ ਹੁੰਦਾ ਵਾ ਇਸੇ ਗੱਲ ਨੂੰ ਹੀ ਪੂੰਜੀਵਾਦ ਦੇ ਖਿਲਾਫ ਸੋਚਣ ਵਾਲੇ ਲੋਕਾਂ ਨੇ ਉਭਾਰਿਆ ਵਾ। ਮਾਰਕਸ ਤੋਂ ਪਹਿਲਾਂ ਵੀ ਇਸ ਮੁਨਾਫੇ ਦੇ ਖਿਲਾਫ ਬਹੁਤ ਸਾਰੇ ਲੋਕਾਂ ਨੇ ਗੱਲਾਂ ਕੀਤੀਆਂ ਨੇ। ਮਾਰਕਸ ਦੇ ਵਿਚਾਰ ਤੋਂ ਬਾਅਦ ਵੀ ਬਹੁਤ ਸਾਰੇ ਪੂੰਜੀਵਾਦੀ ਜਿਹੜੇ ਲੋਕ ਨੇ ਉਹਨਾਂ ਇਹਨਾਂ ਗੱਲਾਂ ਨੂੰ ਉਭਾਰਨ ਦਾ ਯਤਨ ਕੀਤਾ। ਕੇਨਜ਼ੀਅਨ ਇਕਨੋਮਿਕਸ ਜਿਹੜੀ ਪੂੰਜੀਵਾਦੀ ਇਕਨੋਮਿਕਸ ਆ ਉਹਨੇ ਵੀ ਇਹੀ ਗੱਲ ਕਹਿਣ ਦਾ ਯਤਨ ਕੀਤਾ ਕਿ ਸਾਨੂੰ ਵੈਲਫੇਅਰ ਸਟੇਟ ਉਸਾਰਨੀ ਚਾਹੀਦੀ ਆ, ਮਜ਼ਦੂਰਾਂ ਦੀ ਕਿਰਤ ਦੀ ਲੁੱਟ ਘੱਟ ਤੋਂ ਘੱਟ ਕਰਨੀ ਚਾਹੀਦੀ ਆ ਔਰ ਪੂੰਜੀਵਾਦ ਨੇ ਹਮੇਸ਼ਾ ਕਿਰਤ ਦੀ ਲੁੱਟ ਕੀਤੀ ਹੈ। ਤੁਸੀਂ ਦੁਨੀਆ ਦੇ ਭਰ ਦੇ ਅੰਕੜੇ ਜਿਹੜੇ ਹਾਲੇ ਮਹੀਨਾ ਤੋਂ ਜ਼ਿਆਦਾ ਨਹੀਂ ਹੋਏ ਜਿਹੜੇ ਜਾਰੀ ਹੋਏ ਨੇ ਉਹਨਾਂ ਦੇ ਵਿੱਚ ਇਹ ਗੱਲ ਮੰਨੀ ਗਈ ਆ ਕਿ ਦੁਨੀਆ ਦੀ 70% ਦੀ ਜਿਹੜੀ ਸੰਪत्ति ਹੈ ਉਹਦੇ ਉੱਤੇ ਦੁਨੀਆ ਦੇ 8 ਘਰਾਣਿਆਂ ਦਾ ਕਬਜ਼ਾ ਹੈ ਜਿਹਦੇ ਵਿੱਚੋਂ 7 ਇਕੱਲੇ ਅਮਰੀਕਾ ਦੇ ਵਿੱਚ ਨੇ। ਇੰਡੀਆ ਦੇ ਵਿੱਚ ਜਿਹੜੀ ਟੋਟਲ ਸਾਡੀ ਇਕਨੋਮੀ ਹੈ, ਜਿਹੜੀ ਸਾਡੀ ਟੋਟਲ ਸਾਡੀ ਧਨ ਸੰਪत्ति ਹੈ ਉਹਦੇ ਉੱਤੇ ਭਾਰਤ ਦੇ ਸਿਰਫ ਤੇ ਸਿਰਫ 3% ਲੋਕਾਂ ਦਾ ਕਬਜ਼ਾ ਵਾ। ਔਰ ਇਹ ਗੱਲ ਜੇ ਕਹੀ ਜਾਂਦੀ ਆ ਤਾਂ ਇਹਦੇ ਤੋਂ ਦੱਸਣ ਦੀ ਕੋਈ ਜ਼ਰੂਰਤ ਨਹੀਂ ਕਿ ਪੂੰਜੀਵਾਦ ਗਰੀਬਾਂ ਦੀ ਲੁੱਟ ਉੱਤੇ ਆਧਾਰਿਤ ਨਿਜ਼ਾਮ ਆ ਤੇ ਮੈਂ ਇਸੇ ਆਧਾਰ ਦੇ ਉੱਤੇ ਉਹਦੀ ਨਿੰਦਾ ਕਰਦਾ ਵਾਂ। ਜਦੋਂ ਮੈਂ ਕਹਿਣਾ ਵਾ ਕਿ ਮਨਮੋਹਨ ਸਿੰਘ ਦੀਆਂ ਨੀਤੀਆਂ ਗਲਤ ਨੇ ਤਾਂ ਮੈਂ ਇਹ ਕਹਿਣਾ ਕਿ ਮਨਮੋਹਨ ਸਿੰਘ ਦੀਆਂ ਨੀਤੀਆਂ ਦੋ ਤਰੀਕੇ ਦੇ ਨਾਲ ਗਲਤ ਨੇ। ਇੱਕ ਤਾਂ ਉਹ ਭਾਰਤ ਦੇ ਸਰਮਾਏਦਾਰਾਂ ਨੂੰ ਭਾਰਤ ਦੇ ਗਰੀਬਾਂ ਦੀ ਲੁੱਟ ਕਰਨ ਦੇ ਲਈ ਖੁੱਲ੍ਹ ਦਿੰਦੀਆਂ ਰਹੀਆਂ ਨੇ। ਦੂਜੀ ਗੱਲ ਇਹ ਕਿ ਉਹ ਦੁਨੀਆ ਦੇ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਦੇ ਪੂਰੀ ਧਨ ਸੰਪत्ति ਦੀ ਲੁੱਟ ਕਰਨ ਦੀ ਆਗਿਆ ਦਿੰਦੀਆਂ ਨੇ। ਇਸ ਕਰਕੇ ਮੈਂ ਉਹਨਾਂ ਨੀਤੀਆਂ ਦੇ ਖਿਲਾਫ ਹਾਂ। ਮੈਂ ਲੰਬੀ ਗੱਲ ਨਹੀਂ ਕਰਦਾ, ਆਖਰੀ ਮਿਸਾਲ ਇੱਕ ਦੇ ਕੇ ਤੁਹਾਡੇ ਨਾਲ ਸਾਂਝੀ ਕਰਾਂਗਾ ਆਪਣੀ ਗੱਲ ਕਿ ਕਿਸ ਤਰੀਕੇ ਦੇ ਨਾਲ ਮਨਮੋਹਨ ਸਿੰਘ ਦੇ ਦੌਰ ਦੇ ਵਿੱਚ ਦੇਸ਼ ਦੀ ਲੁੱਟ ਕਰਵਾਈ ਗਈ। ਦੇਸ਼ ਦੇ ਵਿੱਚ ਜੇ ਮੈਂ ਕਣਕ ਦਾ ਆਟਾ ਲੈਣ ਜਾਣਾ ਹੋਵੇ ਤਾਂ ਉਹ ਮੈਨੂੰ 25 ਜਾਂ 30 ਰੁਪਏ ਕਿਲੋ ਮਿਲਦਾ, ਪਰ ਦੇਸ਼ ਦੇ ਆਦੀਵਾਸੀ ਖੇਤਰਾਂ ਦੇ ਵਿੱਚ ਜਿਹਨੂੰ ਰੈੱਡ ਬੈਲਟ ਵੀ ਅੱਜ ਦੀ ਤਰੀਕ ਦੇ ਵਿੱਚ ਕਿਹਾ ਜਾਂਦਾ ਉੱਥੇ ਜਿਹੜੀ ਬਾਕਸਾਈਟ ਦੀ ਧਾਤ ਆ ਉਹ ਸਾਡੇ ਦੇਸ਼ ਦੇ ਵਿੱਚ ਮਨਮੋਹਨ ਸਿੰਘ ਦੇ ਦੌਰ ਦੇ ਵਿੱਚ 12 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਕਾਰਪੋਰੇਟ ਜਗਤ ਨੂੰ ਬਖਸ਼ ਦਿੱਤੀ ਗਈ ਆ। ਔਰ ਇਸੇ ਤਰ੍ਹਾਂ ਕੋਇਲਾ ਜਿਹੜਾ ਲੋਕਾਂ ਦੀ ਸੰਪत्ति ਆ, ਜਿਹੜਾ ਧਰਤੀ ਦੀ ਸੰਪत्ति ਆ, ਕੁਦਰਤ ਦਾ ਅਸੂਲ ਮੁਤਾਬਕ ਲੋਕਾਂ ਦਾ ਉਹਦੇ ਉੱਤੇ ਸਭ ਤੋਂ ਪਹਿਲਾ ਹੱਕ ਬਣਦਾ ਵਾ। ਉਹਨੂੰ ਕਾਰਪੋਰੇਟ ਜਗਤ ਜਿੰਦਲ ਵਰਗਿਆਂ ਨੂੰ ਲੁੱਟਣ ਦੇ ਲਈ ਦੇਸ਼ ਦੇ ਵਿੱਚ ਆਗਿਆ ਦਿੱਤੀ ਗਈ ਆ। ਇਸੇ ਨੂੰ ਲੁੱਟ ਦਾ ਤੰਤਰ ਕਹਿੰਦੇ ਨੇ। ਮਨਮੋਹਨ ਸਿੰਘ ਇਸ ਲੁੱਟ ਦੇ ਤੰਤਰ ਬਾਰੇ ਬਹੁਤ ਕਲੀਅਰ ਸਨ। ਜਿਵੇਂ ਮੈਂ ਸ਼ੁਰੂ 'ਚ ਵੀ ਕਿਹਾ, ਉਹ ਕਹਿੰਦੇ ਸੀ ਕਿ ਇਕਨੋਮੀ ਜਿਹੜੀ ਆ ਉਹ ਮੈਲਟਿੰਗ ਪੌਟ ਹੈ ਔਰ ਜਿਵੇਂ ਜਿਵੇਂ ਉਛਲੇਗਾ ਲੋਕਾਂ ਨੂੰ ਫਾਇਦਾ ਹੋਏਗਾ। ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਮੈਲਟਿੰਗ ਪੌਟ ਨੇ ਦੇਸ਼ ਦਾ ਕਿੰਨਾ ਕੁ ਫਾਇਦਾ ਕੀਤਾ, ਦੇਸ਼ ਦੇ ਗਰੀਬਾਂ ਦਾ ਕਿੰਨਾ ਕੁ ਫਾਇਦਾ ਕੀਤਾ। ਲਗਭਗ 25 ਸਾਲ ਹੋ ਗਏ ਨੇ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ। ਜੇ ਤੁਸੀਂ 25 ਸਾਲਾਂ ਦੇ ਆਧਾਰ ਦੇ ਉੱਤੇ ਗੱਲ ਕਰੋ, ਅਸੀਂ ਇਸ ਗੱਲ ਬਾਰੇ ਆਪਣੀ ਛਾਤੀ ਬਹੁਤ ਠੋਕ ਸਕਦੇ ਹਾਂ
ਕਿ ਸਾਡੇ ਦੇਸ਼ ਦੇ ਐਨੇ ਸਰਮਾਏਦਾਰਾਂ ਨੇ, ਦੁਨੀਆ ਦੇ ਵੱਡੇ ਸਰਮਾਏਦਾਰਾਂ ਦੇ ਵਿੱਚ ਆਪਣਾ ਨਾਂ ਸ਼ਾਮਲ ਕਰ ਰਿਹਾ। ਹਰ ਦੂਜੇ ਚੌਥੇ ਸਾਲ ਇੱਕ ਅੱਧੀ ਖਬਰ ਜ਼ਰੂਰ ਆ ਜਾਂਦੀ ਹੈ ਕਿ ਭਾਰਤ ਦੇ ਹੁਣ ਐਨੇ ਸਰਮਾਏਦਾਰ ਦੁਨੀਆ ਦੇ ਅਮੀਰਾਂ ਦੇ ਵਿੱਚ ਸ਼ਾਮਲ ਹੋ ਗਏ ਨੇ, ਪਰ ਕਦੇ ਵੀ ਇਹ ਰਾਏ ਨਹੀਂ ਆਉਂਦੀ ਕਿ ਭਾਰਤ ਦੇ ਗਰੀਬਾਂ ਨੂੰ ਇਹਨਾਂ ਨੀਤੀਆਂ ਤੋਂ ਬਾਅਦ ਕਿੰਨਾ ਰੁਜ਼ਗਾਰ ਮਿਲਿਆ, ਕਿੰਨੇ ਲੋਕ ਬੇਰੁਜ਼ਗਾਰ ਹੋਏ ਨੇ, ਕਿੰਨੇ ਲੋਕਾਂ ਨੂੰ ਜਿਹੜਾ ਵਾ ਪਹਿਲਾਂ ਨਾਲੋਂ ਵੀ ਬੁਰੀ ਜ਼ਿੰਦਗੀ ਦੇ ਵਿੱਚ ਜੀਣਾ ਪੈ ਰਿਹਾ ਵਾ। ਭਾਰਤ ਦੀ ਜਿਹੜੀ ਖੇਤੀ ਖੇਤਰ ਸੀ, ਜਿਹਦੀ 1947 ਦੇ ਵਿੱਚ 52 ਜਾਂ 53% ਹਿੱਸਾ ਹੁੰਦਾ ਸੀ ਕੁੱਲ ਜਿਹੜੀ ਕਮਾਈ ਦੇ ਵਿੱਚ, ਉਹ ਘਟ ਕੇ 12% ਕਿਉਂ ਰਹਿ ਗਿਆ। ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਬਾਕੀ ਦੇਸ਼ ਨਾਲੋਂ ਅਮੀਰ ਹੁੰਦੇ ਹੋਏ ਵੀ ਸੰਕਟ ਦਾ ਸ਼ਿਕਾਰ ਕਿਉਂ ਹੈ। ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਪੂੰਜੀਵਾਦ ਦੇ ਵਿੱਚ ਪਏ ਨੇ। ਮੈਂ ਕੋਈ ਪੂੰਜੀਵਾਦ ਨਾਲ, ਮੈਨੂੰ ਸ਼ਬਦ ਦੇ ਤੌਰ ਤੇ ਨਫ਼ਰਤ ਨਹੀਂ ਹੈ, ਮੈਨੂੰ ਪੂੰਜੀਵਾਦ ਦੀ ਲੁੱਟ ਦੇ ਖਿਲਾਫ ਨਫ਼ਰਤ ਹੈ ਔਰ ਉਹਦਾ ਮੈਨੂੰ ਹੱਕ ਹੋਣਾ ਚਾਹੀਦਾ। ਜੇ ਕਿਸੇ ਨੂੰ ਲੱਗਦਾ ਪੂੰਜੀਵਾਦ ਸਹੀ ਸਿਸਟਮ ਆ ਤਾਂ ਉਹਨੂੰ ਜ਼ਰੂਰ ਇਹਨੂੰ ਜਸਟੀਫਾਈ ਕਰਨਾ ਚਾਹੀਦਾ। ਆਖਰੀ ਗੱਲ ਮੈਂ ਇਹ ਕਰਾਂਗਾ ਕਿ ਸਮਾਜਵਾਦ ਜਿਹੜਾ ਮਾਰਕਸ ਤੋਂ ਬਹੁਤ ਪਹਿਲਾਂ ਵੀ ਸੀ, ਮਾਰਕਸ ਨੇ ਉਹਨੂੰ ਆਪਣੇ ਤਰੀਕੇ ਦੇ ਨਾਲ ਰੀਡਿਫਾਈਨ ਕੀਤਾ। ਮੇਰਾ ਖਿਆਲ ਹੈ ਅਜੀਤ ਜੀ ਨੂੰ ਜਵਾਬ ਮਿਲ ਗਿਆ ਜੀ। ਅਜੀਤ ਜੀ ਕੁਝ ਕਹਿਣਾ ਚਾਹੁੰਦੇ ਹੋ ਤਾਂ? ਮੈਨੂੰ ਕੋਈ ਜਵਾਬ ਨਹੀਂ ਜੀ ਮਿਲਿਆ। ਮੈਨੂੰ ਆਸ ਹੈ ਕਿ ਮਿਲਣ ਦੀ ਸੰਭਾਵਨਾ ਕੋਈ, ਅੱਜ ਨਹੀਂ ਤਾਂ ਕੱਲ੍ਹ ਕਿਉਂਕਿ ਮੈਂ ਤਾਂ ਸਵਾਲ ਇਹ ਕੀਤਾ ਸੀ ਕਿ ਮਨਮੋਹਨ ਸਿੰਘ ਨੇ ਸ਼ਬਦੀਪ ਜੀ ਮੇਰਾ ਖਿਆਲ ਹੈ ਜੋ ਤੁਸੀਂ ਕਹਿਣਾ ਚਾਹੁੰਦੇ ਸੀ ਗੱਲ ਕੰਪਲੀਟ ਹੋ ਗਈ ਹੈ ਜੀ। ਸ਼ਬਦੀਪ ਜੀ ਤੁਹਾਡੀ ਗੱਲ ਕਰ ਰਿਹਾ ਸੀ ਕਿ ਲੋਕੀ ਜੇ ਸਮਾਜਵਾਦ, ਕਮਿਊਨਿਜ਼ਮ, ਕਿਉਂਕਿ ਮੈਂ ਇਹਨਾਂ ਚੀਜ਼ਾਂ ਦਾ ਮਾਹਰ ਨਹੀਂ। ਮੈਨੂੰ ਸਿੱਧੇ ਲਫ਼ਜ਼ਾਂ ਵਿੱਚ ਅਜੀਤ ਜੀ ਤੁਸੀਂ ਵੀ ਜਵਾਬ ਦਿਓ, ਮੈਨੂੰ ਦੁਬਾਰਾ ਉਧਰ ਨੂੰ ਡਿਬੇਟ ਨਾ ਲੈ ਕੇ ਜਾਓ। ਸਮਾਂ ਸੀ ਉਹਨੂੰ ਰਲਗੜ ਕੀਤਾ ਹੋਵੇ, ਮੈਂ ਮੰਨਦਾ, ਮੈਂ ਉਹਦੇ ਤੇ ਕੋਈ ਮਾਹਰ ਹੋਣ ਦਾ, ਆਲਮ ਹੋਣ ਦਾ ਦਾਅਵਾ ਨਹੀਂ ਕਰਦਾ, ਪਰ ਮੈਂ ਇਹ ਪੁੱਛਿਆ ਸੀ, ਸਵਾਲ ਤਾਂ ਇੰਨਾ ਹੀ, ਉਹਦੇ ਸਿਰਫ ਮਿਸਾਲ ਦਿੱਤੇ ਸੀ ਕਿ ਦੋਵੇਂ ਮੁਲਕ ਕਮਿਊਨਿਜ਼ਮ ਤੋਂ ਜਾਂ ਸਮਾਜਵਾਦ ਤੋਂ ਜੋ ਵੀ ਉੱਥੇ ਹੈ ਉਹਨਾਂ ਨੂੰ ਸਹੀ ਕਰਨ ਦਾ ਹੱਕ। ਅਜੀਤ ਜੀ ਮੇਰਾ ਖਿਆਲ ਆਪਾਂ ਉਧਰ ਨੂੰ ਨਾ ਜਾਈਏ। ਇੱਥੇ ਰਾਏ ਵੱਖਰੀ ਹੋ ਸਕਦੀ ਆ, ਕਿਉਂਕਿ ਅਗਰ ਇੱਥੇ ਰਾਏ ਅਜੀਤ ਜੀ, ਸ਼ਬਦੀਪ ਜੀ, ਮੈਂ ਨਹੀਂ ਚਾਹੁੰਦਾ ਹੋਰ ਤੁਸੀਂ ਹਿਸਟਰੀ ਡਿਸਕਸ ਕਰੋ। ਆਪਾਂ ਜੇ ਇਸ ਮੁੱਦੇ ਦੇ ਉੱਪਰ ਗੱਲ ਕਰਦੇ ਸੀ, ਇਸ ਮੁੱਦੇ ਦੇ ਉੱਪਰ ਸਾਡੀ ਗੱਲ ਹੋਈ ਸੀ ਕਿ ਮਨਮੋਹਨ ਸਿੰਘ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹਨਾਂ ਨੂੰ ਸ਼ਬਦੀਪ ਜੀ ਹਮੇਸ਼ਾ ਜਿਹੜੇ ਹੈਗੇ ਆ ਉਹ ਨਿੰਦਦੇ ਨੇ, ਉਹਨਾਂ ਦੇ ਖਿਲਾਫ ਬੋਲਦੇ ਨੇ। ਤੁਸੀਂ ਮੇਰਾ ਖਿਆਲ ਆ ਉਹਨਾਂ ਦੀਆਂ ਪਾਲਿਸੀਜ਼ ਦੇ ਨਾਲ ਹੋਵੋਗੇ। ਗੱਲ ਕਰਪਸ਼ਨ ਦੇ ਵਿੱਚੋਂ ਨਿਕਲੀ ਸੀ। ਕਰਪਸ਼ਨ ਵੀ ਆਪਾਂ ਇਹ ਕਹਿ ਸਕਦੇ ਜਦੋਂ ਕਾਰਪੋਰੇਟ ਜਗਤ ਆਇਆ ਤਾਂ ਕਰਪਸ਼ਨ ਵੀ ਉਹਦੇ ਨਾਲ ਜਿਹੜੀ ਹੈਗੀ ਆ ਉਹ 100 ਹਜ਼ਾਰਾਂ ਤੋਂ ਹਜ਼ਾਰਾਂ ਕਰੋੜਾਂ ਤੱਕ ਚਲੀ ਗਈ। ਕਿਸੇ ਵੀ ਚੀਜ਼, ਮੈਨੂੰ ਇਦਾਂ ਲੱਗਦਾ ਕਿ ਜਦੋਂ ਕੋਈ ਚੰਗੀ ਚੀਜ਼ ਹੁੰਦੀ ਉਹਦੇ ਨਾਲ ਮਾੜੀਆਂ ਚੀਜ਼ਾਂ ਵੀ ਆਉਂਦੀਆਂ। ਜੇ ਕਾਰਪੋਰੇਟ ਜਗਤ ਭਾਰਤ ਦੇ ਵਿੱਚ ਨਹੀਂ ਆਉਂਦਾ, ਮੈਨੂੰ ਇਦਾਂ ਲੱਗਦਾ ਕਿ ਭਾਰਤ ਦੇ ਵਿੱਚ ਜਿੰਨੀਆਂ ਨੌਕਰੀਆਂ ਜਾਂ ਜਿੰਨਾ IT ਜਾਂ ਜਿੰਨਾ ਜਿਹੜਾ ਲੋਕ ਜਿਹੜੇ ਭਾਰਤ ਦੇ ਹੈਗੇ ਨੇ ਉਹ ਵਿਕਸਿਤ ਹੋ ਚੁੱਕੇ ਨੇ, ਜਾਂ ਜਿਹੜੇ ਬਾਹਰਲੀਆਂ ਦੇਸ਼ਾਂ ਤੱਕ ਜਾ ਕੇ ਆਪਣੀ ਸਕਿੱਲ ਜਿਹੜੀ ਹੈਗੀ ਆ ਉਹਨੂੰ ਵਰਤ ਕੇ ਉਹ ਪੈਸਾ ਕਮਾਉਂਦੇ ਨੇ। ਮੇਰਾ ਖਿਆਲ ਆ ਕਿਤੇ ਨਾ ਕਿਤੇ ਜਿਹੜੀ ਇੰਟਰਨੈਸ਼ਨਲ ਲੈਵਲ ਦਾ ਇਨਫਲੂਐਂਸ ਆਇਆ ਸੀਗਾ, ਕੰਪਨੀਆਂ ਆਈਆਂ ਸੀ, ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਯੋਗਦਾਨ ਜ਼ਰੂਰ ਹੈਗਾ। ਬਿਲਕੁਲ ਵੀ ਅਸੀਂ ਇਸ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਅਸੀਂ ਕਾਰਪੋਰੇਟ ਜਗਤ ਤੋਂ ਬਗੈਰ ਕੋਈ ਵੀ ਕੰਟਰੀ ਜਿਹੜੀ ਉਹ ਸਰਵਾਈਵ ਕਰ ਜਾਏਗੀ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਦੇਸ਼ ਜਿਹੜਾ ਹੈਗਾ ਅੱਜ ਦੀ ਤਰੀਕ ਦੇ ਵਿੱਚ ਕਾਰਪੋਰੇਟ ਵਰਲਡ ਤੋਂ ਬਗੈਰ ਸਰਵਾਈਵ ਕਰ ਸਕਦਾ ਜੀ। ਵੱਡੀਆਂ ਜਿਹੜੀਆਂ ਵਿਕਸਿਤ ਕੰਟਰੀਆਂ ਹੈਗੀਆਂ ਉਹਨਾਂ ਵਿੱਚ ਵੀ ਕਾਰਪੋਰੇਟ ਵਰਲਡ ਨੂੰ ਜਿਹੜਾ ਹੈ ਉਹ ਖਾਸ ਜਗ੍ਹਾ ਦਿੱਤੀ ਜਾਂਦੀ ਹੈ, ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਮੇਰਾ ਖਿਆਲ ਹੈ ਦੇਸ਼ ਦੇ ਵਾਸਤੇ ਉਹ ਹੁੰਦੀ ਹੈ ਕਿ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ। ਔਰ ਕਾਰਪੋਰੇਟ ਜਗਤ ਨੂੰ ਜਦੋਂ ਸਰਕਾਰਾਂ ਸਪੋਰਟ ਕਰਦੀਆਂ ਤੇ ਬਹੁਤ ਸਾਰੇ ਹਜ਼ਾਰਾਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ। ਸ਼ਾਇਦ ਸ਼ਬਦੀਪ ਜੀ ਇਹਨੂੰ ਕਿਸੇ ਹੋਰ ਸੰਦਰਭ ਦੇ ਵਿੱਚ ਦੇਖਦੇ ਹੋਣ, ਪਰ ਮੈਂ ਜਿਸ ਸੰਦਰਭ ਦੇ ਵਿੱਚ ਮੈਂ ਦੇਖਦਾ, ਮੈਨੂੰ ਲੱਗਦਾ ਕਿ ਕਾਰਪੋਰੇਟ ਜਗਤ ਜਿਹੜਾ ਹੈ ਉਹਦੇ ਵਿੱਚ ਉਹਨੂੰ ਇਨਵੋਲਵ ਕਰਕੇ ਹੀ ਭਾਰਤ ਦਾ ਕੋਈ ਤਰੱਕੀ ਵੱਲ ਨੂੰ ਰਸਤਾ ਖੁੱਲ੍ਹਿਆ ਸੀ। ਦੂਸਰੀ ਗੱਲ ਆ ਉਹ ਊਣਤਾਈਆਂ ਉਹਦੇ ਵਿੱਚ ਹੋ ਸਕਦੀਆਂ, ਇੰਪਲੀਮੈਂਟੇਸ਼ਨ ਦੇ ਵਿੱਚ ਕਰਪਸ਼ਨ ਹੋ ਸਕਦੀ ਆ। ਉਹ ਸਾਡੇ ਲੋਕਾਂ ਦੀ ਸਮੱਸਿਆ ਹੈ, ਉਹਨੂੰ ਕਿੱਦਾਂ ਦੂਰ ਕਰਨਾ ਕਿ ਕਾਰਪੋਰੇਟ ਜਗਤ ਨੂੰ ਜਿਹੜਾ ਹੈ ਉਹ ਫੇਅਰ ਬਿਜ਼ਨਸ ਦੇ ਵਿੱਚ ਪਾਇਆ ਜਾਵੇ ਜੀ। ਮੈਂ ਇਸ ਗੱਲ ਦੇ ਉੱਪਰ ਸਿਰਫ ਮੈਨੂੰ 20 ਸੈਕਿੰਡ ਦਾ ਜੇ ਸਮਾਂ ਕੁਲਬੀਰ ਜੀ ਦੇ ਸਕੋ ਤਾਂ ਮੈਂ ਆਪਣੀ ਗੱਲ ਤੁਹਾਡੀ ਗੱਲ ਦੇ ਉੱਤੇ ਸਿਰਫ 20 ਸੈਕਿੰਡ ਲੈਣਾ ਚਾਹਾਂਗਾ, ਜੇ ਤੁਸੀਂ ਮੈਨੂੰ ਦੇ ਸਕੋ। ਮੈਂ ਇੱਕ ਕਰਕੇ ਬੋਲਿਓ ਜੀ। ਪਹਿਲਾਂ ਅਜੀਤ ਜੀ ਕਰ ਲੈਣ ਦਿਓ ਤੁਸੀਂ। ਕੁਲਬੀਰ ਜੀ ਅਜੀਤ ਜੀ ਪਲੀਜ਼ 20 ਸੈਕਿੰਡ ਮੈਨੂੰ ਦੇ ਦਿਓ, ਉਸ ਤੋਂ ਬਾਅਦ ਜਿੰਨਾ ਮਰਜ਼ੀ ਸਮਾਂ ਲਾ ਲਿਓ, ਸਿਰਫ 20 ਸੈਕਿੰਡ। ਕੁਲਬੀਰ ਜੀ ਮੈਂ ਸਿਰਫ ਤੁਹਾਨੂੰ ਇੱਕੋ ਗੱਲ ਕਹਿਣੀ ਚਾਹਾਂਗਾ ਕਿ ਦੁਨੀਆ, ਤੁਸੀਂ ਸ਼ਬਦ ਵਰਤਿਆ ਦੇਸ਼ ਕੋਈ ਕਾਰਪੋਰੇਟ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ
ਕਿ ਦੁਨੀਆ ਦਾ ਨਵ ਪੂੰਜੀਵਾਦ ਕਾਰਪੋਰੇਟ ਬਿਨਾ ਸਰਵਾਈਵ ਨਹੀਂ ਕਰ ਸਕਦਾ, ਉਹਦੇ ਵਿੱਚ ਭਾਰਤ ਵੀ ਸ਼ਾਮਲ ਹੈ। ਪਰ ਜਿੱਥੇ ਜਿੱਥੇ ਕਾਰਪੋਰੇਟ ਤੇ ਪੂੰਜੀਵਾਦ ਆਏਗਾ ਉੱਥੇ ਦੁਨੀਆ ਦੇ ਗਰੀਬ ਲੋਕ ਸਰਵਾਈਵ ਨਹੀਂ ਕਰ ਸਕਣਗੇ। ਗਰੀਬਾਂ ਦੀ ਗਰੀਬੀ ਹੋਰ ਵਧੇਗੀ, ਅਮੀਰਾਂ ਦੀ ਅਮੀਰੀ ਹੋਰ ਵਧੇਗੀ, ਕਾਰਪੋਰੇਟ ਦੇ ਨਾਲ ਉਹ ਰੇਸ ਹੋਰ ਤੇਜ਼ ਹੋ ਜਾਏਗੀ। ਫਰਕ ਸਿਰਫ ਇੰਨਾ ਪਵੇਗਾ ਕਿ ਪਹਿਲਾਂ ਗਰੀਬਾਂ ਦੀ ਹੱਥੀਂ ਕੀਤੀ ਜਾਂਦੀ ਕਿਰਤ ਦਾ ਸ਼ੋਸ਼ਣ ਹੁੰਦਾ ਸੀ, ਹੁਣ ਗਰੀਬਾਂ ਦੀ ਜਾਂ ਥੋੜੇ ਜਿਹੇ ਵਿਕਸਿਤ ਲੋਕਾਂ ਦੀ ਮੱਧ ਵਰਗੀ ਲੋਕਾਂ ਦੀ ਜਿਹੜੀ ਮਾਨਸਿਕ ਕਿਰਤ ਆ ਉਹਦਾ ਵੱਧ ਮੁਨਾਫਾ ਕਮਾਉਣ ਦੇ ਲਈ ਇਸਤੇਮਾਲ ਹੋ ਜਾਏਗਾ। ਜੇ ਪਹਿਲਾਂ ਅਸੀਂ ਕੱਪੜਾ ਬੁਣ ਕੇ ਲੁੱਟ ਕਰਾਉਂਦੇ ਸੀ ਤਾਂ ਹੁਣ ਅਸੀਂ ਅਮੀਰਾਂ ਦੇ ਕੰਪਿਊਟਰ ਦੇ ਉੱਤੇ ਕੰਮ ਕਰਕੇ ਆਪਣੀ ਲੁੱਟ ਕਰਵਾ ਰਹੇ ਹੋਵਾਂਗੇ। ਫਰਕ ਸਿਰਫ ਇੰਨਾ ਪਿਆ ਵਾ। ਔਰ ਲੁੱਟ ਦਾ ਤੰਤਰ ਪੂੰਜੀਵਾਦ ਕਾਰਪੋਰੇਟ ਦੇ ਵਿੱਚ ਆਉਣਾ ਹੀ ਆਉਣਾ, ਇਹਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ। ਔਰ ਜਿੱਥੇ ਪੂੰਜੀਵਾਦ ਤੇ ਕਾਰਪੋਰੇਟ ਆਏਗਾ ਉੱਥੇ ਕਰਪਸ਼ਨ ਆਉਣੀ ਹੀ ਆਉਣੀ ਹੈ। ਦੁਨੀਆ ਦਾ ਇਮਾਨਦਾਰ ਤੋਂ ਇਮਾਨਦਾਰ ਮਨਮੋਹਨ ਸਿੰਘ ਉਹਨੂੰ ਨਹੀਂ ਰੋਕ ਸਕਦਾ, ਦੁਨੀਆ ਦਾ ਇਮਾਨਦਾਰ ਤੋਂ ਇਮਾਨਦਾਰ ਨਰਿੰਦਰ ਮੋਦੀ ਉਹਨੂੰ ਨਹੀਂ ਰੋਕ ਸਕਦਾ। ਮੈਂ ਨਰਿੰਦਰ ਮੋਦੀ ਦੇ ਉੱਤੇ ਵੀ ਮਨਮੋਹਨ ਸਿੰਘ ਵਾਂਗ ਆਰਥਿਕ ਤੌਰ ਦੇ ਉੱਤੇ ਦੋਸ਼ ਕਦੇ ਨਹੀਂ ਲਾਏ, ਜਿਵੇਂ ਮੈਂ ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਨੀਤੀਗਤ ਆਧਾਰ ਦੇ ਉੱਤੇ ਰੱਦ ਕਰਦਾ, ਦੇਸ਼ ਦੇ ਲੋਕਾਂ ਦੇ ਖਿਲਾਫ ਸਮਝਦਾ, ਇਸੇ ਤਰ੍ਹਾਂ ਮੈਂ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਵੀ ਗਲਤ ਸਮਝਦਾ। ਵੈਸੇ ਵੀ ਉਹ ਮਨਮੋਹਨ ਸਿੰਘ ਦੀਆਂ ਨੀਤੀਆਂ ਹੀ ਨੇ, ਉਹਨਾਂ ਦੇ ਵਿੱਚ ਫਰਕ ਕੋਈ ਨਹੀਂ। ਪਲੱਸ ਉਹਦੇ ਵਿੱਚ ਜਿਹੜਾ ਉਹ ਮਹਾਜਾਲ ਸ਼ਬਦਾਂ ਦਾ ਬੁਣ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਮੈਂ ਉਹਦੀ ਨਿੰਦਾ ਕਰਦਾ। ਔਰ ਬਹੁਤੀ ਵਾਰ ਮੈਂ ਉਹਦੇ ਤੋਂ ਹੀ ਸ਼ਰਮਸਾਰ ਹੁੰਦਾ ਇੱਕ ਭਾਰਤੀ ਨਾਗਰਿਕ ਹੋਣ ਦੇ ਨਾਤੇ। ਅਜੀਤ ਜੀ ਜਲਦੀ ਗੱਲ ਕਹੋ ਜੀ ਆਪਣੀ। ਬਿਲਕੁਲ ਜਲਦੀ ਕਰਾਂਗਾ ਜੀ। ਹੈਰਾਨੀ ਦੀ ਗੱਲ ਹੀ ਇਹੀ ਆ ਕਿ ਹੁਣੀ ਮਨਮੋਹਨ ਸਿੰਘ ਨੂੰ ਐਡੀ ਵੱਡੀ ਲੁੱਟ ਕਰਾਉਣ ਵਾਲਾ ਬੰਦਾ ਸਿੱਧ ਕਰ ਦਿੱਤਾ ਗਿਆ, ਪਰ ਉਹ ਜਾਤੀ ਤੌਰ ਤੇ ਇਮਾਨਦਾਰ ਹੈ। ਇਹੀ ਤਾਂ ਗੱਲ ਜਿਹੜੀ ਦੂਜੇ ਬੰਦੇ ਨੇ ਕਹੀ ਕਿ ਆਪਣੇ ਪਿੰਡੇ ਨੂੰ ਕੁਝ ਨਹੀਂ ਲੱਗਣ ਦਾ, ਜਾਤੀ ਤੌਰ ਤੇ ਇਮਾਨਦਾਰ ਦੇ ਇਮਾਨਦਾਰ ਹੈ, ਪਰ ਆਲੇ ਦੁਆਲੇ ਇੰਨੀ ਲੁੱਟ ਹੋ ਗਈ ਹੈ। ਪਰ ਉਹਨੂੰ ਅਸੀਂ ਗਲਤ ਕਹਿੰਦੇ ਆ। ਪਰ ਇੱਕ ਹੋਰ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਜਦੋਂ ਕਾਂਗਰਸ ਪਾਰਟੀ ਦਾ ਰਾਜ ਸੀ, ਬਹੁਤ ਜ਼ਿਆਦਾ ਜਿਹੜੀ ਹੈਗੀ ਉਹਨਾਂ ਨੇ ਬੀਜੇਪੀ ਨੇ ਅੜਿੱਕੇ ਉਡਾਏ ਨੇ, ਘੁਟਾਲਿਆਂ ਨੂੰ ਲਿਆ ਕੇ ਪਾਰਲੀਮੈਂਟ ਬੰਦ ਕੀਤੀ ਹੈ, ਪਰ ਜਾਤੀ ਤੌਰ ਤੇ ਮਨਮੋਹਨ ਸਿੰਘ ਨੂੰ ਨਹੀਂ ਕਿਹਾ ਕੁਝ ਵੀ। ਅੱਜ ਜਿਹੜੀ ਪੂੰਜੀਵਾਦ ਦੀ ਉਪਜ ਔਰ ਜਿਹੜੀ ਪੂੰਜੀਵਾਦ ਨੂੰ ਸਾਰੀ 40 45 50 60 ਸਾਲਾਂ ਤੋਂ ਜਿਹੜੀ ਪਾਰਟੀ ਪ੍ਰਫੁੱਲਤ ਕਰਵਾ ਰਹੀ ਹੈ, ਉਹਦਾ ਹੀ ਅਗਲਾ ਜਿਹੜਾ ਵਾਰਿਸ ਹੈ ਰਾਹੁਲ ਗਾਂਧੀ ਜੀ, ਉਹਨੂੰ ਅੱਜ 2-2.5 ਸਾਲਾਂ ਤੱਕ ਕੋਈ ਗਿਆਨ ਨਹੀਂ ਸੀ ਕਿ ਸਾਰੇ ਹਿੰਦੁਸਤਾਨ ਦੀ ਪੂੰਜੀ ਦਾ 50-60%, ਇਹ ਮੈਂ ਤਾਂ ਕਹਿ ਰਿਹਾ ਕਿ ਐਗਜ਼ੈਕਟ ਫਿਗਰ ਮੈਨੂੰ ਨਹੀਂ ਯਾਦ ਕਿ ਉਹਨੇ 50 ਬੋਲੀ 60 ਬੋਲੀ ਸੀ, ਪਰ 50 ਜਾਂ 50 ਤੋਂ ਉੱਤੇ ਹੀ ਬੋਲੀ ਸੀ, 50 ਘਰਾਣਿਆਂ ਦੇ ਕੋਲ ਹੈ। ਤੇ ਉਹ 2.5 ਸਾਲਾਂ ਦੇ ਵਿੱਚ ਹੁਣ ਉਹਨਾਂ ਨੂੰ ਗਿਆਨ ਹੋ ਗਿਆ। ਉਦੋਂ ਵੀ ਉਹ ਰੋਟੀ ਨੂੰ ਚੋਚੀ ਨਹੀਂ ਸੀ ਕਹਿੰਦੇ, ਉਹ ਉਦੋਂ ਉਹਨਾਂ ਨੂੰ ਕਿਉਂ ਨਹੀਂ ਗਿਆਨ ਹੋਇਆ? ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਗਿਆਨ ਹੋ ਰਿਹਾ ਕਿ ਗਰੀਬਾਂ ਦੀ ਲੁੱਟ ਹੋ ਰਹੀ ਆ? ਹੁਣ ਹੋ ਗਿਆ ਹੈ। ਤੇ ਜਿਹੜੇ ਲੋਕ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਸ਼ਰਮਸ਼ਾਰ ਹੋਈ ਜਾਂਦੇ ਨੇ, ਉਹਦੇ ਵਿੱਚ ਰਾਹੁਲ ਗਾਂਧੀ ਤੇ ਉਹਦੇ ਨਾਲ ਦੇ ਸਾਰੇ ਸਾਥੀਆਂ ਦੇ ਇਹਨਾਂ ਦੇ ਗੱਲਾਂ ਕਰਨ ਤੇ ਕਿਉਂ ਨਹੀਂ ਮੈਨੂੰ ਸਮਝਦੀ ਸ਼ਰਮਸ਼ਾਰ ਨਹੀਂ ਹੁੰਦੇ ਕਿ ਇਹ ਪਾਰਟੀ ਪਾਲਦੀ ਰਹੀ ਪੂੰਜੀਪਤੀਆਂ ਨੂੰ, ਹੁਣ ਪੂੰਜੀਪਤੀਆਂ ਤੇ ਰੌਲਾ ਵਿਰੁੱਧ ਪਾ ਰਹੇ ਨੇ। ਹੁਣ ਉਹ ਕਹਿੰਦੇ ਲੱਖ ਕਰੋੜ ਰੁਪਏ 1 ਲੱਖ ਕਰੋੜ ਰੁਪਏ ਦੀ ਰਿਆਇਤਾਂ ਦੇਤੀਆਂ 2.5 ਸਾਲ ਚ ਇਹਨਾਂ ਨੂੰ। ਤੇ ਜਿਹੜੀ ਇਹਨਾਂ ਦੀ ਗੱਲ ਹੋਈ ਹੈ 10 ਸਾਲ ਦੇ ਰਾਜ ਦੇ ਵਿੱਚ, ਮੇਰਾ ਖਿਆਲ 3 ਲੱਖ ਤੋਂ ਉੱਤੇ ਦੀ ਜਿਹੜੀ ਰਿਆਇਤਾਂ ਉਦੋਂ ਵੀ ਸ਼ਾਇਦ ਮਿਲੀਆਂ ਸੀ ਮਨਮੋਹਨ ਸਿੰਘ ਦੇ ਰਾਜ ਦੇ ਵਿੱਚ ਕਾਰਪੋਰੇਟ ਘਰਾਣਿਆਂ ਨੂੰ। ਉਹਦੀ ਜਿਹੜੀ ਇੱਥੇ ਤੱਕ ਜਦੋਂ ਤੁਸੀਂ ਸਿਰਫ ਸਟੇਜ ਦੇ ਉੱਤੇ ਡਰਾਮਾ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਨੇ, ਮੈਨੂੰ ਲੱਗਦਾ ਉਹ ਗੱਲਾਂ ਵੀ ਸ਼ਰਮਸ਼ਾਰ ਹੋਣ ਵਾਲੀਆਂ ਨੇ। ਔਰ ਆਪਾਂ ਜਦੋਂ ਵਿਸ਼ਲੇਸ਼ਣ ਕਰਦੇ ਆ ਤਾਂ ਸੱਚਾਈ ਦੇ ਆਧਾਰ ਤੇ ਕਰਨਾ ਚਾਹੀਦਾ। ਮੈਂ ਕਹਿਣਾ ਕਿ ਠੀਕ ਹੈ ਉਹਨਾਂ ਦੀਆਂ ਗੱਲਾਂ ਵੀ ਗਲਤ ਹੋਣਗੀਆਂ, ਪਰ ਉਹਨਾਂ ਦੀਆਂ ਗੱਲਾਂ ਵੀ ਗਲਤ ਸੀ ਜੇ ਗਲਤ ਹੈਗੀ। ਔਰ ਫਿਰ ਇਹੀ ਜਿਹੜੇ ਕਮਿਊਨਿਸਟ ਜਿੱਥੋਂ ਮੈਂ ਸਵਾਲ ਉਠਾਇਆ ਸੀ, ਮੇਰੇ ਉਹਦਾ ਕਾਢ ਦਾ ਮੁੱਦਾ ਇਹ ਸੀ ਕਿ ਇਖਲਾਕੀ ਤੌਰ ਤੇ ਜੇ ਬੰਦੇ ਕਮਜ਼ੋਰ ਹੋ ਜਾਂਦੇ ਨੇ, ਉਹ ਪੂੰਜੀਵਾਦ ਦੇ ਵਿੱਚ ਪੈਸੇ ਦੀ ਚਮਕ ਉਹਨਾਂ ਨੂੰ ਆਪਣੀ ਕਈ ਵਾਰ ਅਸਲੀ ਪ੍ਰਿੰਸੀਪਲਸ ਤੋਂ ਜਿਹੜੀ ਹੈਗੀ ਟੇਕ ਦਿੰਦੀ ਹੈ। ਉਹ ਵੱਖਰੀ ਗੱਲ ਹੈ, ਇੱਕ ਬੰਦਾ 1 ਕਰੋੜ ਰੁਪਈਆ ਦੇਖ ਕੇ ਆਪਣੇ ਅਸੂਲ ਤੋਂ ਹਟ ਸਕਦਾ, ਦੂਜਾ ਬੰਦਾ 10 ਕਰੋੜ ਦੇਖ ਕੇ ਹਟ ਸਕਦਾ। ਸੋ
ਉਹ ਡ੍ਰਿਫਟ ਹੋਣ ਦਾ ਕਾਰਨ ਮੈਂ ਪੁੱਛਿਆ ਸੀ ਜਿਹੜਾ ਮੈਨੂੰ ਨਹੀਂ ਮਿਲਿਆ। ਐਨੀਵੇ ਫੇਰ ਗੱਲ ਕਰ ਲਾਂਗੇ, ਹੁਣ ਨਹੀਂ ਉਹਨੂੰ ਵਿੱਚ ਲਿਆਉਂਦਾ ਮੈਂ। ਸੋ ਜੀ ਮੈਂ ਸੀਪੀ ਨਾਲ ਲੈਣਾ ਚਾਹਾਂਗਾ ਸ਼ਬਜੀਤ ਜੀ ਤੇ ਗੱਲਬਾਤ ਸ਼ਬਜੀਤ ਜੀ ਮੈਂ ਇਹਦੇ ਤੇ ਹੋਰ ਗੱਲ ਨਹੀਂ ਕਰਨੀ ਚਾਹਾਂਗਾ। ਸੀਪੀ ਸਿੰਘ ਜੀ ਸੀਪੀ ਸਿੰਘ ਜੀ ਕਿਉਂਕਿ ਗੱਲ ਵਾਰ-ਵਾਰ ਸਿੰਘ ਜੀ ਮੇਰੇ ਤੇ ਆਈ ਜਾਂਦੀ ਜਿਹੜੀ ਸੀਪੀ ਸਿੰਘ ਜੀ ਮੈਂ ਜ਼ਿੰਮੇਵਾਰੀ ਜੀ ਮੇਰੇ ਤੇ ਸ਼ਬਜੀਤ ਜਾ ਸੀ ਉਹ ਕਿੱਥੇ ਚਲੇਗੀ? ਅਜੀਤ ਜੀ, ਮੈਂ please। ਜਿਹੜੇ ਵੀ ਇਸ ਚੀਜ਼ ਦੇ ਸਮਾਂ ਜਿਹੜਾ ਹੈ ਮੇਰੇ ਕੋਲ ਇੱਕ ਦੋ ਸਵਾਲ ਹੋਰ ਨੇ, ਮੈਂ ਉਹ ਵੀ ਲੈਣੇ ਚਾਹਾਂਗਾ ਜੀ। ਭਲਾਈ ਹੈ ਇਮਾਨਦਾਰੀ ਨਾਲ, ਹਿੰਦੁਸਤਾਨ ਨਾਲੋਂ ਚੰਗੀ ਇਮਾਨਦਾਰੀ ਦੇ ਨਾਲ ਕੈਨੇਡਾ, ਅਮਰੀਕਾ, ਯੂਰਪ ਦੇ ਵਿੱਚ ਪੂੰਜੀਵਾਦ ਲਾਗੂ ਕੀਤਾ ਜਾਂਦਾ। ਲੋਕ ਸੁਖੀ ਨੇ ਹਿੰਦੁਸਤਾਨ ਨਾਲੋਂ। ਗੱਲ ਤਾਂ ਆ ਜਾਂਦੀ ਹੈ ਕਿ ਤੁਸੀਂ ਆਪਣੇ ਅਸੂਲਾਂ ਤੇ ਖੜਦੇ ਹੋ ਕਿ ਨਹੀਂ ਖੜਦੇ, ਕਿੰਨੇ ਕੁ ਕਰਪਟ ਹੋਣ ਨੂੰ ਤਿਆਰ ਹੈ। ਉਸ ਪੱਖ ਨੂੰ ਨਹੀਂ ਘੋਖਿਆ ਜਾਂਦਾ। ਅਜੀਤ ਜੀ ਸ਼ਬਜੀਤ ਜੀ ਅਖੀਰ ਦੇ ਵਿੱਚ ਪਲੀਜ਼ ਇਹਨੂੰ ਬੰਦ ਕਰ ਦਿਓ ਜੀ। ਸ਼ਬਜੀਤ ਜੀ ਕਰ ਦਿੰਦਾ ਪੂੰਜੀਵਾਦ ਕਰਕੇ, ਉਹ ਸਾਰੀਆਂ ਗੱਲਾਂ ਤੋਂ ਖੜਾ ਛੁਡਾ ਲੈਂਦਾ। ਅਜੀਤ ਜੀ ਸ਼ਬਜੀਤ ਜੀ ਪਲੀਜ਼ ਇਸ ਟੌਪਿਕ ਤੇ ਨੋ ਮੋਰ ਟਾਕ। ਕਮਿਊਨਿਸਟ ਉਹ ਇੱਕ ਸੀਪੀ ਸਿੰਘ ਜੀ ਬੰਗਾਲ ਦੇ ਵਿੱਚ ਗੈਂਗਵਾਰ ਸੀਪੀ ਸਿੰਘ ਜੀ ਤੁਸੀਂ ਇਸ ਗੱਲ ਤੇ ਕੁਝ ਕਹਿਣਾ ਹੋਵੇ ਤਾਂ ਕੇਰਲਾ ਦੇ ਵਿੱਚ ਗੈਂਗਸਟਰ ਵਾਂਗੂ ਬੀਜੇਪੀ ਦੇ ਨਾਲ ਲੜ ਰਹੇ ਨੇ। ਸੀਪੀ ਜੀ ਅਜੀਤ ਜੀ ਪਲੀਜ਼ ਬਸ ਕਰੋ ਜੀ। ਸੀਪੀ ਸਿੰਘ ਜੀ ਕੁਲਬੀਰ ਜੀ ਮੈਨੂੰ ਸਿਰਫ ਅੱਧਾ ਮੈਂ ਮਿੰਟ ਦੇ ਦਿਓ। ਸ਼ਬਜੀਤ ਜੀ ਬਿਲਕੁਲ ਨਹੀਂ ਜੀ, ਮੈਂ ਇਹਦੇ ਤੇ ਹੋਰ ਗੱਲ ਨਹੀਂ ਕਰਨੀ ਕਿਉਂਕਿ ਇਹਦਾ ਕੋਈ ਸਿਰ ਪੈਰ ਨਹੀਂ ਨਿਕਲ ਰਿਹਾ ਜੀ। ਮੈਂ ਬਿਲਕੁਲ ਨਹੀਂ, ਇਹਨੂੰ ਪਰਸਨਲ ਡਿਬੇਟ ਨਾ ਬਣਾਓ, ਇਹਨੂੰ ਪਰਸਨਲ ਡਿਬੇਟ ਨਾ ਬਣਾਓ ਸ਼ਬਜੀਤ ਜੀ। ਅਜੀਤ ਜੀ ਸੀਪੀ ਸਿੰਘ ਜੀ ਵੀ ਸਾਡੇ ਨਾਲ ਨੇ। ਸੀਪੀ ਸਿੰਘ ਜੀ ਕੁਲਬੀਰ ਜੀ ਮੈਨੂੰ ਅੱਧਾ ਮਿੰਟ ਦੇ ਦਿਓ। ਸੀਪੀ ਜੀ ਹੀ ਬੋਲਣਗੇ, ਮੈਨੂੰ ਸਿਰਫ ਅੱਧਾ ਮਿੰਟ ਦੇ ਦਿਓ। ਮੈਂ ਸਿਰਫ ਇਹ ਕਹਿਣ ਦਾ ਯਤਨ ਕਰ ਰਿਹਾ ਕਿ ਜਦੋਂ ਮੈਂ ਕਹਿੰਦਾ ਗਵਰਨਰ ਤੋਂ ਲੈ ਕੇ ਸੀਪੀ ਜੀ ਨੂੰ ਪਹਿਲਾਂ ਬੋਲ ਲੈਣ ਦਿਓ ਜੀ, ਉਸ ਤੋਂ ਬਾਅਦ ਮੈਂ ਦੇਖਦਾ ਜੀ। ਮੁਕਤ ਕਰਵਾਉਣ ਦੇ ਵਿੱਚ ਸ਼ਾਮਲ ਨੇ, ਲਿਆਉਣ ਦੇ ਵਿੱਚ ਸ਼ਾਮਲ ਨੇ, ਤੇ ਮੈਨੂੰ ਇਸ ਤਰੀਕੇ ਦੇ ਨਾਲ ਡੀਲ ਨਾ ਕੀਤਾ ਜਾਵੇ ਕਿ ਮੈਂ ਜਿਵੇਂ ਰਾਹੁਲ ਗਾਂਧੀ ਨੂੰ ਸਪੋਰਟ ਕਰ ਰਿਹਾ ਹਾਂ, ਜਿਹੜਾ ਰਾਹੁਲ ਗਾਂਧੀ ਅੱਜ ਨਰਿੰਦਰ ਮੋਦੀ ਦੇ ਖਿਲਾਫ ਬੋਲਦਾ। ਮੈਂ ਤਾਂ ਇਹ ਕਹਿ ਰਿਹਾ ਕਿ ਮਨਮੋਹਨ ਸਿੰਘ ਦੀਆਂ ਨੀਤੀਆਂ ਨਰਿੰਦਰ ਮੋਦੀ ਦੀਆਂ ਨੀਤੀਆਂ 'ਚ ਕੋਈ ਫਰਕ ਨਹੀਂ, ਰਾਹੁਲ ਗਾਂਧੀ ਤੇ ਨਰਿੰਦਰ ਮੋਦੀ 'ਚ ਕੋਈ ਫਰਕ ਨਹੀਂ। ਸੱਤਾ ਦੀ ਲੜਾਈ ਉਹਨਾਂ ਦੀ ਜ਼ਰੂਰ ਹੈ, ਗਰੀਬਾਂ ਦੇ ਉਹ ਦੋਨੋਂ ਖਿਲਾਫ ਨੇ। ਮੇਰੀਆਂ ਗੱਲਾਂ ਨੂੰ ਕਾਂਗਰਸ ਦੇ ਪੱਖ ਦੇ ਵਿੱਚ ਬਿਲਕੁਲ ਨਾ ਸਮਝਿਆ ਜਾਵੇ, ਔਰ ਜਾਣ ਬੁੱਝ ਕੇ ਤਾਂ ਬਿਲਕੁਲ ਹੀ ਨਾ ਸਮਝਿਆ ਜਾਵੇ। ਠੀਕ ਹੈ ਸ਼ਬਜੀਤ ਜੀ, ਤੁਹਾਡੀ ਗੱਲ ਹੋ ਗਈ ਹੈ ਜੀ, ਤੁਸੀਂ ਕਹਿਣਾ ਚਾਹੁੰਦੇ ਹੋ। ਠੀਕ ਹੈ ਜੀ, ਨਹੀਂ ਕਰ ਸਕਦੇ ਸ਼ਬਜੀਤ ਜੀ। ਠੀਕ ਹੈ ਜੀ, ਇਸ ਕਰਕੇ ਮੈਂ ਇਹ ਚਾਹਾਂ ਸ਼ਬਜੀਤ ਜੀ ਤੁਹਾਡੀ ਗੱਲ ਜਿਹੜੀ ਹੈ ਪਹੁੰਚ ਚੁੱਕੀ ਹੈ ਜੀ, ਜਿਹੜੀ ਮੰਨ ਲਈ ਜਾਵੇ ਕਿ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦਾ ਕਿਸੇ ਵੀ ਕੰਟਰੀ ਦੀ। ਦੂਸਰੀ ਗੱਲ ਜਿਹੜੀ ਤੁਸੀਂ ਕਹਿਣ ਦਾ ਯਤਨ ਕੀਤਾ ਕਮਿਊਨਿਸਟਾਂ ਬਾਰੇ, ਮੇਰਾ ਖਿਆਲ ਮੈਂ ਤੁਹਾਡੇ ਤੋਂ ਪਹਿਲਾਂ ਕਹਿ ਚੁੱਕਾ ਕਿ ਬੰਗਾਲ ਦੇ ਵਿੱਚ ਗੈਂਗਵਾਰ ਚੱਲਦੀ ਆ, ਕੇਰਲਾ ਦੇ ਵਿੱਚ ਨਵਾਂ ਵਰਤਾਰੇ ਦੇ ਤੌਰ ਤੇ ਆਰਐਸਐਸ ਤੇ ਤੁਸੀਂ ਇਹਨੂੰ ਕਿਉਂ ਇਹਨਾਂ ਪਰਸਨਲ ਲੈ ਰਹੇ ਹੋ? ਤੁਸੀਂ ਗੱਲ ਨੂੰ ਕਿੱਥੇ ਲੈ ਕੇ ਜਾਂਦੇ ਹੋ? ਕਿੱਥੋਂ ਗੱਲ ਸ਼ੁਰੂ ਕੀਤੀ? ਔਰ ਨਾਲ ਇਹ ਕਹਿ ਚੁੱਕਾ ਕਿ ਜਦੋਂ ਤੱਕ ਪੂੰਜੀਵਾਦੀ ਲੋਕਤੰਤਰ ਹੈ, ਇਸ ਜਮਹੂਰੀਅਤ ਨੂੰ ਕਾਇਮ ਰੱਖਣ ਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਹੋਣਾ ਚਾਹੀਦਾ। ਮੈਂ ਇਹਨੂੰ ਅੰਤਮ ਸਟੇਜ ਨਹੀਂ ਮੰਨਦਾ ਸੋਸਾਇਟੀ ਦੀ। ਮੇਰੇ ਲਈ ਸਮਾਜਵਾਦ ਤੇ ਕਮਿਊਨਿਜ਼ਮ ਅੰਤਮ ਸਟੇਜ ਹੋ ਸਕਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅੱਜ ਦੀ ਜੋ ਸੱਚਾਈ ਹੈ ਮੈਂ ਉਹਦੇ ਤੋਂ ਵੀ ਇਨਕਾਰ ਕਰ ਦੇਵਾਂ। ਮੈਨੂੰ ਧੰਨਵਾਦ ਜੀ, ਧੰਨਵਾਦ ਜੀ, ਬੀਜੇਪੀ ਧੰਨਵਾਦ ਸਪਾ ਦੇ ਵਿੱਚ ਅਕਾਲੀ ਦਲ। ਸੀਪੀ ਜੀ ਤੁਹਾਡੇ ਵਾਸਤੇ ਅਗਲਾ ਸਵਾਲ ਹੈ ਜੀ। ਮੋਦੀ ਸਾਹਿਬ ਕਹਿੰਦੇ ਨੇ ਕਿ 40 ਦਿਨਾਂ ਦੇ ਵਿੱਚ ਨੋਟਬੰਦੀ ਤੋਂ ਬਾਅਦ 40 ਦਿਨਾਂ ਦੇ ਵਿੱਚ 700 ਜਿਹੜੇ ਮਾਓਇਸਟ ਸੀਗੇ ਟੈਰਰਿਸਟ ਉਹਨਾਂ ਨੇ ਸਰੈਂਡਰ ਕਰ ਦਿੱਤਾ। ਸੀਪੀ ਜੀ ਕੀ ਤੁਹਾਨੂੰ ਲੱਗਦਾ ਕਿ ਨੋਟਬੰਦੀ ਦੇ ਕਰਕੇ ਉਹਨਾਂ ਨੇ ਸਰੈਂਡਰ ਕੀਤਾ, ਜਾਂ ਮੋਦੀ ਜੀ ਉਹਨਾਂ ਦੇ ਸਰੈਂਡਰ ਨੂੰ ਵੀ ਆਪਣੇ ਜਿਹੜੇ ਹੈਗੇ ਆ ਪਿੱਠ ਥਪਥ ਪਾਉਣ ਲਈ ਜਾਂ ਆਪਣੇ ਖਾਤੇ ਦੇ ਵਿੱਚ ਪੋਜ਼ਿਟਿਵ ਬਣਾ ਕੇ ਜੋੜਨ ਦੀ ਕੋਸ਼ਿਸ਼ ਕਰ ਰਹੇ ਆ? ਦੇਖੋ ਕੁਲਵੀਰ ਜੀ, ਇਸ ਚੀਜ਼ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ, ਚਾਹੇ ਕੋਈ ਵੀ ਏਦਾਂ ਕਹੀ ਜਾਵੇ ਕਿ ਨੋਟਬੰਦੀ ਜਿਹੜੀ ਹੈ ਬਹੁਤ ਵੱਡੀ ਇੱਕ ਦੇਸ਼ ਵਾਸਤੇ ਤਰਾਸਦੀ ਸਿੱਧ ਹੋਈ ਹੈ, ਲੇਕਿਨ ਨੋਟਬੰਦੀ ਨੇ ਜਿਹੜਾ 2 ਨੰਬਰ ਦੇ ਪੈਸੇ ਦੀ ਸਰਕੂਲੇਸ਼ਨ ਦੇ ਉੱਪਰ ਇਫੈਕਟ ਪਾਇਆ, ਪਲੱਸ ਜਿਹੜੇ ਏਦਾਂ ਦੀ ਮਾਇਓਸਟ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਉਹ ਸਰੈਂਡਰ ਹੋਏ ਨੇ 700, ਬਿਲਕੁਲ ਮੈਨੂੰ ਵੀ ਸੁਣਨ ਨੂੰ ਮਿਲਿਆ ਸੀ। ਇਹ ਨੋਟਬੰਦੀ ਕਰਕੇ ਹੋਇਆ ਕਿਉਂਕਿ ਉਹਨਾਂ ਦੀ ਜਿਹੜੀ ਫੰਡਿੰਗ ਸੀਗੀ ਉਹ ਸਾਰੀ ਦੀ ਸਾਰੀ ਕਰਪਟ ਪੈਸੇ ਨਾਲ ਆਉਂਦੀ ਸੀ, ਔਰ ਸਾਰੀ ਦੀ ਸਾਰੀ ਕਰਪਸ਼ਨ ਜਿਹੜੀ ਹੈ ਉਹਨਾਂ ਦੇ ਉੱਪਰ ਚੜਾਵੇ ਵਾਂਗੂ ਚੜਦੀ ਸੀ। ਇਹ ਬਿਲਕੁਲ ਸਹੀ ਹੈ, ਇਹ ਇਸੇ ਕਰਕੇ ਹੋਇਆ। ਨੋ ਡਾਊਟ ਪਿੱਠ ਥਪਥ ਪਾਉਣੀ ਬਣਦੀ ਸੀ ਉਹਨਾਂ ਦੀ, ਇਸੇ ਕਰਕੇ ਸ਼ਾਇਦ ਉਹਨਾਂ ਨੇ ਇਹ ਗੱਲ ਉੱਥੇ ਬਹੁਤ ਜ਼ੋਰ ਦੇ ਕੇ ਕਹੀ। ਲੇਕਿਨ ਤੁਸੀਂ ਡੀਮੋਨਟਾਈਜੇਸ਼ਨ, ਮੈਂ ਕੱਲ ਵੀ ਇਹੀ ਡਿਸਕਸ ਕਰ ਰਿਹਾ ਸੀ ਕਿ ਪ੍ਰੋਸੈਸ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਦਿੱਕਤ ਆ ਸਕਦੀ ਹੈ, ਲੇਕਿਨ ਡੀਮੋਨਟਾਈਜੇਸ਼ਨ ਇਟਸੈਲਫ ਇੱਕ ਬਹੁਤ ਵਧੀਆ ਸਟੈਪ ਸੀਗਾ ਨਰਿੰਦਰ ਮੋਦੀ ਦੀ ਗਵਰਨਮੈਂਟ ਦਾ। ਨੋ ਡਾਊਟ ਉਹਨਾਂ ਨੇ ਅਸੈਂਬਲੀ ਦੇ ਵਿੱਚ ਇਸ ਦੇ ਜਿਹੜੇ ਕੰਸੀਕੁਐਂਸਸ, ਬੈਡ ਕੰਸੀਕੁਐਂਸਸ ਹੋਏ ਨੇ, ਉਸ ਚੀਜ਼ ਨੂੰ ਡਿਸਕਸ ਨਹੀਂ ਕੀਤਾ ਜਿਹੜਾ ਕਿ ਕਰਨਾ ਬਣਦਾ ਸੀਗਾ। ਲੇਕਿਨ ਜੇ ਤੁਸੀਂ ਮਾਇਓਸ ਦੀ ਗੱਲ ਕਰਦੇ ਹੋ, 700 ਮਾਇਓਸ ਜਿਹੜੇ ਉਹਨਾਂ ਨੇ ਸਰੈਂਡਰ ਕੀਤਾ ਉਹ ਬਿਲਕੁਲ ਡਿਊ ਟੂ ਦੇਸੀ ਕੀਤਾ। ਕਿਉਂਕਿ ਕਿਉਂ ਲੱਗਦਾ ਤੁਹਾਨੂੰ ਕਿ ਨੋਟਬੰਦੀ ਕਰਕੇ ਉਹਨਾਂ ਨੇ ਸਰੈਂਡਰ ਕੀਤਾ? ਕਿਉਂ ਲੱਗਦਾ?
ਜੀ। ਬਾਕੀ ਭਾਰਤ ਦੇ ਵਿੱਚ ਵੀ ਬਹੁਤ ਸਾਰੇ ਟੈਰਰਿਸਟ ਗਰੁੱਪ ਹੈਗੇ ਨੇ, ਬਹੁਤ ਸਾਰੀਆਂ ਸਟੇਟਾਂ ਦੇ ਵਿੱਚ। ਬਾਕੀ ਤਾਂ ਕਿਤੋਂ ਇੱਕ ਬੰਦੇ ਨੇ ਵੀ ਜਿਹੜਾ ਹੈਗਾ ਉਹ ਆਤਮ ਸਮਰਪਣ ਨਹੀਂ ਕੀਤਾ। JNK ਦੀ ਮੋਦੀ ਸਾਹਿਬ ਦਾਅਵਾ ਕਰਦੇ ਸੀਗੇ, JNK ਦੇ ਵਿੱਚੋਂ ਕਿਸੇ ਨੇ ਆਤਮ ਸਮਰਪਣ ਕਿਉਂ ਨਹੀਂ ਕੀਤਾ? ਸਰ ਮੈਂ ਦੱਸਦਾ ਕੁਲਬੀਰ ਜੀ, ਉਹਦਾ ਰੀਜ਼ਨ ਇਹ ਹੈ, ਇਹ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੀ ਐਕਟੀਵਿਟੀਜ਼ ਵੀ ਸ਼ੁਰੂ ਹੋ ਜਾਣੀਆਂ, ਕਿਉਂਕਿ ਪਿੱਠ ਤਖਤਪਾਉਣ ਦੀ ਗੱਲ ਜਿੱਥੇ ਤੱਕ ਤੁਸੀਂ ਕਰਦੇ ਹੋ, ਇਹ ਬਣਦੀ ਸੀਗੀ 700 ਜਿਹੜਾ ਮਾਓਇਸਟ ਦਾ ਜਿਹੜਾ ਇੱਕ ਤੁਸੀਂ ਗਰੁੱਪ ਕਹਿ ਲਓ, ਉਹਦੀ ਤਾਦਾਦ ਜਿਹੜੀ ਹੈ ਉਹ JNK ਦੇ ਵਿੱਚ ਟੈਰਰਿਸਟ ਦੇ ਹਿਸਾਬ ਨਾਲ ਬਹੁਤ ਛੋਟੀ ਹੈ, ਔਰ ਗਿਣਤੀ ਘੱਟ ਹੋਣ ਕਰਕੇ ਸ਼ਾਇਦ ਉਹਨਾਂ ਨੂੰ ਜਿਹੜੀ ਫੰਡਿੰਗ ਵੀ ਸੀਗੀ ਉਹ ਕਿਸੇ ਲਿਮਿਟਿਡ ਸੋਰਸ ਤੋਂ ਆ ਰਹੀ ਸੀਗੀ, ਇਸੇ ਕਰਕੇ ਉਹ ਜਿਹੜੀ ਕਰਪਟ ਫੰਡਿੰਗ ਹੋ ਰਹੀ ਸੀਗੀ ਉਹ ਉਹਨਾਂ ਨੂੰ। ਕੀ ਤੁਹਾਨੂੰ ਲੱਗਦਾ ਕਿ ਮਾਓਇਸਟ ਦਾ ਗਰੁੱਪ ਜਿਹੜਾ ਕਈ ਸਾਲਾਂ ਤੋਂ ਐਕਟਿਵ ਹੋਵੇ ਉਹ 40 ਦਿਨਾਂ ਦੇ ਵਿੱਚ ਪੈਸੇ ਕੋਲੋਂ ਥੁੜ ਗਿਆ ਹੋਵੇ? 40 ਦਿਨ ਰੋਟੀ ਨਹੀਂ ਖਾ ਸਕਦੇ ਹੋ ਕੁਲਵੀਰ ਜੀ, ਤੁਸੀਂ ਦੇਖੋ। ਨਹੀਂ ਏਦਾਂ ਦੀ ਬਿਲਕੁਲ ਮੈਂ ਤੁਹਾਡੀ ਗੱਲ ਐਗਰੀ ਕਰਦਾ ਕਿ 40 ਦਿਨਾਂ ਦੇ ਵਿੱਚ ਕੀ ਉਹਨਾਂ ਕੋਲ ਫੰਡਿੰਗ ਖਤਮ ਹੋ ਗਈ ਹੋਵੇ। ਜਦੋਂ ਤੁਸੀਂ ਦੇਖੋ 40 ਦਿਨਾਂ ਦੇ ਵਿੱਚ, 40 ਨਹੀਂ ਜ਼ਿਆਦਾ ਦਿਨ ਹੋ ਗਏ ਹੈ, ਜਦੋਂ ਫੰਡਿੰਗ ਆਣੀ ਬੰਦ ਹੋ ਜਾਏ ਤਾਂ ਜਿਹੜਾ ਸਿਕਿਉਰ ਮਨੀ ਵੀ ਉਹ ਕਦੋਂ ਤੱਕ ਯੂਜ਼ ਕਰੋਗੇ ਉਸ ਚੀਜ਼ ਨੂੰ? ਸੋ ਇਸ ਚੀਜ਼ ਦਾ ਇੰਪੈਕਟ ਪਿਆ ਹੈ, ਇਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਬਟ ਤੁਸੀਂ ਦੇਖੋ ਹੌਲੀ ਹੌਲੀ ਅਜੀਤ ਜੀ ਤੁਹਾਨੂੰ ਕੀ ਲੱਗਦਾ ਹੈ? ਬਿਲਕੁਲ ਮੈਂ ਇਹੀ ਕਹਿ ਰਿਹਾ ਕਿ ਉੱਥੇ ਦੇਖੋ ਉਹਨਾਂ ਦੀ ਜਿਹੜੀ ਗਲੋਬਲ ਪੋਜੀਸ਼ਨ ਹੈ ਨਾ, ਉਹਦਾ ਫਰਕ ਹੈ। ਜਿਹੜੇ ਇਹਦੇ ਵਿੱਚ ਬੈਠੇ ਨੇ JNK ਦੇ ਵਿੱਚ, ਉਹਨਾਂ ਨੂੰ ਲੌਜਿਸਟਿਕ ਸਪੋਰਟ ਜਿਹੜੀ ਹੈਗੀ, ਚਾਹੇ ਹਥਿਆਰਾਂ ਦੀ ਹੋਵੇ, ਚਾਹੇ ਖਾਣੇ ਦੀ ਹੋਵੇ, ਕੁਝ ਹੋਵੇ, ਉਹ ਪਾਕਿਸਤਾਨ ਵੱਲੋਂ ਆਉਂਦੀ ਆ, ਔਰ ਉਹਦੇ ਕਰਕੇ ਉਹ ਲਗਾਤਾਰ ਪਿੱਛੋਂ ਸਪਲਾਈ ਨਹੀਂ ਟੁੱਟਦੀ ਹੈਗੀ। ਜਿਹੜੇ ਇੱਥੇ ਬੈਠੇ ਸੀ ਸੈਂਟਰਲ ਇੰਡੀਆ ਦੇ ਵਿੱਚ ਮਾਓਇਸਟ ਬੈਠੇ ਨੇ, ਇਹਨਾਂ ਦੀ ਜਿਹੜੀ ਲਾਈਨ ਆਫ ਸਪਲਾਈ ਉਹ ਦੂਰੋਂ ਕਿਸੇ ਦੂਸਰੇ ਮੁਲਕ ਵੱਲੋਂ ਆਉਂਦੀ ਸੀ, ਔਰ ਜ਼ਿਆਦਾਤਰ ਜਿਹੜੇ ਹੈਗੇ ਇਹਨਾਂ ਦੇ ਕੋਲ ਜਿਹੜਾ ਹੈਗਾ ਪੈਸਾ ਆਉਂਦਾ ਸੀ, ਪੈਸੇ ਦੇ ਨਾਲ ਉਹ ਲੋਕਲ ਆਪਣੀਆਂ ਜਿਹੜਾ ਹੈਗਾ ਖਾਣਾ ਪੀਣਾ ਹੋਰ ਚੀਜ਼ਾਂ ਖਰੀਦਦੇ ਸੀ। ਔਰ ਇੱਥੇ ਇਹਨਾਂ ਦੇ ਕੋਲ ਸਪਲਾਈ ਲਾਈਨ ਟੁੱਟ ਗਈ। ਤੁਸੀਂ ਕਹਿੰਦੇ 40 ਦਿਨ ਦੇ ਵਿੱਚ ਜਿਹੜਾ ਉਹਨਾਂ ਕੋਲ ਪੈਸਾ ਸੀ ਉਹ ਤਾਂ ਘੰਟਿਆਂ ਦੇ ਵਿੱਚ ਜਿਹੜਾ ਹੈਗਾ ਉਹ ਮਿੱਟੀ ਹੋ ਗਿਆ। ਜਿਹੜਾ ਉਹਨਾਂ ਦੇ ਕੋਲ ਕੁਝ ਸਮਾਨ ਪਿਆ ਸੀ ਉਹਨਾਂ ਨੇ ਵਰਤਿਆ, ਉਹਨਾਂ ਨੇ ਉਹਦੇ ਨਾਲ ਆਪਣੇ ਆਪ ਨੂੰ ਦਿਨ ਟਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਬਿਲਕੁਲ ਉਹ ਤੋਂ ਖਾਲੀ ਹੋ ਗਏ ਲੌਜਿਸਟਿਕਲੀ, ਚਾਹੇ ਖਾਣਾ ਸੀ, ਚਾਹੇ ਹਥਿਆਰ ਸੀ, ਚਾਹੇ ਗੋਲੀ ਸਿੱਕਾ ਸੀ, ਉਹਨਾਂ ਕੋਲ ਰਸਤਾ ਹੀ ਕੋਈ ਨਹੀਂ ਸੀ, ਕਿਉਂਕਿ ਉਹ ਇੰਨਾ ਸੈਂਟਰ 'ਚ ਬੈਠੇ ਸੀ ਕਿ ਉਹਨਾਂ ਦੇ ਕੋਲ ਨਵੀਂ ਸਪਲਾਈ ਇੱਧਰੋਂ ਦੂਰੋਂ ਬਾਹਰੋਂ ਆਉਣ ਦੀ ਬਹੁਤ ਘੱਟ ਸੰਭਾਵਨਾ ਬਣ ਰਹੀ ਸੀ। ਔਰ ਜਿਹੜੇ ਲੋਕੀ ਸਪਲਾਈ ਕਰ ਰਹੇ ਸੀ ਉਹਨਾਂ ਨੂੰ ਵੀ ਕੋਈ ਪੈਸਾ ਲਿਕੁਇਡਿਟੀ ਦੇ ਵਿੱਚ ਹੱਥੋਂ ਨਿਕਲ ਗਿਆ, ਬੈਂਕਾਂ 'ਚ ਪੈਸਾ ਚਲਾ ਗਿਆ। ਉਹਨਾਂ ਦੇ ਕੋਲੇ ਜਿਹੜਾ 2 ਨੰਬਰ ਦੇ ਵਿੱਚ ਪੈਸਾ ਵਰਤਣਾ ਸੀ, ਉਹਦੀ ਹਰ ਇੱਕ ਥਾਂ ਤੇ ਸਪਲਾਈ ਜਿਹੜੀ ਹੈਗੀ, ਜੇ ਬਿਲਕੁਲ 100% ਤੇ ਨਹੀਂ ਹਟੀ ਕਹਿ ਸਕਦੇ ਹੈਗੇ, ਕਿਉਂਕਿ ਪਤਾ ਬੈਂਕਾਂ ਦੇ ਵਿੱਚ ਲੋਕਾਂ ਨੇ ਕਿਵੇਂ ਪੈਸਾ ਉਦੋਂ ਟ੍ਰਾਂਸਫਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹਦੇ ਬਾਵਜੂਦ ਉਹਨਾਂ ਕੋਲੇ ਸਪਲਾਈ ਮੇਰਾ ਖਿਆਲ 5-7% ਰਹਿ ਗਈ ਹੋਣੀ ਹੈ, ਜਿਹਦੇ ਨਾਲ ਉਹ ਸਰਵਾਈਵ ਨਹੀਂ ਕਰ ਸਕਦੇ ਸੀ। ਦਿਸ ਇਜ਼ ਦਾ ਰੀਜ਼ਨ ਬਿਹਾਈਂਡ ਇਟ। ਸ਼ਬਦੀਪ ਜੀ ਤੁਹਾਡਾ ਕੀ ਮੰਨਣਾ ਜੀ? ਕੁਲਵੀਰ ਜੀ, ਮੈਂ ਪਹਿਲੀ ਗੱਲ ਤਾਂ ਇਹ ਕਹਾਂਗਾ ਕਿ ਹਰ ਲਹਿਰ ਦੀ ਇੱਕ ਆਤਮਾ ਹੁੰਦੀ ਹੈ। ਵਕਤ ਬੀਤਣ ਦੇ ਨਾਲ ਉਸ ਲਹਿਰ ਦੇ ਅੰਦਰੋਂ ਵੀ ਉਹ ਆਤਮਾ ਮਰ ਜਾਂਦੀ ਹੈ। ਇਹ ਕਮਿਊਨਿਸਟ ਲਹਿਰ ਦੀ ਇੱਕ ਆਤਮਾ ਸੀ ਜਿਹੜੀ ਮਰ ਗਈ, ਤੇ ਉਹਦੇ ਮਰਨ ਤੋਂ ਬਾਅਦ ਉਹਦੇ ਬਦਲ ਦੇ ਵਿੱਚ ਨਕਸਲੀ ਮੂਵਮੈਂਟ ਪੈਦਾ ਹੋਈ, ਜਿਹਨੂੰ ਅੱਜ ਦੀ ਤਰੀਕ ਦੇ ਵਿੱਚ ਅਸੀਂ ਮਾਓਵਾਦੀ ਮੂਵਮੈਂਟ ਵੀ ਕਹਿ ਲੈਂਦੇ ਹਾਂ। ਹਾਲਾਂਕਿ ਇਹ ਜਿਹੜੇ ਆਪਣੇ ਆਪ ਨੂੰ ਮਾਓਵਾਦੀ ਕਹਿੰਦੇ ਨੇ, ਉਹਨਾਂ ਦਾ ਮਾਓਇਜ਼ਮ ਦੇ ਨਾਲ ਬਿਲਕੁਲ ਵੀ ਕੋਈ ਨਾਤਾ ਨਹੀਂ ਹੈ। ਉਹਨਾਂ ਨੂੰ ਘੱਟੋ ਘੱਟ ਮੈਂ ਉਹਨਾਂ ਨੂੰ ਮਾਓਇਸਟ ਬਿਲਕੁਲ ਵੀ ਕਹਿਣਾ ਪਸੰਦ ਨਹੀਂ ਕਰਦਾ, ਕਿਉਂਕਿ ਉਹ ਮੌਜ਼ੇ ਤੁੰਗ ਦੀ ਜਿਹੜੀ ਵਿਚਾਰਧਾਰਾ ਵਾ ਉਹਦੇ ਤੋਂ ਬਹੁਤ ਦੂਰ ਚੜ ਚੁੱਕੇ ਨੇ। ਇਸੇ ਕਰਕੇ ਮੈਂ ਕਹਿਣਾ ਕਿ ਉਹਨਾਂ ਦੀ ਆਤਮਾ ਜਿਹੜੀ ਲਹਿਰਾਂ ਦੇ ਵਿੱਚ ਆਤਮਾ ਹੁੰਦੀ ਹੈ ਉਹ ਮਰ ਚੁੱਕੀ ਹੈ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਨਰਿੰਦਰ ਮੋਦੀ ਤੇ ਉਹਨਾਂ ਦੇ ਸਾਰੇ ਸਮਰਥਕਾਂ ਨੇ ਇਸ ਗੱਲ ਦੇ ਦਾਅਵੇ ਕੀਤੇ ਨੇ ਕਿ ਜਦੋਂ ਨੋਟਬੰਦੀ ਕੀਤੀ ਗਈ, ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ ਦੇ ਉੱਤੇ ਕਾਬੂ ਪੈ ਗਿਆ, ਮਾਓਇਸਟਾਂ ਦੇ ਉੱਤੇ ਕਾਬੂ ਪੈ ਗਿਆ, ਪਰ ਰਿਐਲਿਟੀ ਇਹ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ, ਔਰ ਮਾਓਇਸਟਾਂ ਦੇ ਏਰੀਏ ਦੇ ਵਿੱਚ ਵੀ ਪਿਛਲੇ ਦਿਨਾਂ ਦੇ ਵਿੱਚ 2 ਵੱਡੀਆਂ ਘਟਨਾਵਾਂ ਵਾਪਰੀਆਂ। ਤਾਜ਼ਾ ਘਟਨਾ ਦੇ ਵਿੱਚ 8 ਪੁਲਿਸ ਵਾਲੇ ਮਾਰੇ ਗਏ ਨੇ, ਔਰ ਉਹਨਾਂ ਨੂੰ ਮਾਰਨ ਵਾਲੇ ਫਿਰ ਉਹ ਮਾਓਇਸਟ ਹੀ ਹੋਣਗੇ, ਜਿਨ੍ਹਾਂ ਲਈ ਸ਼ਬਦ ਮਾਓਇਸਟ ਬਣ ਗਿਆ। ਮੈਂ ਹਾਲਾਂਕਿ ਉਹਨਾਂ ਲਈ ਉਹ ਸਹੀ ਸ਼ਬਦ ਨਹੀਂ ਹੈ, ਮੈਂ ਫਿਰ ਵੀ ਕਿਉਂਕਿ ਇੱਕ ਪਰੰਪਰਾ ਦੇ ਤੌਰ ਤੇ ਉਹਨਾਂ ਨਾਲ ਜੁੜ ਗਿਆ, ਮੈਂ ਵਰਤ ਰਿਹਾ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਜੇ ਹੁਣ ਤੱਕ ਅਸੀਂ ਮਨਮੋਹਨ ਸਿੰਘ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਅਸੀਂ ਇਹਨਾਂ ਮਾਓਇਸਟਾਂ ਉੱਤੇ ਇੱਕ ਸਭ ਤੋਂ ਵੱਡਾ ਇਲਜ਼ਾਮ ਇਹ ਲਾਉਂਦੇ ਰਹੇ ਹਾਂ ਕਿ ਇਹ ਲੋਕ ਜਿੰਨੀਆਂ ਵੀ ਉੱਥੋਂ ਮਾਈਨਿੰਗ ਹੋ ਰਹੀ ਆ, ਜਿੰਨੀ ਵੀ ਉੱਥੋਂ ਲੱਕੜ ਬਾਹਰ ਜਾ ਰਹੀ ਆ, ਜਿੰਨਾ ਵੀ ਉੱਥੋਂ
ਸਮਾਨ ਬਾਹਰ ਜਾ ਰਿਹਾ ਵਾ, ਉਹਦੇ ਬਦਲੇ ਦੇ ਵਿੱਚ ਲੋਕਾਂ ਕੋਲੋਂ ਪੈਸੇ ਉਗਰਾਉਂਦੇ ਨੇ। ਮਾਓਇਸਟਾਂ ਦਾ ਇਨਕਲਾਬ ਦੇ ਨਾਲ ਕੋਈ ਸੰਬੰਧ ਨਹੀਂ, ਇਹਨਾਂ ਦਾ ਸੰਬੰਧ ਹੁਣ ਸਿਰਫ ਤੇ ਸਿਰਫ ਜੰਗਲ ਦੇ ਵਿੱਚੋਂ ਬਾਹਰ ਆਉਣ ਵਾਲੀਆਂ ਚੀਜ਼ਾਂ ਦੇ ਉੱਤੇ ਚੁੰਗੀ ਲਾਉਣਾ ਜਾਂ ਪੈਸੇ ਕਮਾਉਣਾ ਜਾਂ ਉਗਰਾਹੀਆਂ ਕਰਨਾ ਹੀ ਰਹਿ ਗਿਆ। ਇਸ ਪ੍ਰਸੰਗ ਦੇ ਵਿੱਚ ਮੈਂ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਨੋਟਬੰਦੀ ਹੋ ਵੀ ਜਾਵੇ, ਜਿਹੜੇ ਅਮੀਰਾਂ ਕੋਲੇ 2-2 ਹਜ਼ਾਰ ਦੇ ਨਵੇਂ ਨੋਟ ਆ ਗਏ ਸੀ ਨਵੀਂ ਉਗਰਾਈ ਦੀ ਸ਼ਕਲ ਦੇ ਵਿੱਚ, ਉਹ ਪੁਰਾਣੇ ਨੋਟ ਦੇ ਕੇ ਜਿੰਨਾ ਉਹਨਾਂ ਦੀ ਬੰਦੂਕ ਦਾ ਡਰ ਸੀ ਉਹਨਾਂ ਕੋਲੋਂ ਉਹ ਨਵੇਂ ਨੋਟ ਵੀ ਹਾਸਲ ਕਰ ਸਕਦੇ ਸੀ। ਅਸੀਂ ਇੰਨੀ ਗੱਲ ਸਿੰਪਲ ਕਿਉਂ ਕਰ ਦਿੱਤੀ ਕਿ ਹੁਣ ਉਹਨਾਂ ਨੂੰ ਪੈਸੇ ਨਹੀਂ ਮਿਲਣਗੇ ਜੇ ਉਹ ਸੱਚਮੁੱਚ ਉਸ ਕਮਾਈ ਦੇ ਉੱਤੇ ਹੀ ਜਿਉਂਦੇ ਸਨ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਹਾਲੇ ਕੱਲ ਹੀ ਇੱਕ ਸਵਾਲ ਉਠਾਇਆ ਗਿਆ। TMC ਦੇ ਨੇਤਾ ਅਹਿਮਦ ਹਸਨ ਨੇ ਸਵਾਲ ਉਠਾਇਆ ਕਿ ਜਿਹੜੇ ਰੁਜ਼ਗਾਰ ਹੋ ਗਏ ਨੇ ਤੁਹਾਡੀ ਨੋਟਬੰਦੀ ਕਾਰਨ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤਾਂ ਸਾਡੇ ਦੇਸ਼ ਦੀ ਜਿਹੜੀ ਵਣਜ ਮੰਤਰੀ ਨਿਰਮਲਾ ਸੀਤਾਰਮਣ ਹੈ, ਉਹਨੇ ਇਹ ਕਿਹਾ ਕਿ ਕੁਝ ਲੋਕ ਕਹੀ ਜਾਂਦੇ ਆ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ, ਮੈਨੂੰ ਦੱਸਣ ਉਹਨਾਂ ਕੋਲੇ ਅੰਕੜੇ ਕਿੱਥੋਂ ਆਏ। ਜਦੋਂ ਸਰਕਾਰ 700 ਮਾਓਇਸਟਾਂ ਦੀ ਅੰਕੜੇ ਦੇ ਸਕਦੀ ਆ ਤਾਂ ਸਰਕਾਰ ਉਹਨਾਂ ਲੋਕਾਂ ਦੇ ਵੀ ਅੰਕੜੇ ਦੇ ਸਕਦੀ ਆ। ਮੈਨੂੰ ਇਸ ਗੱਲ ਬਾਰੇ ਵੀ ਸ਼ੰਕਾ ਵਾ ਕਿ ਜਿਹੜੇ 700 ਲੋਕਾਂ ਨੂੰ ਮਾਓਇਸਟ ਕਹਿ ਕੇ ਸਰੈਂਡਰ ਕਰਵਾਇਆ ਗਿਆ, ਕੀ ਉਹ ਸਾਰੇ ਦੇ ਸਾਰੇ ਮਾਓਇਸਟ ਹੋਣਗੇ ਵੀ ਕਿ ਨਹੀਂ? ਪੰਜਾਬ ਦੇ ਜੇ ਤੁਸੀਂ ਪ੍ਰਸੰਗ ਨੂੰ ਜਾਣੋ ਤਾਂ ਤੁਸੀਂ ਜਾਣ ਸਕਦੇ ਹੋ ਕਿ ਕਿੰਨੇ ਲੋਕ ਕਾਲੀਆਂ ਬਿੱਲੀਆਂ ਦੀ ਸ਼ਕਲ ਦੇ ਵਿੱਚ ਤੁਰੇ ਫਿਰਦੇ ਸੀ, ਬਾਅਦ ਦੇ ਵਿੱਚ ਮੌਕਾ ਪੈਣ ਤੇ ਉਹਨਾਂ ਨੂੰ ਸਰੈਂਡਰ ਕਰਵਾ ਕੇ ਇਹ ਸ਼ੋਅ ਕਰਨ ਦਾ ਯਤਨ ਕੀਤਾ ਗਿਆ ਕਿ ਖਾਲਿਸਤਾਨੀ ਲਹਿਰ ਫੇਲ ਹੋ ਗਈ ਔਰ ਇੰਨੀ ਵੱਡੀ ਪੱਧਰ ਦੇ ਉੱਤੇ ਉਹਨਾਂ ਨੂੰ ਕਾਬੂ ਕੀਤਾ ਗਿਆ ਕਿ ਉਸ ਲਹਿਰ ਨੂੰ ਜਿਹੜੀ ਉਹਦੀ ਮਜ਼ਬੂਤੀ ਸੀ ਉਹਨੂੰ ਤੋੜਨ ਦੇ ਲਈ ਇਸਤੇਮਾਲ ਕੀਤਾ ਗਿਆ। ਇਸ ਗੱਲ ਦੀ ਹੁਣ ਵੀ ਤਾਂ ਸੰਭਾਵਨਾ ਹੋ ਸਕਦੀ ਹੈ ਨਾ ਕਿ ਉਹਦਾ ਜਿਹੜਾ ਸਰਕਾਰ ਦਾ ਆਪਣਾ ਤੰਤਰ ਉਹਦੇ ਵਿੱਚ ਵਰਕਿੰਗ ਕਰ ਰਿਹਾ ਮਾਓਇਸਟਾਂ ਦੇ ਵਿੱਚ, ਉਸ ਹਿੱਸੇ ਤੋਂ ਸਰੈਂਡਰ ਕਰਵਾ ਲਿਆ ਗਿਆ ਹੋਵੇ। ਆਖਰੀ ਗੱਲ ਮੈਂ ਫਿਰ ਰਿਪੀਟ ਕਰਨੀ ਚਾਹਾਂਗਾ ਕਿ ਪੈਸੇ ਦੀ ਕਮੀ ਨੂੰ ਅਸੀਂ ਉਸ ਨਾਲ ਨਾ ਜੋੜੀਏ, ਕਿਉਂਕਿ ਪੈਸਾ ਤੇ ਉਹਨਾਂ ਨੇ ਲੁੱਟਣਾ ਹੀ ਹੈ ਜਿੱਦਾਂ ਉਹਨਾਂ ਉੱਤੇ ਇਲਜ਼ਾਮ ਲੱਗਦੇ ਨੇ, ਤੇ ਲੁੱਟਣ ਵਾਲੇ ਦੇ ਉੱਤੇ ਤੁਸੀਂ ਇਹ ਨਹੀਂ ਇਲਜ਼ਾਮ ਲਾ ਸਕਦੇ ਕਿ ਹੁਣ ਉਹ ਲੁੱਟਣ ਦੇ ਵਿੱਚ ਕਾਬਲ ਨਹੀਂ ਰਹਿ ਗਿਆ। ਪੈਸਿਆਂ ਦੀ ਕਮੀ ਆਈ ਸੀ, ਜਿਨ੍ਹਾਂ ਹਥਿਆਰਾਂ ਦੇ ਜ਼ੋਰ ਉਹ ਲੋਕਾਂ ਨੂੰ ਲੁੱਟਦੇ ਸੀ। ਜੰਗਲ ਦੇ ਵਿੱਚ ਸਰਮਾਏਦਾਰ ਜਿਹੜੇ ਜਾਂਦੇ ਸੀ ਲੱਕੜ ਲੈਣ, ਮਾਈਨਿੰਗ ਕਰਨ, ਜੇ ਉਹਨਾਂ ਨੂੰ ਲੁੱਟਦੇ ਸੀ ਉਹ ਹੁਣ ਵੀ ਲੁੱਟ ਸਕਦੇ ਸੀ। ਮੇਰਾ ਖਿਆਲ ਇਹਨੂੰ ਇਸ ਤਰੀਕੇ ਦੇ ਨਾਲ ਜੋੜ ਕੇ ਪ੍ਰਧਾਨ ਮੰਤਰੀ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਨੇ। ਇੱਕ ਗੱਲ ਮੈਂ ਲਾਸਟ ਦੇ ਵਿੱਚ ਹੋਰ ਕਰਕੇ ਆਪਣੀ ਗੱਲ ਖਤਮ ਕਰਾਂਗਾ। ਜਦੋਂ ਪ੍ਰਧਾਨ ਮੰਤਰੀ ਨੇ ਭਾਸ਼ਣ ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਤਾਂ ਧੰਨਵਾਦ ਦੇ ਮਤੇ ਤੋਂ ਬਾਅਦ ਜਿਹੜੀਆਂ ਸੋਧਾਂ ਆਈਆਂ, ਮੈਂ ਫਿਰ ਕਹਾਂਗਾ ਮੈਂ ਸੀਤਾਰਾਮ ਯੈਚਰੀ ਨੂੰ ਕੋਈ ਇਨਕਲਾਬੀ ਨੇਤਾ ਨਹੀਂ ਸਮਝਦਾ। ਉਹਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਦੂਜਿਆਂ ਵੱਲੋਂ ਸੁਧਾਰਵਾਦੀ ਸੋਧਵਾਦੀ ਹੋਣ ਦੇ ਕਮਿਊਨਿਸਟ ਲਹਿਰ ਦੇ ਵਿੱਚ, ਇਹ ਸਭ ਤੋਂ ਵੱਡੇ ਇਲਜ਼ਾਮ ਨੇ। ਇੱਕ ਤਰ੍ਹਾਂ ਨਾਲ ਇਨਕਲਾਬ ਨਾਲ ਗਦਾਰੀ ਦੇ ਇਲਜ਼ਾਮ ਨੇ ਔਰ ਸੀਤਾਰਾਮ ਯੈਚਰੀ ਤੇ ਅਕਸਰ ਲੱਗਦੇ ਨੇ। ਸੀਤਾਰਾਮ ਯੈਚਰੀ ਨੇ ਵਾਰ-ਵਾਰ ਇੱਕੋ ਗੱਲ ਕਹੀ ਕਿ ਜਿਹੜੇ ਲੋਕ ਇਸ ਦਰਮਿਆਨ ਲਾਈਨਾਂ 'ਚ ਲੱਗ ਕੇ ਲੱਗੇ ਨੇ, ਜੇ ਸਰਕਾਰ ਨੇ ਮੁਆਵਜ਼ਾ ਨਹੀਂ ਵੀ ਦੇਣਾ, ਘੱਟੋ ਘੱਟ ਦੇ ਭਾਸ਼ਣ ਦੇ ਵਿੱਚ ਇੱਕ ਲਾਈਨ ਜੋੜ ਲਈ ਜਾਵੇ ਕਿ ਦੇਸ਼ ਉਹਨਾਂ ਦੀ ਮੌਤ ਉੱਤੇ ਬਹੁਤ ਦੁੱਖ ਪ੍ਰਗਟ ਕਰਦਾ ਵਾ ਔਰ ਉਹਨਾਂ ਦੀ ਇਸ ਗੱਲ ਨੂੰ ਵੀ ਭਾਸ਼ਣ ਦੇ ਵਿੱਚ ਸ਼ਾਮਲ ਕਰਨਾ ਸਰਕਾਰ ਮੰਨੀ ਨਹੀਂ ਆ। ਔਰ ਸੀਤਾਰਾਮ ਯੈਚਰੀ ਨੂੰ ਵੀ ਫਾਈਨਲੀ ਇਹ ਕਹਿ ਕੇ ਆਪਣੀ ਗੱਲ ਖਤਮ ਕਰਨੀ ਪਈ ਕਿ ਜੇ ਤੁਸੀਂ ਇਨਸਾਨੀ ਕਦਰਾਂ ਕੀਮਤਾਂ ਨੂੰ ਵੀ ਤੁਹਾਡਾ ਲੋਕਤੰਤਰ ਨਹੀਂ ਮੰਨਦਾ ਤਾਂ ਠੀਕ ਹੈ ਭਾਈ, ਤੁਸੀਂ ਆਪਣਾ ਲੋਕਤੰਤਰ ਏਦਾਂ ਹੀ ਚਲਾਈ ਜਾਓ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ। ਜਿਹੜੀ ਸਰਕਾਰ ਮਰਨ ਵਾਲਿਆਂ ਪ੍ਰਤੀ ਸੰਵੇਦਨਾ ਵੀ ਪ੍ਰਗਟ ਨਹੀਂ ਕਰਦੀ, ਉਸ ਸਰਕਾਰ ਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਸਟੀਫਾਈ ਕਰਨ ਦਾ ਯਤਨ ਕਰੀਏ। ਮੇਰਾ ਖਿਆਲ ਇਹ ਹੈਗਾ ਕਿ ਇਹ ਸਾਡੀ ਆਪਣੀ ਸਦਾਚਾਰ ਤੇ ਸਾਡੀ ਆਪਣੀ ਨੈਤਿਕਤਾ ਦੇ ਉੱਤੇ ਸਵਾਲ ਪੈਦਾ ਕਰਨ ਵਾਲੀ ਗੱਲ ਆ ਔਰ ਸਾਨੂੰ ਘੱਟੋ ਘੱਟ ਸਰਕਾਰਾਂ ਦੀ ਸਪੋਰਟ ਕਰਦੇ ਹੋਏ ਇਸ ਗੱਲ ਤੋਂ ਜ਼ਰੂਰ ਬਚਣਾ ਚਾਹੀਦਾ। ਮੈਂ ਜ਼ਿਆਦਾ ਤੇ ਨਹੀਂ ਕਿਉਂਕਿ ਸਮਾਂ ਸਾਡੇ ਕੋਲ ਬਿਲਕੁਲ ਨਹੀਂ ਹੈ, ਪਰ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਮੈਂ ਸ਼ਬਦੀਪ ਜੀ ਨਾਲ ਸਹਿਮਤ ਹਾਂ ਔਰ ਮੈਂ ਇਸ ਗੱਲ ਨੂੰ ਸਿਰੇ ਤੋਂ ਨਕਾਰਦਾ ਕਿ ਜਿਹੜੇ 700 ਮਾਓਇਸਟ ਨੇ ਸਰੈਂਡਰ ਕੀਤਾ ਉਹਦਾ ਕਾਰਨ ਸਿਰਫ ਤੇ ਸਿਰਫ ਨੋਟਬੰਦੀ ਹੈ। ਕਿਉਂਕਿ ਜੇ ਆਪਾਂ ਜਨਵਰੀ ਤੇ ਫਰਵਰੀ ਜਾਂ ਉਸ ਤੋਂ ਪਹਿਲਾਂ ਦੇ ਮਹੀਨਿਆਂ ਦੇ ਉੱਪਰ ਨਿਗਾਹ ਮਾਰੀਏ ਤਾਂ ਮਾਓਇਸਟ ਦੀਆਂ ਜਿਹੜੀਆਂ ਕਾਰਵਾਈਆਂ ਸੀਗੀਆਂ ਜਾਂ ਜਿਹੜੇ ਉਹਨਾਂ ਦੇ ਜੋ ਅਟੈਕ ਸੀਗੇ ਉਹ ਬਿਲਕੁਲ ਵੀ ਘਟੇ ਨਹੀਂ ਆ। ਜਿਸ ਤਰੀਕੇ ਦੇ ਨਾਲ ਉਹ ਸ਼ੁਰੂ ਤੋਂ ਅਟੈਕ ਕਰਦੇ ਆਏ ਨੇ ਹੁਣ ਤੱਕ ਅਟੈਕ ਹੋਏ ਨੇ। 22 ਜਨਵਰੀ ਨੂੰ ਬਹੁਤ ਵੱਡਾ ਅਟੈਕ ਹੋਇਆ, ਉਸ ਤੋਂ ਬਾਅਦ ਫਰਵਰੀ 2 ਨੂੰ ਫਿਰ ਅਟੈਕ ਹੋਇਆ। ਜੇ ਆਪਾਂ ਕਰੀਏ ਤਾਂ ਹਰ ਹਫ਼ਤੇ ਮਾਓਇਸਟ ਜਿਹੜੇ ਅਟੈਕ ਕਰਦੇ ਰਹੇ ਨੇ। ਮੈਨੂੰ ਨਹੀਂ ਲੱਗਦਾ ਕਿ ਮੋਦੀ ਸਾਹਿਬ ਕਿਹੜੇ 700 ਮਾਓਇਸਟ ਦੀ ਗੱਲ ਕਰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਸਰੈਂਡਰ ਕਰ ਦਿੱਤਾ। ਇਹ ਸਿਰਫ ਇੱਕ ਜਿਹੜਾ ਆਪਣੀ ਜਿਹੜੀ ਨੋਟਬੰਦੀ ਦੀ ਉਹਨਾਂ ਦੀ ਜਿਹੜੀ
ਸ਼ਲਾਘਾ ਆਪਣੇ ਆਪ ਕਰਵਾਉਣ ਵਾਸਤੇ, ਲੋਕਾਂ ਦੇ ਵਿੱਚ ਇੱਕ ਮੈਸੇਜ ਭੇਜਣ ਵਾਸਤੇ ਕਿ ਉਹਨਾਂ ਦੀ ਜਿਹੜੀ ਉਹਨਾਂ ਦਾ ਇੱਕ ਪੁਆਇੰਟ ਸੀ ਜਿਹੜਾ ਕਿ ਜਿਹੜੇ ਇਲੀਗਲ ਲੋਕ ਕੰਮ ਕਰਦੇ ਨੇ, ਟੈਰਰਿਸਟ ਲੋਕ ਨੇ, ਉਹ ਟੁੱਟ ਜਾਣਗੇ ਨੋਟਬੰਦੀ ਤੋਂ ਬਾਅਦ, ਉਹਨੂੰ ਵੈਲਿਡ ਠਹਿਰਾਉਣ ਵਾਸਤੇ ਸ਼ਾਇਦ ਉਹਨਾਂ ਨੇ ਜਿਹੜੀ ਹੈਗੀ ਆ ਮੋਇਸ ਦੀ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕੀਤੀ ਆ। ਮੈਂ ਇਹਦੇ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹੈ। ਦੂਸਰੀ ਗੱਲ, ਉਹਨਾਂ ਨੇ ਜਿਹੜੀ ਲੋਕਾਂ ਦੀਆਂ ਜ਼ਿੰਦਗੀਆਂ ਗਈਆਂ ਨੇ ਲਾਈਨਾਂ ਦੇ ਵਿੱਚ ਖੜਿਆ ਹੋਇਆਂ ਨੋਟਬੰਦੀ ਦੇ ਦੌਰਾਨ, ਇਹਨੂੰ ਮੇਰਾ ਖਿਆਲ ਹੈ ਇਸ ਕਰਕੇ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਨਹੀਂ ਚਾਹੁੰਦੇ ਸੀਗੇ ਕਿ ਕਿਸੇ ਵੀ ਤਰੀਕੇ ਦਾ ਨੋਟਬੰਦੀ ਦੇ ਨਾਲ ਜੁੜਿਆ ਹੋਇਆ ਕੋਈ ਵੀ ਛੋਟੇ ਤੋਂ ਛੋਟਾ ਵੀ ਨੈਗੇਟਿਵ ਮੈਸੇਜ ਲੋਕਾਂ ਤੱਕ ਜਾਵੇ। ਸਾਫ਼ ਤੌਰ ਤੇ ਜਿਹੜਾ ਹੈ ਉਹਨਾਂ ਨੇ ਇੱਕ ਸਿਆਸੀ ਜਿਹੜਾ ਭਾਸ਼ਣ ਹੈ ਉਹ ਦਿੱਤਾ। ਮੈਂ ਬਹੁਤ ਸਾਰੇ ਹੋਰ ਪੁਆਇੰਟ ਸੀ ਜਿਨ੍ਹਾਂ ਨੂੰ ਡਿਸਕਸ ਕਰਨਾ ਚਾਹੁੰਦਾ ਸੀ, ਪਰ ਅੱਜ ਦੀ ਜਿਹੜੀ ਬਹਿਸ ਸੀ ਉਹ ਪੂੰਜੀਵਾਦ ਦੇ ਵਿੱਚ ਉਲਝ ਕੇ ਰਹਿ ਗਈ। ਇਹ ਜਿਹੜੇ ਸਵਾਲ ਹੈਗੇ ਨੇ ਆਪਾਂ ਫਿਰ ਕਿਸੇ ਵੇਲੇ ਡਿਸਕਸ ਕਰਾਂਗੇ। ਕਾਫੀ ਸਵਾਲ ਨੇ ਜਿਹੜੇ ਅੱਜ ਦੇ ਮੋਦੀ ਸਾਹਿਬ ਦੇ ਭਾਸ਼ਣ ਦੇ ਵਿੱਚੋਂ ਨਿਕਲੇ ਸੀਗੇ, ਪਰ ਅਸੀਂ 2-3 ਸਵਾਲ ਹੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਲੈ ਸਕੇ। ਸ਼ਬਦੀਪ ਜੀ, ਅਜੀਤ ਜੀ ਤੇ ਸੀਪੀ ਜੀ, ਤੁਹਾਡਾ ਮੇਰੇ ਨਾਲ ਭਖਦੀਆਂ ਦੀਆਂ ਖਬਰਾਂ ਵਿੱਚ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ ਜੀ, ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੇ ਭਖਦੀਆਂ ਦੀਆਂ ਖਬਰਾਂ ਦੇ ਦੂਸਰੇ ਸੈਗਮੈਂਟ ਦੇ ਨਾਲ, ਪੰਜਾਬ ਦੇ ਕੁਝ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਲਈ। ਮਿਲਦੇ ਹਾਂ ਜੀ।